हाँ जी, साਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਇਹਦਾ ਨਾਮ ਹੈ ਟਿਪਸ ਫॉर ਗੁੱਡ ਲਾਈਫ, ਸੁਖੇਲੇ ਸੁਖੀ ਜੀਵਨ ਦੇ ਰਾਹ। ਤੇ ਇਹ ਵੌਇਸ ਆਫ ਮਾਨਵਤਾ ਟੀਵੀ ਐਂਡ ਨਿਊਜ਼ ਪ੍ਰੋਗਰਾਮ ਹੈ ਸਰਦਾਰ ਮੇਘਰਾਜ ਸਿੰਘ ਉਹਨਾਂ ਦੀ ਛਤਰ ਛਾਇਆ ਥੱਲੇ ਚੱਲ ਰਿਹਾ, ਉਹਦਾ ਇਹ ਹਿੱਸਾ ਹੈ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਦਰਸ਼ਕ ਨੇ ਤੇ ਨਾਲੇ ਜਿਹੜੇ ਅੱਜ ਦੇ ਸਾਡੇ ਪਾਰਟਿਸਿਪੈਂਟਸ ਨੇ, ਸਪੀਕਰਸ ਨੇ, ਅਟੈਂਡੀਜ਼ ਨੇ, ਸਾਰਿਆਂ ਨੂੰ ਵੈਲਕਮ ਟੂ ਦਾ ਪ੍ਰੋਗਰਾਮ ਐਂਡ ਜੀ ਆਇਆਂ ਨੂੰ। ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗ੍ਰੀਟਿੰਗਸ ਟੂ ਆਲ ਆਫ ਯੂ, ਜੋ ਵੀ ਤੁਹਾਡਾ ਪਿਛੋਕੜ ਆ ਉਹਦੇ ਮੁਤਾਬਕ ਹੈ ਜੀ। ਤੋ ਜਿਸ ਤਰ੍ਹਾਂ ਅਸੀਂ ਪਿਛਲੀ ਦਫਾ ਗੱਲ ਕੀਤੀ ਸੀ ਬਈ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਇਹ ਡੈਡੀਕੇਟ ਕਰ ਰਹੇ ਹਾਂ ਭਗਤ ਕਬੀਰ ਜੀ ਦੀ ਲਾਈਫ ਐਂਡ ਲੈਗੇਸੀ ਦੇ ਉੱਤੇ। ਤੇ ਭਗਤ ਕਬੀਰ ਜੀ ਨੂੰ ਤਾਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਗ੍ਰੰਥ ਦੀ ਸਥਾਪਨਾ ਕੀਤੀ, ਸਾਜਨਾ ਕੀਤੀ, ਜਿੱਥੇ ਗੁਰੂ ਸਾਹਿਬਾਂ ਦੀ ਬਾਣੀ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ ਹੈ, ਉਹਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਜ਼ਿਆਦਾ ਹੈ। ਇੱਥੋਂ ਤੱਕ ਕਿ ਭਗਤ ਕਬੀਰ ਜੀ ਦੇ 541 ਦੇ ਕਰੀਬ ਸ਼ਬਦ ਨੇ ਤੇ 212 ਦੇ ਕਰੀਬ ਸ਼ਲੋਕ ਨੇ। ਇੰਨੀ ਬਾਣੀ ਆ ਭਗਤ ਜੀ ਦੀ। ਤੇ ਭਗਤ ਜੀ ਦਾ ਤਾਂ ਬਸ ਉਹਨਾਂ ਦੇ ਜਿਹੜੇ ਜਿਵੇਂ ਉਹਨਾਂ ਦਾ ਨਾਮ ਭਗਤੀ, ਇੱਕ ਚੰਗੇ ਸੁਧਾਰਕ, ਰਿਫਾਰਮਰ, ਸੋਸ਼ਲ ਰਿਫਾਰਮਰ ਤੇ ਬੜੇ ਬੋਲਡ ਐਂਡ ਗਟਸ ਵਾਲੇ ਸੱਜਣ ਸੀ। ਜਿਹੜੇ ਬੋਲਦੇ ਸੀ ਨਾ ਭਗਤ ਜੀ, ਸੂਰਮੇ ਸੀ, ਜਿਹਨੂੰ ਕੋਈ ਯੋਧੇ ਸੀ ਉਹ, ਕਿਉਂਕਿ ਉਹਨਾਂ ਨੇ ਸਮੇਂ ਦੀਆਂ ਹਕੂਮਤਾਂ ਨੂੰ, ਸਮੇਂ ਦੀਆਂ ਰਾਜਸੀ ਤੇ ਧਾਰਮਿਕ ਲੀਡਰਾਂ ਨੂੰ ਵੀ ਵੰਗਾਰਾਂ ਵੀ ਪਾਈਆਂ। ਜਿਹੜੇ ਬ੍ਰਾਹਮਣ ਜਾਂ ਮੁਸਲਮਾਨ ਜਿਹੜੇ ਰਿਲੀਜੀਅਸ ਹੈਡ ਸੀ ਨਾ ਜੀ, ਉਹਨਾਂ ਨੂੰ ਵੀ ਬੜੀ ਚੇਤਾਵਨੀ ਦਿੱਤੀ। ਤੇ ਕਿਉਂਕਿ ਆਪ ਦਾ ਇੱਕ ਰੱਬ ਦੇ ਵਿੱਚ ਅਟੁੱਟ ਵਿਸ਼ਵਾਸ, ਜਾਤ ਪਾਤ ਦਾ ਖੰਡਨ, ਤੇ ਉਹਨਾਂ ਦਾ ਜਿਹੜਾ ਰੋਲ ਸੀਗਾ ਬਹੁਤ ਹੀ ਅੱਛਾ ਸੀ। ਤੇ ਅੱਜ ਕੁਦਰਤੀ ਦਰਬਾਰ ਸਾਹਿਬ ਤੋਂ ਵੀ ਸਵੇਰੇ ਜਿਹੜਾ ਅੱਜ ਹੁਕਮਨਾਮਾ ਸੀ, ਸਾਡੇ ਇੱਥੇ USA ਦੇ ਮੁਤਾਬਕ, ਤੁਹਾਡੇ ਤਾਂ ਹੁਣ ਦੂਜਾ ਅੱਜ ਪੱਤਰਾ ਪਲਟ ਗਿਆ ਹੋਣਾ। ਅਸੀਂ ਜਿਹੜਾ ਸਵੇਰੇ ਸੁਬਾਹ ਅੱਜ ਜਿਹੜਾ ਗੁਰਵਾਕ ਆਇਆ ਸੀ ਕਬੀਰ ਜੀ ਮਹਾਰਾਜ ਦੀ ਬਾਣੀ ਦਾ ਹੀ ਸੀਗਾ। ਉਹ ਸੀਗਾ ਬੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ, ਚੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਜਾਏ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ, ਇਹ ਜੇ ਦੁਨੀਆ ਸ਼ਹਿਰ ਮਿਲਾ, ਦਸ ਗਿਰੀ ਨਾ ਹੈ। ਦੇਖੋ ਕਿੰਨਾ ਕਬੀਰ ਜੀ ਨੇ ਇਹਦੇ ਪੂਰੇ ਸ਼ਬਦ ਦੇ ਵਿੱਚ, ਮੈਂ ਟਾਈਮ ਜ਼ਿਆਦਾ ਨਾ ਲਵਾਂ, ਕਹਾਂ ਬਈ ਉਹਨਾਂ ਨੇ ਦੇਖੋ ਰਹਾਉ ਤੋਂ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਬਈ ਆਪਣੇ ਮਨ ਦੇ ਅੰਦਰ ਝਾੜੂ ਫੇਰ, ਗਿਆਨਾ ਕੀ ਵੱਢਣੀ ਹੱਥ ਲੈ, ਜਿਹਨੂੰ ਆਉਂਦਾ ਨਾ ਜੀ ਸ਼ਬਦ, ਕਾਤਰਤਾ ਕੁਤਵਾਰ ਬਹਾਰ ਹੈ। ਬਈ ਆਪ ਦੇ ਅੰਦਰ ਰੋਜ਼ ਸੈਲਫ ਅਸੈਸਮੈਂਟ ਕਰ, ਕ੍ਰਿਟੀਕ ਕਰ, ਤੇ ਕੀ ਕਰਨ ਵਾਲੇ ਆਪਦੇ ਦਿਲ ਨੂੰ ਅੰਦਰੋਂ ਖੋਜ। ਫਿਰ ਕੀ ਹੈ, ਜੇ ਇਹ ਕੰਮ ਕਰੇਗਾ ਨਾ, ਅੰਦਰਲੀ ਜਿਹੜੀ ਯਾਤਰਾ ਹੈ ਤੇਰੀ ਆਪਣੇ ਅੰਦਰ ਦੀ, ਫਿਰ ਕੀ ਹੈ, ਕਹਿੰਦੇ ਫਿਰ ਜ਼ਿੰਦਗੀ ਦੇ ਵਿੱਚ ਨਾ ਚਿੰਤਾ ਫਿਕਰ ਮੁੱਕ ਜੂਗਾ। ਤੇ ਆਪਦੇ ਆਪ ਨੂੰ ਵੇਦਾਂ ਕਿਤਾਬਾਂ ਨੂੰ ਪੜ੍ਹ ਕੇ ਬਹਿਸਾਂ ਦੇ ਵਿੱਚ ਪੈਣ ਦੀ ਜਗ੍ਹਾ ਆਪਦੇ ਮਨ ਦੀ, ਆਪਦੇ ਮਾਈਂਡ ਨੂੰ ਫੋਕਸ ਕਰ, ਆਪਦੀ ਕੌਨਸ਼ੀਅਸ ਨੂੰ ਵਾਹਿਗੁਰੂ ਜੀ ਦੇ ਨਾਮ ਉੱਤੇ, ਉਹਦੀ ਬੰਦਗੀ ਤੇ ਉਹਦੇ ਗੁਣਾਂ ਦੇ ਉੱਤੇ। ਫਿਰ ਦੇਖ ਵਾਹਿਗੁਰੂ ਤੈਨੂੰ ਹਾਜ਼ਰ ਨਾਜ਼ਰ ਨਜ਼ਰ ਹੀ ਆਊਗਾ। ਹਾਂਜੀ। ਤੇ ਕਹਿੰਦੇ ਇਹ ਜਿਹੜੀ ਦੁਨੀਆ ਹੈ, ਜੇ ਦੁਨੀਆ ਸ਼ਹਿਰ ਮੇਲਾ, ਦਸਤਗੀਰੀ ਨਾ ਹੈ। ਕਹਿੰਦੇ ਜਿਹੜੇ ਦੁਨੀਆ ਦੇ ਵਿੱਚ ਨਾ ਇਹ ਜੱਲਾ ਕਿ ਮੈਜਿਕ ਸ਼ੋ, ਇਹ ਤਾਂ ਵਾਹਿਗੁਰੂ ਦਾ ਨਾ ਕੀਆ ਖੇਲ, ਬੜਾ ਤਮਾਸ਼ਾ। ਇਹ ਵਾਹਿਗੁਰੂ ਜੀ ਦਾ ਖੇਲ ਹੈ। ਸਾਰੀ ਜਿਹੜੀ ਰਚਨਾ ਹੈ ਇਹਦੇ ਵਿੱਚੋਂ ਤੇਰੇ ਵਾਦ ਵਿਵਾਦਾਂ ਨਾਲ ਹੱਥ ਪੱਲੇ ਪੈਣ ਦੀ ਕੋਈ ਇਹਦੇ ਵਿੱਚ ਕੋਈ ਗੱਲ ਨਹੀਂ ਹੈ। ਇਹਦੇ ਆਪਦਾ ਟਾਈਮ ਵੇਸਟ ਨਾ ਕਰਕੇ ਆ ਸਕਾਂ। ਤੇ ਅੱਗੇ ਸ਼ਬਦ ਦੇ ਵਿੱਚ ਅੱਗੇ ਜਾ ਕੇ ਮਹਾਰਾਜ ਭਗਤ ਜੀ ਕਹਿੰਦੇ ਨੇ ਵੀ ਜਿਹੜੀ ਖਲਕ ਹੈ ਨਾ, ਤੂੰ ਆਪਦੀ ਭਗਤੀ ਦੀ, ਬੰਦਗੀ ਦੀ ਐਨਕ ਲਾ ਕੇ ਆਪਦੇ ਅੰਦਰ ਝਾਤੀ ਮਾਰ ਕੇ ਦੇਖ, ਇਹ ਜਿਹੜਾ ਖੁਦਾ ਹੈ ਨਾ, ਜਿਹੜਾ ਵਾਹਿਗੁਰੂ ਹੈ, ਵਾਹਿਗੁਰੂ ਦੀ ਜੋਤ ਹੈ, ਉਹ ਤਾਂ ਬੰਦਿਆਂ ਦੇ ਵਿੱਚ, ਉਹਨਾਂ ਸਾਰੇ ਸੰਸਾਰ ਦੇ ਜੀਵਾਂ ਦੇ ਵਿੱਚ ਉਹਦਾ ਵਾਸਾ ਹੈ। ਉਹ ਵਾਹਿਗੁਰੂ ਨਾ ਕਿਸੇ ਕ੍ਰਿਸ਼ਨਾ ਦੀ ਮੂਰਤੀ ਤੇ, ਨਾ ਕਿਤੇ ਸਤਵੇਂ ਆਕਾਸ਼ ਤੇ ਬੈਠਾ। ਉਹਦਾ ਵਾਹਿਗੁਰੂ ਤਾਂ ਦਰਿਆ ਰੂਪੀ ਦਰਿਆ ਅੰਤੇ ਕਰਨ ਦੇ ਵਿੱਚ ਉਹ ਤਾਂ ਛੱਲਾ ਮਾਰ ਰਿਹਾ, ਉਹ ਤਾਂ ਜਾ ਰਿਹਾ, ਉਹਨੂੰ ਉਹਦੇ ਚ ਇਸ਼ਨਾਨ ਕਰਨਾ ਸੀ ਭਗਤੀ ਦੀ ਐਨਕ ਲਾ ਕੇ। ਪਰ ਇਹ ਬੰਦਿਆ ਤੂੰ ਉਹ ਕਰ ਨਹੀਂ ਰਿਹਾ, ਤੂੰ ਉਹ ਕਰ। ਤੇ ਆਖਰ ਤੇ ਕਹਤਾ ਉਹਨਾਂ ਭਗਤ ਜੀ ਕਹਿੰਦੇ ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਵਈ ਵਾਹਿਗੁਰੂ ਇੱਕ ਪਵਿੱਤਰ ਤੋਂ ਪਵਿੱਤਰ, ਸੁਪਰੀਮ, ਜਿਹੜੀ ਪਵਿੱਤਰ, ਸਭ ਤੋਂ ਪਵਿੱਤਰ ਵਾਹਿਗੁਰੂ ਉਹ ਹਸਤੀ ਹੈ
ਜਿਹਨੂੰ ਮਹਾਰਾਜ ਕਹਿੰਦੇ ਨੇ ਇੱਕ ਓਂਕਾਰ ਸਤਨਾਮ ਗੁਰ ਪ੍ਰਸਾਦ ਤੱਕ ਮੂਲ ਮੰਤਰ ਹੈ ਵੀ ਉਹ ਵਾਹਿਗੁਰੂ ਉਹ ਇੱਕ ਹਸਤੀ ਹੈ। ਮੈਂ ਸ਼ੱਕ ਤਾਂ ਮੈਂ ਤਾਂ ਕਰਾਂ ਜੇ ਉਹਦੇ ਬਰਾਬਰ ਦਾ ਕੋਈ ਦੂਜਾ ਹੋਵੇ, ਭਾਵ ਉਹਦੇ ਬਰਾਬਰ ਦਾ ਕੋਈ ਹੈ ਹੀ ਨਹੀਂ। ਪਰ ਨਾਲ ਅਗਲੀ ਲਾਈਨ 'ਚ ਇਹ ਹੈ ਕਬੀਰ ਕਰਮ ਕਰ ਕਬੀਰ ਕਰਮ ਕਰੀਮ ਕਾ ਜੇ ਕਰਿਆ ਜਾਣਾ ਸੋਏ, ਇਸ ਤਰ੍ਹਾਂ ਗਲਤੀ ਹੋ ਜੇ ਮਾਫ ਕਰਨਾ। ਉਹ ਲਫ਼ਜ਼ ਹੈ ਵੀ ਇਹ ਭੇਦ ਨੂੰ ਤਾਂ ਭਾਈ ਉਹੀ ਜੀਵ ਸਮਝ ਸਕਦਾ ਜਿਹਦੇ ਤੇ ਕਰਤਾ ਪੁਰਖ ਦੀ ਬਖਸ਼ਿਸ਼ ਹੋਵੇ, ਜਾਂ ਜਿਹਨੂੰ ਕਰਤਾ ਪੁਰਖ ਮੇਰਾ ਵਾਹਿਗੁਰੂ ਆਪ ਸਮਝਣ ਯੋਗ ਬਣਾਏ ਨਾ ਜੀ, ਉਹਦੇ ਭਾਗਾਂ ਦੇ ਵਿੱਚ ਇਹ ਜਿਹੜਾ ਅਹਿਸਾਸ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਵਾਹਿਗੁਰੂ ਜੀ ਨਾਲ ਭੇਦਤਾ ਤੇ ਸੋਝੀ ਆਉਂਦੀ ਹੈ ਜੀਵਨ ਨੂੰ ਜੀਣ ਦੀ। ਇਹੋ ਜਿਹਾ ਮੈਸੇਜ ਸੀਗਾ, ਬਹੁਤ ਹੀ ਬਿਊਟੀਫੁਲ ਕੋਇਨਸੀਡੈਂਟ ਕਈ ਵਾਰ ਆ ਜਾਂਦਾ, ਪਰ ਆਪਾਂ ਦੇਖੋ ਅੱਜ ਅਸੀਂ ਮਨਾ ਰਹੇ ਹਾਂ ਭਗਤ ਜੀ ਦੀ ਲਾਈਫ ਨੂੰ ਡੈਡੀਕੇਟ ਕਰਦੇ ਹਾਂ ਅੱਜ ਦਾ ਪ੍ਰੋਗਰਾਮ, ਤੇ ਇਹੀ ਸਵੇਰ ਦਾ ਗੁਰਬਾਖ ਸੀ। ਬਜਾਏ ਮੈਂ ਜਿਆਦਾ ਬੋਲਾਂ ਸੋ ਆ ਵਾਲਾ ਅਸੀਂ ਨਾ ਜੀ ਅਸੀਂ ਸਭ ਤੋਂ ਪਹਿਲਾਂ ਭਾਈ ਸੁੱਚਾ ਸਿੰਘ ਉਹਨਾਂ ਨੂੰ ਕਹਾਂਗੇ ਕਿ ਉਹ ਭਗਤ ਜੀ ਦੇ ਜੀਵਨ ਦੇ ਉੱਤੇ ਗੱਲਬਾਤ ਕਰਨ, ਸਪੈਸ਼ਲੀ ਕਿਉਂਕਿ ਕਈ ਲੋਕੀ ਸਾਡੇ ਨਾ ਬੜੇ ਸਿੱਖੀ ਦੇ ਵਿੱਚ ਬੜੇ ਲੋਕੀ ਕਹਿੰਦੇ ਕੋਈ ਮਿਊਟ ਕਰ ਲਓ ਆਪਣੇ ਆਪ ਨੂੰ ਤਾਂ ਕਿ ਉਹ ਵਿੱਚ ਡਿਸਟਰਬੈਂਸ ਨਾ ਹੋਵੇ। ਹਾਂਜੀ, ਉਹਦੇ ਵਿੱਚ ਜਿਹੜਾ ਭਗਤ ਜਿਹੜਾ ਉਹਦੇ ਸੀ ਵੀ ਆਉਂਦੇ ਨੇ ਸ਼ਬਦ ਸੀ ਵੀ ਕਹ ਕਬੀਰ ਜਨ ਕਹੇ ਭਏ ਖਾਲਸੇ, ਉਹ ਕਹਿੰਦੇ ਖਾਲਸਾ ਲਫ਼ਜ਼ ਵੀ ਉਹਦੇ ਭਗਤ ਜੀ ਨੇ ਵੀ ਵਰਤਿਆ ਹੈ, ਪ੍ਰੇਮ ਭਗਤ ਜੇ ਜਾਨੀ। ਹਾਂਜੀ, ਸੋ ਅਸੀਂ ਭਾਈ ਸੁੱਚਾ ਜੀ ਸਿੰਘ ਗਿਆਨੀ ਸੁੱਚਾ ਸਿੰਘ ਉਹਨਾਂ ਨੂੰ ਕਹਿੰਦੇ ਭਾਈ ਸਾਹਿਬ ਵੀ ਅਸੀਂ ਤਾਂ ਕਹਿ ਦਿੰਦੇ ਵੀਰ ਵੀ ਕਹਿ ਦਈਦਾ, ਭਾਈ ਸਾਹਿਬ ਵੀ ਕਹਿ ਦਈਦਾ, ਸੁੱਚਾ ਸਿੰਘ ਜੀ ਵੀ ਕਹਿ ਦਈਦਾ। ਹਾਂਜੀ, ਇਹਨਾਂ ਸਤਿਕਾਰਯੋਗ ਭਾਈ ਸਾਹਿਬ ਨੂੰ ਬੇਨਤੀ ਹੈ ਜੀ ਕਿ ਤੁਸੀਂ ਚਾਨਣਾ ਪਾਓ ਭਾਈ ਸਾਹਿਬ ਦੀ ਲਾਈਫ ਦੇ ਉੱਤੇ। ਹਾਂਜੀ ਭਾਈ ਸੁੱਚਾ ਸਿੰਘ ਜੀ। ਥੈਂਕ ਯੂ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਥੋੜੀ ਜਿਹੀ ਬੇਨਤੀ ਪਹਿਲਾਂ ਸਾਰਿਆਂ ਨੂੰ ਕਰਾਂਗੇ, ਜਿਸ ਵੇਲੇ ਅਸੀਂ ਬੋਲਣਾ ਨਾ ਉਦੋਂ ਅਸੀਂ ਆਪਣੇ ਆਪ ਕਰੀਏ। ਉੱਚੀ ਕਰ ਲਓ, ਵੋਲੀਅਮ ਉੱਚੀ ਕਰੋ ਭਾਈ ਸਾਹਿਬ ਜੀ, ਉੱਚੀ ਬੋਲੋ, ਤੁਹਾਡੀ ਸਮਝ ਘੱਟ, ਤੁਹਾਡੀ ਆਵਾਜ਼ ਥੋੜੀ ਹੈ। ਵੀਰ ਜੀ ਦੂਸਰੇ ਪਾਸੇ ਨਾ ਡਿਸਟਰਬੈਂਸ ਆ ਰਹੀ ਸੀ ਬਹੁਤ ਜ਼ਿਆਦਾ, ਮੈਂ ਉਹ ਬੇਨਤੀ ਕਰ ਰਿਹਾ ਸੀਗਾ ਕਿ ਸਾਰੇ ਜਣੇ ਆਪਣੇ ਆਪ ਨੂੰ ਮਿਊਟ ਕਰਕੇ ਰੱਖੋ, ਜਦੋਂ ਤੁਸੀਂ ਬੋਲਣਾ ਉਦੋਂ ਅਨਮਿਊਟ ਕਰੋ, ਸਿਰਫ ਉਹਨੇ ਟਾਈਮ ਦੇ ਵਾਸਤੇ। ਹਾਂਜੀ ਹਾਂ ਹੁਣ ਠੀਕ ਹੈ ਜੀ। ਹਾਂਜੀ ਠੀਕ ਹੈ ਜੀ, ਮੇਰੀ ਆਵਾਜ਼ ਤੇ ਆ ਰਹੀ ਨਾ ਹੁਣ? ਹਾਂਜੀ ਹਾਂਜੀ, ਸੋ ਹਾਂਜੀ ਠੀਕ ਆ ਰਹੀ ਹੈ ਜੀ। ਠੀਕ ਹੈ ਜੀ, ਪਹਿਲਾਂ ਵੀ ਇਸ ਤਰ੍ਹਾਂ ਸੀ, ਦੂਜੇ ਪਾਸੇ ਡਿਸਟਰਬੈਂਸ ਜ਼ਿਆਦਾ ਹੁੰਦੀ ਸੀ। ਐਨੀਵੇਜ਼ ਹਾਂਜੀ, ਸੋ ਅਸੀਂ ਜੀ ਦੇਖੋ ਅਸੀਂ ਭਗਤਾਂ ਦੇ ਵਿੱਚੋਂ ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਬੇਨਤੀ ਕੀਤੀ ਕਿ ਭਗਤ ਕਬੀਰ ਜੀ ਨੂੰ ਸ਼੍ਰੋਮਣੀ ਭਗਤ ਕਹਿ ਦਿੰਦੇ ਆ, ਵੈਸੇ ਭਗਤ ਸਾਰੇ ਇੱਕੋ ਬਰਾਬਰ ਦੇ ਲੈਵਲ, ਉਹਨਾਂ ਦਾ ਆਤਮਿਕ ਲੈਵਲ ਇੱਕੋ ਜਿਹਾ ਹੀ ਹੈ, ਤਾਂ ਹੀ ਗੁਰੂ ਮਹਾਰਾਜ ਜੀ ਨੇ ਐਕਸੈਪਟ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਸਿਰਫ ਉਹਨਾਂ ਦੇ ਬਚਨ ਬਾਕੀ ਭਗਤਾਂ ਦੇ ਨਾਲੋਂ ਗਿਣਤੀ ਦੇ ਵਿੱਚ ਜ਼ਿਆਦਾ, ਬਾਣੀ ਬਹੁਤ ਜ਼ਿਆਦਾ ਉਹਨਾਂ ਦੀ, ਤੇ ਇਸ ਕਰਕੇ ਅਸੀਂ ਉਹਨਾਂ ਨੂੰ ਵੱਡੇ ਭਗਤ ਗਿਣਦੇ ਹਾਂ। ਲੇਕਿਨ ਉਹਨਾਂ ਦੀ ਲਾਈਫ ਦੇ ਵਿੱਚੋਂ ਜਨਮ ਦੇ ਬਾਰੇ ਤੇ ਕਈ ਤਰ੍ਹਾਂ ਦੇ ਵਾਦ ਵਿਵਾਦ, ਥਾਂ ਦੇ ਬਾਰੇ, ਟਾਈਮ ਦੇ ਬਾਰੇ ਚ ਇਸ ਤਰ੍ਹਾਂ ਦੇ ਕਈ ਹੈਗੇ ਆ। ਤੇ ਲੇਕਿਨ ਜਿਹੜੀ ਮੇਨ ਗੱਲ ਹੈਗੀ ਹੈ ਕਿ ਉਹਨਾਂ ਦੀ ਬਾਣੀ ਦੇ ਅੰਦਰ ਜੋ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤਾ ਸਾਡੇ ਵਾਸਤੇ, ਉਹ ਇੰਪੋਰਟੈਂਟ ਜ਼ਿਆਦਾ। ਤੇ ਆਪ ਜੀ ਨੇ ਜਿਹੜਾ ਸ਼ਬਦ ਜੀ ਦਾਸ ਨੂੰ ਹੁਕਮ ਕੀਤਾ ਵਿਚਾਰਨ ਦੇ ਵਾਸਤੇ ਨਾ, ਤਾਂ ਉਹ ਕਬੀਰ ਜੀ ਦਾ ਸ਼ਬਦ ਆਉਂਦਾ ਹੈਗਾ ਜੀ ਆਪਣੇ ਰਾਗ ਸੋਰਠ ਦੇ ਵਿੱਚ, ਠੀਕ ਹੈ। ਤੇ ਉਹ ਹੈਗਾ ਵੇਦ ਪੁਰਾਨ ਸਭੈ ਮਤ ਸੁਣ ਕੇ ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਸਭ ਲੋਕ ਸਿਆਣੇ ਉੱਠ ਪੰਡਤ ਪੈ ਚੱਲੇ ਨਰਾਸਾ, ਮਨ ਰੇ ਸਰਿਓ ਨਾ ਏਕੈ ਕਾਜਾ, ਭਜਿਓ ਨਾ ਰਘੂਪਤ ਰਾਜਾ। ਰਹਾਓ, ਇਹ ਰਹਾਓ ਦੀ ਤੁਕ ਹੈ ਜੀ। ਬਨ ਛੱਡ ਜਾਏ ਜੋਗ ਤਪ ਕੀਨੋ, ਕੰਦ ਮੂਲ ਚੁਣ ਖਾਇਆ, ਨਾਦੀ ਬੇਦੀ ਸ਼ਬਦੀ ਮੁਨੀ ਜਮ ਕੇ ਪੱਟੈ ਲਿਖਾਇਆ, ਭਗਤ ਨਾਰਦੀ ਹਿਰਦੈ ਨਾ ਆਈ, ਕਾਛ ਕੂਛ ਤਨ ਦੀਨਾ, ਰਾਗ ਰਾਗਨੀ ਡਿੰਬ ਹੋਏ ਬੈਠਾ, ਓਨ ਹਰ ਪੈ ਕਿਆ ਲੀਨਾ, ਪਰਿਓ ਕਾਲ ਸਭੈ ਜਗ ਉਪਰ, ਮਾਹੇ ਲਿਖੇ ਭ੍ਰਾਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹੇ ਜਾਨੀ। ਦਾ ਕਈ ਵਾਰੀ ਜੀ ਵਿਚਾਰ ਵਿਵਾਦ ਬਣ ਜਾਂਦਾ ਹੈ, ਤੇ ਮੈਂ ਆਪ ਜੀ ਦੇ ਨਾਲ ਥੋੜਾ ਜਿਹਾ ਮੈਂਸ਼ਨ ਕਰ ਦੇਵਾਂ। ਜਦੋਂ ਅਸੀਂ ਪੜ੍ਹਦੇ ਸੀ ਕਾਲਜ ਦੇ ਵਿੱਚ, ਤੇ ਕੁਝ ਸਿੰਘ ਆਏ ਕਿਸੇ ਵੀ ਸੁਸਾਇਟੀ ਦੇ ਨਾਲ ਹੋਰ ਦੇ ਨਾਲ ਸੰਬੰਧਿਤ ਸਨ, ਤੇ ਉਹਨਾਂ ਉਦੋਂ ਸਵਾਲ ਉੱਠਿਆ ਕਿ ਖਾਲਸਾ ਸ਼ਬਦ ਜਿਹੜਾ ਹੈ ਅਸੀਂ ਸਮਝਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਹੋਂਦ ਦੇ ਵਿੱਚ ਆਉਂਦਾ, ਲੇਕਿਨ ਕਬੀਰ ਸਾਹਿਬ ਤੇ ਗੁਰੂ ਨਾਨਕ ਜੀ ਦੇ ਟਾਈਮ ਤੇ ਸੀਗੇ, ਤੇ ਉਸ ਤੋਂ ਪਹਿਲਾਂ ਪੈਦਾ ਹੋਏ ਸੀ, ਉਹਨਾਂ ਤੋਂ ਪਹਿਲਾਂ ਉਸ ਵੇਲੇ ਸੀਗੇ।
ਤੇ ਹੁਣ ਉਹਨਾਂ ਦੇ ਕਿਸ ਤਰ੍ਹਾਂ ਵਰਤਿਆ, ਤੇ ਉੱਥੇ ਫਿਰ ਉਹਨਾਂ ਨੇ ਜੀ ਸਾਨੂੰ ਕਿਉਂਕਿ ਅਸੀਂ ਤੇ ਸਿੱਖਦੇ ਸੀ, ਅਸੀਂ ਉਹ ਮੰਨ ਵੀ ਲਈਏ ਗੱਲ, ਉਹਨਾਂ ਨੇ ਕਿਹਾ ਜੀ ਨਹੀਂ 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 ਜੀ, ਇਹ ਕਹੋ ਕਬੀਰ ਜਨ ਭਏ ਖਾਲਸੇ ਨਹੀਂ, ਇਹ ਹੈਗਾ ਜੀ ਕਹੋ ਕਬੀਰ ਜਨ ਭਏ ਖਲਾਸੇ ਪ੍ਰੇਮ ਭਗਤ ਦੇ ਜਨ। ਉਹਨਾਂ ਨੇ ਸਾਨੂੰ ਇਸ ਤਰ੍ਹਾਂ ਜੀ ਚਲੋ ਚੁੱਪ ਕਰਾ ਦਿੱਤਾ, ਤੇ ਅਸੀਂ ਕਿਹਾ ਹਾਂ ਵੀ ਇਸ ਤਰ੍ਹਾਂ ਹੋ ਸਕਦਾ, ਚਲੋ ਵੀ ਇਹਦਾ ਮਤਲਬ ਕਿ ਪਹਿਲਾਂ ਸ਼ਬਦ ਐਗਜ਼ਿਸਟ ਨਹੀਂ ਸੀ ਕਰਦਾ। ਲੇਕਿਨ ਜਿਹੜੀ ਐਕਚੁਅਲੀ ਜਿਹੜੀ ਖੋਜ ਤੋਂ ਬਾਅਦ ਪਤਾ ਲੱਗਦਾ ਕਿ ਜਿਹੜਾ ਖਾਲਸਾ ਸ਼ਬਦ ਹੈ, ਇਹਦਾ ਮਤਲਬ ਜਿਹੜਾ ਸਤਿਗੁਰੂ ਜੀ ਦੇ ਘਰ ਦੇ ਵਿੱਚ ਲਿਆ ਗਿਆ, ਉਹ ਪਿਓਰਿਟੀ ਦੇ ਨਾਲ ਉਹਦਾ ਲੈਣਾ ਦੇਣਾ ਨਹੀਂ ਹੈਗਾ ਜੀ, ਜਿਹਨੂੰ ਅਸੀਂ ਕਹਿੰਦੇ ਨੇ ਖਾਲਸਾ ਪਿਓਰ। ਅੱਛਾ ਜੀ, ਹੁਣ ਇਹ ਹੈਗਾ ਜੀ ਅਰੈਬਿਕ, ਇਹਦਾ ਇਸ ਵਰਡ ਦਾ ਅਰੈਬਿਕ origin ਹੈਗਾ, ਤੇ ਉਹਦੇ ਵਿੱਚ ਇਹਦਾ ਮਤਲਬ ਹੁੰਦਾ ਟੈਰੀਟਰੀ ਡਾਇਰੈਕਟਲੀ ਰੂਲਡ ਬਾਈ ਦਾ ਐਮਪਰਰ, ਉਹਨੂੰ ਕਹਿੰਦੇ ਖਾਲਸਾ ਅਰੈਬਿਕ ਦੇ ਵਿੱਚ। ਹੁਣ ਉਹ ਜਾਗੀਰ ਜਿਹਦਾ ਸਿੱਧਾ ਸੰਬੰਧ ਰਾਜੇ ਦੇ ਨਾਲ ਹੈ, ਠੀਕ ਹੈ ਜੀ। ਹੁਣ ਉਸ ਨੂੰ ਕੋਈ ਵੀ ਹੋਰ ਕੋਈ ਵੀ ਬੰਦਾ ਕਲੇਮ ਨਹੀਂ ਕਰ ਸਕਦਾ ਕਿ ਇਹ ਮੇਰੀ ਜਾਗੀਰ ਹੈ, ਠੀਕ ਹੈ ਜੀ। ਹੁਣ ਇਹਨਾਂ ਜਿਸ ਲਈ ਅਸੀਂ ਇਹ ਸ਼ਬਦ ਦੇਖਦੇ ਆ, ਤੇ ਗੁਰੂ ਮਹਾਰਾਜ ਜੀ ਨੇ ਤੇ ਸਾਨੂੰ ਇਹੋ ਜਿਹੇ ਖਾਲਸੇ ਬਣਾਇਆ ਸੀ, ਤੇ ਇਹਦਾ ਪਿਛੋਕੜ ਵੀ ਨਾਲ ਹੀ ਨਾਲ ਸਮਝਣਾ ਪੈਣਾ, ਠੀਕ ਹੈ ਜੀ। ਸ਼ਬਦ ਵੱਲ ਮੈਂ ਆਣਾ, ਲੇਕਿਨ ਸੁਣ ਲਈ ਮੜ ਜਾ ਇਹ ਗੱਲ ਕਿ ਸਾਡੇ ਹਿੰਦੁਸਤਾਨ ਦੇ ਵਿੱਚ 33 ਕਰੋੜ ਦੇਵੀਆਂ ਦੇਵਤੇ ਹਿੰਦੁਸਤਾਨ ਨੂੰ ਲੀਡ ਕਰ ਰਹੇ ਸਨ ਸਪਿਰਚੁਅਲ ਗਾਈਡੈਂਸ ਦੇ ਵਾਸਤੇ। 33 ਕਰੋੜ ਨੂੰ ਲੋਕਾਂ ਨੇ ਰੱਬ ਮੰਨਿਆ ਹੋਇਆ ਸੀਗਾ, ਔਰ ਉਹਨਾਂ ਤੱਕ ਪਹੁੰਚਣ ਦੇ ਵਾਸਤੇ ਹਰ ਇੱਕ ਦੀ ਡਾਇਰੈਕਸ਼ਨ ਵੀ ਅੱਡ ਅੱਡ ਹੈ। ਹੁਣ ਉਹਨੂੰ ਜਿਹੜਾ ਉਹਨਾਂ ਲੋਕਾਂ ਨੂੰ ਕੌਣ ਸਮਝਾਵੇ ਕਿ ਰੱਬ ਤੇ ਇੱਕੋ ਹੀ ਹੁੰਦਾ ਹੈ, ਤੇ ਜੇ ਇਨਸਾਨ ਜਿਹੜਾ ਅੱਧ ਵਿਚਾਲੇ ਟਿਕ ਗਿਆ, ਚਾਹੇ ਉਹ ਕੋਈ ਵੀ ਦੇਵੀ ਦੇਵਤਾ ਹੈ, ਜੇ ਉੱਥੇ ਟਿਕ ਗਿਆ ਤੇ ਫਿਰ ਪ੍ਰਮਾਤਮਾ ਤੱਕ, ਅਕਾਲ ਪੁਰਖ ਤੱਕ ਨਹੀਂ ਪਹੁੰਚ ਸਕਦਾ ਕਦੇ ਵੀ, ਕਿਉਂਕਿ ਰਸਤੇ ਦੇ ਵਿੱਚ ਉਹ ਅਟਕ ਗਿਆ। ਤੇ ਹੁਣ ਗੁਰੂ ਮਹਾਰਾਜ ਜਿਹੜਾ ਇਹ ਦੱਸਦੇ ਆ ਕਿ ਜਿਹੜੀ ਅਸਲ ਦੇ ਵਿੱਚ ਇਨਸਾਨ ਦਾ ਜੀਵਨ ਹੈ, ਇਹ ਤੋਂ ਜਿਹੜੀ ਪ੍ਰਮਾਤਮਾ ਡੈਸਟੀਨੇਸ਼ਨ, ਇਸ ਦੇ ਅੱਧ ਵਿਚਾਲੇ ਕੋਈ ਨਹੀਂ ਆਉਂਦਾ। ਤੁਸੀਂ ਸਿੱਧਾ ਹੀ ਤੁਹਾਡਾ ਜਿਹੜਾ ਰਿਸ਼ਤਾ ਹੈ, ਤੁਸੀਂ ਬਿਲੋਂਗ ਕਰਦੇ ਹੋ, ਉਹ ਅਕਾਲ ਪੁਰਖ ਦੇ ਨਾਲ ਕਰਦੇ ਹੋ। ਇਸ ਕੌਂਟੈਕਸਟ ਦੇ ਵਿੱਚ ਇਹ ਜਿਹੜਾ ਸਾਨੂੰ ਸ਼ਬਦ ਜਾਂ ਇਹ ਵਰਡ ਦਿੱਤਾ ਗਿਆ ਸੀ ਖਾਲਸਾ, ਕਿ ਤੁਹਾਡਾ ਸੰਬੰਧ ਸਿੱਧਾ ਪ੍ਰਮਾਤਮਾ ਦੇ ਨਾਲ ਹੈ, ਤੁਸੀਂ ਜਾਗੀਰ ਪ੍ਰਮਾਤਮਾ ਦੀ ਹੋ, ਤੁਹਾਡਾ ਮਨ ਤੁਹਾਡਾ ਤਨ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਠੀਕ ਹੈ ਜੀ। ਸੋ ਤੁਹਾਡਾ ਤਨ, ਤੁਹਾਡੀ ਜ਼ਿੰਦਗੀ ਇਹ ਹੁਕਮੀ ਦੇ ਦਰ ਤੋਂ ਆਉਂਦੀ ਹੈ, ਪ੍ਰਮਾਤਮਾ ਤੋਂ ਆਉਂਦੀ ਹੈ, ਤੇ ਫਿਰ ਅੱਧ ਵਿਚਾਲੇ ਤੁਸੀਂ ਕਿਉਂ ਟਿਕੇ ਹੋਏ, ਤੁਸੀਂ ਕਿਉਂ ਨਹੀਂ ਉਸ ਚਿੱਤ ਨੂੰ ਪਹਿਚਾਣਦੇ। ਸੋ ਇਸ ਵਾਸਤੇ ਲੋਕਾਂ ਨੂੰ ਇਹ ਸਮਝਾਇਆ ਗਿਆ ਸੀ ਕਿ ਭਾਈ ਖਾਲਸਾ ਜਾਣੀ ਕਿ ਤੁਹਾਡੀ ਜਿਹੜਾ ਸੰਬੰਧ ਹੈ ਸਿੱਧਾ ਪ੍ਰਮਾਤਮਾ ਦੇ ਨਾਲ ਹੈ, ਤੇ ਹੋਣਾ ਚਾਹੀਦਾ। ਸੋ ਇਹਦਾ ਮਤਲਬ ਹੋ ਗਿਆ ਕਿ ਉਹ ਚੀਜ਼, ਉਹ ਸ਼ੈ ਜਿਸ ਦਾ ਸੰਬੰਧ ਸਿੱਧਾ ਰਾਜੇ ਮਹਾਰਾਜੇ ਦੇ ਨਾਲ ਹੈ, ਤੇ ਸਾਡੇ ਵਾਸਤੇ ਰਾਜਾ ਰਾਜ ਉਹ ਜਿਹੜਾ ਪ੍ਰਮਾਤਮਾ। ਹੁਣ ਉਹਨੇ ਜੀ ਕਬੀਰ ਜੀ ਦੇ ਇਸ ਸ਼ਬਦ ਦੇ ਵੱਲ, ਤੋਂ ਅਸੀਂ ਸਾਰੇ ਇਸ ਚੀਜ਼ ਨੂੰ ਆਲਰੇਡੀ ਇਹ ਮੰਨਦੇ ਹਾਂ ਕਿ ਰਹਾਉ ਦੀ ਤੁਕ ਦੇ ਵਿੱਚ ਮਹਾਂਪੁਰਖਾਂ ਦਾ ਜਿਹੜਾ ਸੈਂਟਰਲ ਆਈਡੀਆ ਦੇ ਦਿੰਦੇ ਉਹ, ਤੇ ਫਿਰ ਉਸ ਆਈਡੀਆ ਨੂੰ ਸਪੋਰਟ ਕਰਦੇ ਬਾਕੀ ਲਾਈਨਾਂ ਦੇ ਵਿੱਚ ਜਿਹੜੇ ਆਈਡੀਆ ਦਿੰਦੇ। ਸੋ ਇਹਦੀ ਰਹਾਉ ਦੀ ਤੁਕ ਹੈ ਕਿ ਮਨ ਰੇ ਸਰਿਓ ਨਾ ਏਕੈ ਕਾਜਾ, ਭਜਿਓ ਨਾ ਰਘੂਪਤ ਰਾਜਾ। ਕਹਿੰਦੇ ਐ ਮਨਾ, ਕਹਿੰਦੇ ਤੇਰੇ ਤੋਂ ਇੱਕ ਕੰਮ ਜਿਹੜਾ ਕਰਨੇ ਵਾਲਾ ਸੀ, ਸਰਿਓ ਨਾ ਏਕੈ ਕਾਜਾ, ਉਹ ਕੰਮ ਨਹੀਂ ਤੇਤੋਂ ਹੋਇਆ। ਉਹ ਕਿਹੜਾ ਸੀ? ਉਹ ਸੀਗਾ ਕਿ ਵਿਕਾਰਾਂ ਤੋਂ ਮੁਕਤ ਹੋਣਾ, ਠੀਕ ਹੈ ਜੀ। ਸੋ ਉਹ ਵਿਕਾਰਾਂ ਤੋਂ ਮੁਕਤ ਹੋਣੇ ਵਾਲਾ ਤੇਤੋਂ ਇੱਕ ਕੰਮ ਨਹੀਂ ਹੋ ਸਕਿਆ, ਤੂੰ ਰਘੂਪਤ ਰਾਜਾ ਪ੍ਰਕਾਸ਼ ਰੂਪ ਪ੍ਰਮਾਤਮਾ ਭਜਿਓ ਨਾ, ਉਸ ਨੂੰ ਤੂੰ ਕਦੇ ਜਪਿਆ। ਤੇਰਾ ਮਤਲਬ ਤੂੰ ਰਸਤੇ ਦੇ ਵਿੱਚ ਕਿਧਰੇ ਅਟਕਿਆ ਹੋਇਆ, ਤੇਰਾ ਉੱਥੇ ਤੱਕ ਕਦੇ ਪਹੁੰਚ ਹੀ ਨਹੀਂ ਹੋਈ। ਹਾਂਜੀ, ਹੁਣ ਇਸ ਖਿਆਲ ਤੋਂ ਜਿਸ ਵੇਲੇ ਸ਼ਬਦ ਚੱਲਦਾ ਤਾਂ ਫਿਰ ਉਹ ਸਮਝਾਉਂਦੇ ਵੇਦ ਪ੍ਰਾਣ ਸਭੇ ਮਤ ਸੁਣਕੈ ਕਰੀ ਕਰਮ ਕੀ ਆਸਾ। ਕਹਿੰਦਾ ਜਿਨ੍ਹਾਂ ਸਿਆਣੇ ਬੰਦਿਆਂ ਨੇ ਨਾ ਵੇਦ ਪ੍ਰਾਣ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ ਕਾਂਡ ਦੀ ਆਸ ਰੱਖ ਲਈ, ਠੀਕ ਹੈ ਜੀ। ਧਾਰਮਿਕ ਗ੍ਰੰਥ ਪੜ੍ਹੇ ਸੁਣੇ, ਲੇਕਿਨ ਕਰਮ ਕਾਂਡ ਤੇ ਆਸ ਰੱਖ ਲਈ, ਜਿਹਨੂੰ ਗੁਰਬਾਣੀ ਕਹਿੰਦੀ ਹੈ ਕਰਮ ਧਰਮ ਪਖੰਡ ਜੋ ਦਿਸੈ ਤਿਨ ਜਮ ਜਗਾਤੀ ਲੁਟੈ, ਉਹਨਾਂ ਦੇ ਉੱਤੇ ਆਸ ਰੱਖ ਲਈ, ਠੀਕ ਹੈ ਜੀ। ਹੁਣ ਇਹ ਆਸ ਰੱਖੀ ਕਿ ਕਰਮ ਕਾਂਡ ਦੇ ਨਾਲ ਸਾਡਾ ਜੀਵਨ ਬਦਲ ਜਾਏਗਾ, ਪਰ ਸਰਿਓ ਨਾ ਏਕੈ ਕਾਜਾ, ਉਹ ਸਾਡਾ ਕੰਮ ਸੌਰ ਜਾਏਗਾ। ਨਹੀਂ, ਕਹਿੰਦੇ ਉਹ ਨਹੀਂ ਕਰਨਾ। ਕਾਲ ਗ੍ਰਸਤ ਸਭ ਲੋਕ ਸਿਆਣੇ, ਕਹਿੰਦੇ ਉਹ ਸਾਰੇ ਆਤਮਕ ਮੌਤ ਗ੍ਰਸੇ ਰਹੇ। ਉਠ ਪੰਡਤ ਪੈ ਚਲੇ ਦਰਾਸਾ, ਪੰਡਤ ਲੋਕ ਵੀ ਆਸ ਪੂਰੀ ਨਹੀਂ ਹੋਈ, ਜਿਹੜੇ ਲੋਕਾਂ ਨੂੰ ਸਮਝਾਉਂਦੇ ਰਹੇ, ਲੇਕਿਨ ਉਹ ਵੀ ਉੱਥੋਂ ਉੱਠ ਕੇ ਨਰਾਸੇ ਗਏ। ਮਤਲਬ ਕਿ ਉਹਨਾਂ ਤੋਂ ਵੀ ਇੱਕ ਸਰਿਓ ਨਾ ਏਕੈ ਕਾਜਾ, ਉਹਨਾਂ ਤੋਂ ਵੀ ਨਹੀਂ ਹੋਇਆ।
ਬਾਨਖੰਡ ਜਾਏ ਜੋਗ ਤਪ ਕੀਨੋ, ਕਹਿੰਦੇ ਮਠਾਂ ਤੇ ਚਲੇ ਗਏ, ਜੋਗ ਤਪ ਕਰ ਲੈ, ਗਾਜਰ ਮੂਲੀ ਕੰਦ ਮੂਲ ਚੁਣ ਖਾਇਆ। ਸੋ ਭੋਜਨ ਵੀ ਜਿਹੜਾ ਬੇਸ਼ੱਕ ਬਹੁਤ ਸਿੰਪਲ ਕਰ ਲਿਆ, ਤੇ ਲੇਕਿਨ ਨਾਦੀ ਬੇਤੀ ਸ਼ਬਦੀ ਮੁੰਨੀ ਜੋਗੀ, ਕਰਮ ਕੰਡੀ ਅਲਖ ਅਲਖ ਆਖਣ ਵਾਲੇ ਜੋਗੀ, ਮੋਨ ਧਾਰੀ, ਇਹ ਕਹਿੰਦੇ ਸਾਰੇ ਦੇ ਸਾਰੇ ਜਮ ਕੇ ਪੱਟੇ ਲਿਖਾਇਆ। ਇਹ ਵੀ ਜਮ ਦੇ ਲੇਖੇ ਦੇ ਵਿੱਚ ਹੀ ਪਏ ਰਹੇ, ਮਤਲਬ ਕਿ ਇਹਨਾਂ ਦੇ ਸਿਰ ਤੋਂ ਵੀ ਮੌਤ ਦਾ ਡਰ, ਮੌਤ ਦਾ ਸਹਿਮ ਕਦੇ ਛੁੱਟਿਆ ਨਹੀਂ, ਕਿਉਂਕਿ ਸਰੇ ਉਹਨਾਂ ਇੱਕ ਕਾਜਾ। ਭਗਤ ਨਾਰ ਦੀ ਰਿਦੇ ਨਾ ਆਈ, ਕਾਛ ਕੂਛ ਤਾਨ ਦੀਨਾ, ਕਹਿੰਦੇ ਕਿ ਕਾਛ ਕੂਛ, ਕਹਿੰਦੇ ਆ ਚਿੱਤਰਕਾਰੀ ਕਰਕੇ ਤਨ ਦੇ ਉੱਪਰ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਭੇਸ ਬਣਾ ਲੈ, ਧਾਰਮਿਕ ਚਿੰਨ ਆਪਣੇ ਸਰੀਰ ਦੇ ਉੱਪਰ ਲਾ ਲੈ, ਠੀਕ ਹੈ ਜੀ, ਧਾਰਮਿਕ ਚਿੰਨ। ਸੋ ਕਈ ਤਰਸ਼ੂਲ ਪਾ ਲੈਂਦੇ ਤੇ ਕਈ ਟਿੱਕਾ, ਤੇ ਕਈ ਤਰੀਕਿਆਂ ਦੇ ਨਾਲ ਲਾਉਂਦੇ, ਸਵਸਤਿਕ ਲਾ ਲੈਂਦੇ ਆ ਟਿੱਕਾ ਬਣਾ ਕੇ, ਠੀਕ ਹੈ ਜੀ। ਸੋ ਇਸ ਤਰ੍ਹਾਂ ਦੇ ਤੇ ਹੋਰ ਕਈ ਤਰ੍ਹਾਂ ਦੇ ਧਾਰਮਿਕ ਚਿੰਨ ਸਰੀਰ ਦੇ ਉੱਪਰ ਉੱਕਰ ਲੈ, ਪਰ ਪ੍ਰੇਮ ਭਗਤੀ ਉਹਨਾਂ ਦੇ ਹਿਰਦੇ ਵਿੱਚ ਕਦੇ ਪੈਦਾ ਨਾ ਹੋਈ। ਭਗਤ ਨਾਰ ਦੀ ਹਿਰਦੇ ਆਈ, ਉਹ ਨਹੀਂ ਆਈ। ਰਾਗ ਰਾਗਣੀ, ਤੇ ਕਈ ਰਾਗ ਰਾਗਣੀਆਂ ਗਾਉਣ ਦੇ ਵਿੱਚ ਮਸਤ ਰਹੇ, ਠੀਕ ਹੈ ਜੀ, ਜਸ ਸੰਗੀਤ ਸਿੱਖ ਲਿਆ ਤੇ ਉਹੀ ਬਹੁਤ ਹੈ। ਇਹਦੇ ਪਖੰਡ ਦੇ ਵਿੱਚ ਡਿੰਬ ਹੋਏ ਬੈਠਾ, ਕਹਿੰਦੇ ਉਹਦੇ ਪਖੰਡ ਦੇ ਵਿੱਚ ਹੀ ਫਸ ਕੇ ਰਹਿ ਗਏ। ਉਹਨ ਹਰ ਪੈ ਕਿਆ ਲੀਨਾ, ਕਹਿੰਦੇ ਉਹਨਾਂ ਨੂੰ ਪ੍ਰਮਾਤਮਾ ਤੋਂ ਕੀ ਮਿਲਣਾ ਸੀ, ਉਹਨਾਂ ਦਾ ਵੀ ਸਰੇ ਉਹਨਾਂ ਇੱਕ ਕਾਜਾ, ਭਜੇ ਉਹਨਾਂ ਰਘੂਪਤ ਰਾਜਾ। ਦੈਨ ਭਗਤ ਜੀ ਸੇਧ ਕਿ ਪਰਿਓ ਕਾਲ ਸਭੈ ਉੱਪਰ, ਕਹਿੰਦੇ ਇਹ ਜਿਹੜਾ ਕਾਲ ਹੈ, ਇਹ ਜਿਹੜਾ ਸਹਿਮ ਹੈ, ਜਿਹੜਾ ਡਰ ਹੈ ਮੌਤ ਦਾ, ਇਹ ਤਾਂ ਕਹਿੰਦੇ ਬਣਿਆ ਰਿਹਾ, ਇਹ ਤੋਂ ਕੋਈ ਮੁਕਤ ਨਹੀਂ ਹੋਇਆ। ਮਾਹੇ ਲਿਖੇ ਭ੍ਰਮ ਗਿਆਨੀ, ਤੇ ਭ੍ਰਮ ਗਿਆਨੀ ਜਿਹੜੇ ਭਟਕਣਾ ਦੇ ਵਿੱਚ ਪਏ ਹੋਏ ਸੋ ਕਾਲਡ ਗਿਆਨੀ ਵੀ ਸੀਗੇ, ਉਹ ਵੀ ਕਹਿੰਦੇ ਇਹਦੇ ਵਿੱਚ ਹੀ ਪਏ ਰਹੇ, ਉਹ ਵੀ ਇਹਦੇ ਵਿੱਚੋਂ ਨਹੀਂ ਨਿਕਲ ਸਕੇ। ਹੁਣ ਕਹਿੰਦੇ ਕਿ ਨਿਕਲਿਆ ਕਿਉਂ, ਕਿਹਦਾ ਕਾਰਜ ਸਰਿਆ, ਭਜੇ ਉਹਨਾਂ ਇੱਕ ਰਘੂਪਤ ਰਾਜਾ, ਜਿਨ੍ਹਾਂ ਨੇ ਨਹੀਂ ਜਪਿਆ ਉਹਨਾਂ ਦਾ ਤਾਂ ਨਹੀਂ ਨਾ ਸਰਨਾ ਸੀ। ਉਹ ਕਬੀਰ ਜਨ ਭਏ ਖਾਲਸੇ, ਉਹ ਸੇਵਕ, ਉਹ ਜੀਵ ਜਾਂ ਉਹ ਆਤਮਾਵਾਂ ਖਾਲਸ ਹੋ ਗਈਆਂ, ਨਿਡਰ ਹੋ ਗਈਆਂ, ਜਾਂ ਸਹਿਮ ਤੋਂ ਉੱਪਰ ਹੋ ਗਈਆਂ। ਪ੍ਰੇਮ ਭਗਤ ਜਿਹੇ ਜਨ, ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰੇਮ ਦੀ ਭਗਤੀ ਸਿੱਖ ਲਈ, ਜਿਨ੍ਹਾਂ ਦੇ ਜਾਚ ਸਿੱਖ ਲਈ ਕਿ ਪ੍ਰੇਮ ਦੀ ਭਗਤੀ ਦੇ ਵਿੱਚ ਹੀ ਪ੍ਰਮਾਤਮਾ ਦਾ ਮਿਲਾਪ ਹੈ, ਤੇ ਜਿਨ੍ਹਾਂ ਨੇ ਇਹ ਸਿੱਖ ਲਿਆ ਉਹਨਾਂ ਦਾ ਉਹ ਕਾਰਜ ਸੌਰ ਗਿਆ। ਸੋ ਹੁਣ ਇਹ ਜਿਹੜਾ ਖਾਲਸੇ, ਇਹਦਾ ਮਤਲਬ ਹੈਗਾ ਕਿ ਆਜ਼ਾਦ ਹੋ ਗਏ। ਉਹਨਾਂ ਦਾ ਸੰਬੰਧ ਜਿਹੜਾ 33 ਕਰੋੜ ਨਾਲੋਂ ਟੁੱਟ ਕੇ ਰਾਸਤੇ ਦੇ ਵਿੱਚ ਅਟਕਣ ਦੀ ਬਜਾਏ ਉਹਨਾਂ ਦਾ ਸਿੱਧਾ ਸੰਬੰਧ ਉਸ ਮਾਲਕ ਪ੍ਰਮਾਤਮਾ ਦੇ ਨਾਲ ਜੁੜ ਗਿਆ, ਤੇ ਇੱਥੋਂ ਜਿਹੜਾ ਇਹ ਸ਼ਬਦ ਜਿਹੜਾ ਖਾਲਸਾ ਸੀ। ਥੈਂਕ ਯੂ ਜੀ, ਥੈਂਕ ਯੂ ਭਾਈ ਸਾਹਿਬ ਜੀ, ਬਿਊਟੀਫੁਲੀ ਐਕਸਪਲੇਨਡ। ਜਿਵੇਂ ਭਾਈ ਸਾਹਿਬ ਨੇ ਕਹੀ ਹੈ ਗੱਲ, ਇਸ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਜਾ ਕੇ ਬਾਅਦ ਚ ਕੀ ਕੀਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਈ ਯੂ ਬਿਲੋਂਗ ਟੂ ਵਾਹਿਗੁਰੂ। ਤੇ ਜੇ ਕੱਲ ਨੂੰ ਤੇਰੀ ਜ਼ਿੰਦਗੀ ਦੇ ਵਿੱਚ ਤੂੰ ਚਾਹੇ ਅੰਦਰਲੀ ਜਿੱਤ ਆ ਬਾਹਰਲੀ ਜਿੱਤ ਆ, ਉਹਦਾ ਕ੍ਰੈਡਿਟ ਵੀ ਵਾਹਿਗੁਰੂ ਨੂੰ ਹੀ ਜਾਊਗਾ, ਕਿਉਂਕਿ ਵਾਹਿਗੁਰੂ ਨੇ ਤੈਨੂੰ ਕੀਤਾ, ਸਿੱਧਾ ਸੰਪਰਕ ਜੁੜਿਆ। ਬਿਲਕੁਲ ਜਿਹੜੀ ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ। ਤੇ ਨਾਓ ਆਲ ਆਸਕ ਆਪਣੇ ਗਿਆਨੀ ਧਰਮ ਸਿੰਘ ਹੁਣਾਂ ਨੂੰ ਜੀ, ਤੁਸੀਂ ਵੀ ਆਪਣੇ ਵਿਚਾਰ ਦਿਓ। ਸਪੈਸ਼ਲੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜੋ ਵੀ ਤੁਸੀਂ ਤਿਆਰ ਕੀਤਾ ਭਗਤ ਜੀ ਦੇ ਬਾਰੇ, ਤੇ ਆਈ ਨੋ ਜੇ ਅਸੀਂ ਛੋਟੇ ਛੋਟੇ ਹੁੰਦੇ ਸੀ 8ਵੀਂ 9ਵੀਂ 10ਵੀਂ ਦੇ ਵਿੱਚ ਸ਼ਬਦ ਇੱਕ ਬੜਾ ਪਾਪੂਲਰ ਹੁੰਦਾ ਸੀ, ਤੁਸੀਂ ਵੀ ਸੁਣਿਆ ਹੋਇਆ, ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਨ ਕੋ ਪਾਤੀ ਤੋਰੈ ਸੋ ਪਾਨ ਜੀ, ਭੁੱਲੀ ਮਾਲਨੀਆ ਦਿਓ, ਸਤਿਗੁਰ ਜਾਗਤਾ ਹੈ ਦਿਓ। ਇਸ ਤਰ੍ਹਾਂ ਦਾ ਕੋਈ ਸ਼ਬਦ ਲੈ ਕੇ ਤੁਸੀਂ ਜੇ ਉਹ ਵੀ ਸਾਡੇ ਕਪਾਟ ਖੋਲਦੇ ਹੋ, ਜਿਹੜਾ ਦੱਸ ਦਿਓ ਇਨ ਐਡੀਸ਼ਨ ਟੂ ਜੋ ਤੁਸੀਂ ਆਪਣਾ ਭਗਤ ਜੀ ਦੇ ਬਾਰੇ ਕਹਿਣਾ ਨਾਲ। ਹਾਂਜੀ, ਬੜੀ ਮਿਹਰਬਾਨੀ ਹੋਵੇ। ਖਾਲਸਾ ਵਾਹਿਗੁਰੂ। ਅਸਲ 'ਚ ਭਗਤ ਗੁਰੂ ਸਾਹਿਬਾਨ ਜਿਨ੍ਹਾਂ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਸਾਰੇ ਬੜੇ ਮਹਾਨ, ਸਾਨੂੰ ਤੇ ਸ਼ਬਦ ਵੀ ਨਹੀਂ ਲੱਭਦੇ ਉਹਨਾਂ ਦੀ ਮਹਾਨਤਾ ਦੱਸਣ ਲਈ। ਤੇ ਉਹਨਾਂ 'ਚ ਕਬੀਰ ਜੀ ਦੇ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ, ਤੇ ਉਸ ਸਮੇਂ ਅੰਦਰ ਜਿਸ ਬੇਬਾਕੀ ਨਾਲ ਉਹਨਾਂ ਨੇ ਮੁਸਲਮਾਨ, ਹਿੰਦੂ, ਵੈਰਾਗੀ, ਜੋਗੀ, ਸਾਰੇ ਤਰ੍ਹਾਂ ਦੇ ਜਿਹੜੇ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਜਾਂ ਮਜ਼ਹਬਾਂ ਦੇ ਵਿੱਚ ਕਰਮ ਕਾਂਡ ਤੇ ਭਰਮ ਭੁਲੇਖੇ ਸੀ, ਉਹਨਾਂ ਨੂੰ ਜਿਸ ਬੇਬਾਕੀ ਨਾਲ ਉਹਨਾਂ ਨੇ ਡਾਇਰੈਕਟ ਸ਼ਬਦ ਵਰਤ ਕੇ ਵੰਗਾਰਿਆ, ਉਹ ਇਹ ਭਗਤ ਕਬੀਰ ਜੀ ਦੀ ਬਹੁਤ ਵੱਡੀ ਵਿਲੱਖਣਤਾ। ਉਹਨਾਂ ਦੇ ਵਿੱਚੋਂ ਹੀ ਅੱਜ ਵੀ ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਵਿੱਚ ਖਾਸ ਤੌਰ ਤੇ ਜਿੱਥੇ ਵੀ ਭਾਈਚਾਰਾ ਵਿਚਰਦਾ ਆ, ਇਹਨਾਂ ਦੇ ਵਿੱਚ ਮੂਰਤੀ ਪੂਜਾ ਜਿਹੜੀ ਆ ਉਹ ਬੜੀ ਪ੍ਰਚਲਿਤ ਆ। ਤੇ ਉਸ ਮੂਰਤੀਆਂ
ਕਈ ਤਰ੍ਹਾਂ ਦੀਆਂ ਆ, ਪੱਥਰਾਂ ਦੀਆਂ ਮੂਰਤੀਆਂ ਨੇ, ਮਿੱਟੀ ਦੀਆਂ ਮੂਰਤੀਆਂ ਨੇ, ਸੋਨੇ ਚਾਂਦੀ ਤੇ ਕਾਂਸੀ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਮੂਰਤੀ ਕੋਈ ਵੀ ਹੋਵੇ, ਪਰ ਬਹੁਤ ਵੱਡੀਆਂ ਵੱਡੀਆਂ ਮੂਰਤਾਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ ਪੱਥਰਾਂ ਦੀਆਂ। ਤੇ ਉਹ ਕਬੀਰ ਜੀ ਨੇ ਉਹ ਉੱਥੇ ਇਸੇ ਗੱਲ ਦਾ ਜ਼ਿਕਰ ਕੀਤਾ ਆ ਕਿ ਅਸਲ ਦੇ ਵਿੱਚ ਇਹ ਨਿਰਜਿੰਦ ਚੀਜ਼ਾਂ ਜਿਹੜੀਆਂ ਪੱਥਰ ਦੀ ਮੂਰਤੀ ਆਪੇ ਹੀ ਮਨੁੱਖ ਬਣਾ ਲੈਂਦਾ, ਘੜ ਲੈਂਦਾ ਆ ਤੇ ਆਪੇ ਹੀ ਉਹਨੂੰ ਭਗਵਾਨ ਸਮਝ ਲੈਂਦਾ, ਤੇ ਉਹਨਾਂ ਦੇ ਅੱਗੇ ਫੁੱਲ ਵੀ ਚੜਾਏ ਜਾਂਦੇ, ਉਹਨਾਂ ਨੂੰ ਭੋਗ ਵੀ ਲਵਾਏ ਜਾਂਦੇ, ਉਹਨਾਂ ਤੇ ਬਸਤਰ ਵੀ ਪਾਏ ਜਾਂਦੇ। ਪਰ ਜਿਹੜੀ ਮਨੁੱਖਤਾ ਜਿਉਂਦੇ ਜਾਗਦੀਆਂ ਮੂਰਤੀਆਂ ਜਿਨ੍ਹਾਂ ਵਿੱਚ ਪਰਮਾਤਮਾ ਦੀ ਜੋਤ ਵਸਦੀ ਆ, ਉਹਨਾਂ ਦੇ ਉਹ ਸਾਹਮਣੇ ਰੋਲਦੇ ਫਿਰਦੇ ਆ, ਉਹਨਾਂ ਨੂੰ ਮੰਗਿਆਂ ਵੀ ਝਿੜਕਾਂ ਮਿਲਦੀਆਂ ਨੇ। ਤੇ ਇਸ ਗੱਲ ਕਰਕੇ ਕਬੀਰ ਜੀ ਨੇ ਇਸ ਸ਼ਬਦ ਦੇ ਵਿੱਚ ਬੜੇ ਸੁੰਦਰ ਤਰੀਕੇ ਨਾਲ ਦੱਸਿਆ, ਪਾਤੀ ਤੋਰਾ ਮਾਲਨੀ ਪਾਤੀ ਪਾਤੀ ਜੀਓ, ਕਿ ਮਾਲਨ ਜਿਹੜੀ ਆ ਇਹ ਫੁੱਲ ਤੋੜਦੀ ਆ, ਪੱਤੇ ਤੋੜਦੀ ਆ, ਤੇ ਉਹਨਾਂ ਸਾਰਿਆਂ ਪੱਤਿਆਂ ਦੇ ਵਿੱਚ ਜੀਵ ਆਤਮਾ ਆ। ਜਿਸ ਪਾਹਨ ਕੋ ਪਾਤੀ ਤੋਰਾ ਸੋ ਪਾਹਨ ਨਿਰਜੀਓ, ਪਰ ਜਿਸ ਪੱਥਰ ਵਾਸਤੇ, ਮੂਰਤੀ ਵਾਸਤੇ ਉਹ ਫੁੱਲ ਪੱਤੇ ਜਿਉਂਦੇ ਜਾਗਦੇ ਤੋੜ ਰਹੀ ਆ, ਉਹ ਤੇ ਨਿਰਜਿੰਦ ਆ, ਉਹਦੇ ਚ ਤੇ ਜੀਵ ਹੀ ਹੈ ਨਹੀਂ। ਉਹ ਤੇ ਇਸ ਕਰਕੇ ਜਿਸ ਪਾਹਨ ਕੋ ਪਾਤੀ ਤੋਰਾ ਸੋ ਪਾਹਨ ਨਿਰਜੀਓ, ਭੂਲੀ ਮਾਲਨੀ ਹੈ ਇਉ ਸਤਿਗੁਰ ਜਾਗਤਾ ਹੈ ਦਿਓ। ਇਹ ਰਹਾਉ ਦੀਆਂ ਪੰਕਤੀਆਂ ਨੇ। ਜਿਵੇਂ ਵੀਰ ਸੁੱਚਾ ਸਿੰਘ ਜੀ ਹੋਰਾਂ ਨੇ ਕਿਹਾ ਸੀ ਕਿ ਸੈਂਟਰਲ ਆਈਡੀਆ ਜਿਹੜਾ ਉਹ ਤੇ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ 'ਚ ਹੀ ਹੁੰਦਾ ਆ। ਤੇ ਇਹਦੇ 'ਚ ਦੱਸਿਆ ਭੁੱਲੀ ਮਾਲਨੀ ਹੈ ਇਉਂ ਵੀ ਜਿਹੜੀ ਮਾਲਨ ਆ ਇਸ ਤਰ੍ਹਾਂ ਭੁੱਲੀ ਹੋਈ ਆ ਕਿ ਨਿਰਜਿੰਦ ਦੀ ਪੂਜਾ ਕਰ ਰਹੀ ਆ ਤੇ ਜਿੰਦ ਜਿਹੜੀ ਉਹਨੂੰ ਤੋੜ ਰਹੀ, ਉਹਦੇ ਤੋਂ ਨਿਸ਼ਾਵਰ ਕਰ ਰਹੀ ਆ। ਤੇ ਇੱਥੇ ਇਹ ਗੱਲ ਇੱਕ ਤੇ ਨਹੀਂ, ਇਹ ਸਾਰੀ ਉਸ ਮਨੁੱਖਤਾ ਵਾਸਤੇ ਆ ਜਿੱਥੇ ਵੀ ਸਾਰੇ ਲੋਕਾਂ ਵਾਸਤੇ ਆ ਜਿਹੜੇ ਵੀ ਜਿਉਂਦੇ ਜਾਗਦਿਆਂ ਦੇ ਕਈ ਵਾਰ ਝਿੜਕਾਂ ਪੈਂਦੀਆਂ ਨੇ। ਹੁਣ ਸਾਰੇ ਥਾਵਾਂ ਤੇ ਹਾਲਤ ਬਹੁਤਾ ਜ਼ਿਆਦਾ, ਕਿਤੇ ਫਰਕ ਨਹੀਂ, ਕਿਤੇ ਥੋੜਾ ਕਿਤੇ ਜ਼ਿਆਦਾ, ਪਰ ਹੈ ਸਭ ਥਾਵਾਂ ਤੇ ਐਸਾ ਹੋ ਗਿਆ ਆ ਕਿ ਧੱਕੇ ਪੈਂਦੇ ਨੇ ਗਰੀਬਾਂ ਨੂੰ। ਉਹਨਾਂ ਨੂੰ ਕਈ ਵਾਰ ਝਿੜਕਾਂ ਬੇਅਰਥ ਹੀ ਪੈ ਜਾਂਦੀਆਂ ਨੇ ਤੇ ਵੱਡਿਆਂ ਨੂੰ ਜਿਹੜਾ ਮਾਨ ਸਨਮਾਨ ਜ਼ਿਆਦਾ ਦਿੱਤਾ ਜਾਂਦਾ। ਤੇ ਇਹ ਗੱਲ ਸਾਨੂੰ ਸਮਝਾਈ ਆ ਕਬੀਰ ਜੀ ਨੇ, ਭੁੱਲੀ ਮਾਲਨੀ ਹੈ ਇਉਂ ਸਤਿਗੁਰ ਜਾਗਤਾ ਹੈ ਦਿਓ, ਕਿ ਜਿਹੜਾ ਸਤਿਗੁਰੂ ਆ, ਜਿਹੜਾ ਪਰਮਾਤਮਾ ਆ, ਵਾਹਿਗੁਰੂ ਆ, ਉਹ ਤੇ ਸਦਾ ਹੀ ਜਾਗਦਾ ਆ। ਉਹ ਤੇ ਹਰ ਥਾਂ ਤੇ ਉਹ ਹੈਗਾ ਆ। ਤੇ ਇਸ ਕਰਕੇ ਉਹਨਾਂ ਨੇ ਫਿਰ ਅੱਗੇ ਸ਼ਬਦ 'ਚ ਕਿਹਾ ਕਿ ਜਿਹੜੇ ਬ੍ਰਹਮਪਾਤੀ ਬਿਸੰਡਾਰੀ ਫੂਲ ਸ਼ੰਕਰ ਦਿਓ, ਕਿ ਜਿਹੜੇ ਇਹ ਫੁੱਲਾਂ ਦਾ ਬੂਟਾ ਆ, ਇਹਦੇ ਜਿਹੜੇ ਪੱਤੇ ਆ ਉਹ ਸਮਝ ਲਓ ਬ੍ਰਹਮਾ ਦੇਵਤਾ ਆ, ਬ੍ਰਹਮਪਾਤੀ ਤੇ ਵਿਸ਼ੰਡਾਰੀ ਤੇ ਵਿਸ਼ਨੂੰ ਜਿਹੜਾ ਆ ਉਹ ਇਹ, ਕਿਉਂਕਿ ਦੇਵਤੇ ਤਿੰਨ ਬੜੇ ਪ੍ਰਸਿੱਧ ਆ ਨਾ, ਵਿਸ਼ਨੂੰ ਬ੍ਰਹਮਾ ਸ਼ਿਵ। ਤੇ ਕਹਿੰਦੇ ਕਿ ਉਹ ਜਿਹੜੀਆਂ ਟਾਹਣੀਆਂ ਨੇ ਇਹ ਸਮਝ ਲਓ ਕਿ ਵਿਸ਼ਨੂੰ ਆ, ਤੇ ਫੂਲ ਸ਼ੰਕਰ ਦੇ ਉਹ ਜਿਹੜੇ ਫੁੱਲ ਆ ਉਹ ਸਮਝ ਲਓ ਕਿ ਸ਼ਿਵ ਜੀ ਆ, ਸ਼ੰਕਰ ਭਗਵਾਨ ਆ। ਤੀਨ ਦਿਓ ਪ੍ਰਤੱਖ ਤੋਰਨ ਕਰਾਂ ਕਿਸ ਕੀ ਸੇਵ, ਕਿ ਤਿੰਨ ਦੇਵਤੇ ਤੇ ਤੂੰ ਪ੍ਰਤੱਖ ਹੀ ਤੋੜ ਰਹੀ ਆ, ਵੀ ਪੱਤੇ ਤੋੜ ਰਹੀ ਆ, ਟਾਹਣੀਆਂ ਤੋੜ ਰਹੀ, ਫੁੱਲ ਤੋੜ ਰਹੀ, ਤੇ ਸੇਵਾ ਕਿਹੜੇ ਦੇਵਤੇ ਦੀ ਕਰਨੀ ਆ। ਪਾਪਾ ਬੜੇ ਬਾਕੀ ਨਾਲ ਵਿਅੰਗ ਨਾਲ ਉਹਨਾਂ ਨੇ ਸਮਝਾਇਆ। ਤੋਂ ਇਹ ਕਬੀਰ ਜੀ ਦਾ ਸਾਰੀ ਬਾਣੀ 'ਚ ਇਸੇ ਤਰ੍ਹਾਂ ਆ। ਤੇ ਉਹਨਾਂ ਨੇ ਜਿੱਥੇ ਇਹਨਾਂ ਕਰਮ ਕਾਂਡਾਂ ਦਾ ਖੰਡਨ ਕੀਤਾ ਆ, ਉੱਥੇ ਕਬੀਰ ਜੀ ਨੇ ਇੱਕ ਗੱਲ ਹੋਰ ਜਿਹੜੀ ਮੇਰੇ ਮਨ 'ਚ ਆ ਰਹੀ ਸੀ ਉਹ ਮੈਂ ਕਰ ਲੈਂਦਾ ਆ, ਕਿ ਅੱਜ ਕੱਲ ਵੀ ਅਸੀਂ ਜਿਹੜੇ ਬਾਣੀ ਪੜ੍ਹਨ ਵਾਲੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਬਹੁਤ ਸਾਰੇ ਭੁਲੇਖਿਆਂ 'ਚ ਰਹਿ ਜਾਂਦੇ। ਉਹਨਾਂ 'ਚ ਇੱਕ ਕਬੀਰ ਜੀ ਦਾ ਸ਼ਲੋਕ ਬੜਾ ਪਿਆਰਾ ਆ, ਕਬੀਰ ਸਿੱਖ ਆਖਾ ਕੀਏ ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕਉ ਬੀਚੈ ਅਟਕਿਓ ਚੀਤ। ਤੇ ਇਹਦਾ ਮਤਲਬ ਇਹੋ ਹੀ ਆ ਕਿ ਕੁਛ ਧਾਰਮਿਕ ਤੌਰ ਤੇ ਕੋਈ ਪਦਵੀ ਧਾਰਨ ਕਰਕੇ, ਆਗੂ ਬਣ ਕੇ, ਕੋਈ ਸੰਤ ਮਹਾਤਮਾ ਬਣ ਕੇ ਆਪਣੇ ਚੇਲੇ ਬਣਾ ਲਏ। ਸਿੱਖ ਸ਼ਾਖਾ ਬਹੁਤੇ ਕੀਏ, ਟਾਹਣੀਆਂ ਸਮਝ ਲਓ, ਕੇਸੋ ਕੀਓ ਨਾ ਮੀਤ,
ਕਿ ਪ੍ਰਮਾਤਮਾ ਦੇ ਨਾਲ ਜੋੜਿਆ ਹੀ ਨਹੀਂ ਸੰਬੰਧ। ਚਾਲੇ ਥੇ ਹਰ ਮਿਲਨ ਕਉ, ਵਿਚੇ ਅਟਕਿਓ ਚੀਤ, ਚੱਲੇ ਤੇ ਸੀ ਪ੍ਰਮਾਤਮਾ ਨੂੰ ਮਿਲਣ ਤੇ ਇਹਨਾਂ ਚੇਲਿਆਂ ਚਾਟੜਿਆਂ ਦੇ ਵਿੱਚ ਹੀ ਅਟਕ ਗਏ। ਤੇ ਇਹ ਕਈ ਵਾਰ ਅਫਸੋਸ ਹੁੰਦਾ ਹੈ ਕਿ ਸਾਡੇ ਗੁਰੂ ਸਾਹਿਬ ਜੀ ਦਾ ਜਿਹੜਾ ਪਿਆਰਾ ਉਪਦੇਸ਼ ਸੀਗਾ ਕਿ ਆਪਣੀ ਹਉਮੈ ਨੂੰ ਗਵਾਉਣਾ ਆ, ਤੇ ਉਹਦੀ ਥਾਂ ਤੇ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਗੁਰੂ ਬਣ ਬੈਠੇ ਆ, ਤੇ ਸਿੱਖਾਂ ਕੋਲੋਂ ਮੱਥੇ ਟਿਕਾਈ ਜਾਂਦੇ ਆ, ਸਿੱਖ ਬੰਦਿਆਂ ਨੂੰ ਮੱਥੇ ਟੇਕੀ ਜਾਂਦੇ ਆ। ਉਹ ਆਪਸ ਦੇ ਵਿੱਚ ਉਹ ਜਿੱਧਰ ਜਾਣਾ ਸੀ ਉਹ ਰਸਤਾ ਜਿਹੜਾ ਵਿਛੜ ਗਿਆ। ਬਾਕੀ ਇਹ ਕਰ ਲਾਂਗੇ ਵਿਚਾਰ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ, ਬਿਊਟੀਫੁਲੀ ਐਕਸਪਲੇਨਡ। ਬਹੁਤ ਅੱਛਾ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੇ ਹਾਂਜੀ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ, ਤੁਸੀਂ ਕਹਿੰਦੇ ਸੀ ਤੁਸੀਂ ਕਬੀਰ ਜੀ ਦੇ ਮੁੱਢਲੇ ਜੀਵਨ ਦੇ ਉੱਤੇ ਜਿਹੜਾ ਝਾਤ ਪਾਉਂਗੇ ਤੇ ਸਾਡੇ ਨਾਲ ਆਪਦੇ ਵਿਚਾਰ ਸ਼ੇਅਰ ਕਰੋਗੇ ਜੀ। ਹਾਂਜੀ, ਮੁੱਢਲੇ ਜੀਵਨ ਬਾਰੇ ਇਹ ਹੈ ਜੀ ਕਿ ਇਹ ਆਪਣਾ ਬਨਾਰਸ ਦੇ ਨੇੜੇ ਤੇਰੇ ਇੱਕ ਲਹਿਰ ਤਲਾਬ ਜਗ੍ਹਾ ਹੈ, ਲਹਿਰ ਤਲਾਬ ਬਨਾਰਸ ਦੇ ਨੇੜੇ ਹੈ। ਉੱਥੇ 1398 ਈਸਵੀ ਚ ਦਾ ਜਨਮ ਮੰਨਿਆ ਗਿਆ ਹੈ। ਔਰ ਇੱਕ ਵਿਧਵਾ ਬ੍ਰਾਹਮਣੀ ਸੀ, ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਔਰ ਉਹਨੂੰ ਸਮਾਜ ਦੀ ਕਰੋਪੀ ਕਾਰਨ ਕਿ ਮੈਂ ਤੇ ਵਿਧਵਾ ਹੈਗੀ ਆ ਤੇ ਬੱਚਾ ਹੋ ਗਿਆ, ਤੇ ਇਹ ਨਾ ਉੱਥੇ ਲਹਿਰ ਤਲਾਬ ਦੇ ਨੇੜੇ ਇੱਕ ਬੱਚੇ ਨੂੰ ਛੱਡ ਆਈ ਜਿਹੜਾ ਨਵਾਂ ਜੰਮਿਆ ਸੀ। ਉੱਥੇ ਇੱਕ ਨੀਰੂ ਜੁਲਾਹਾ ਸੀ ਮੁਸਲਮਾਨ, ਉਸਨੇ ਨਿਰਸੰਤਾਨ ਸੀ, ਉਹ ਘਰ ਲੈ ਗਿਆ ਤੇ ਉਹਦੀ ਪਤਨੀ ਸੀ ਨੀਮਾ। ਨੀਮਾ ਨੇ ਉਸਨੂੰ ਫਿਰ ਇਹਨਾਂ ਦੋਨਾਂ ਨੇ ਰਲ ਕੇ, ਨੀਰੂ ਤੇ ਨੀਮਾ ਨੇ ਇਹਨਾਂ ਨੂੰ ਪਾਲਿਆ। ਔਰ ਇਹਨਾਂ ਦਾ ਪਹਿਲਾ 2 ਸੰਸਕ੍ਰਿਤੀਆਂ ਦਾ ਇਹਨਾਂ ਦੇ ਜੀਵਨ ਚ ਸੁਮੇਲ ਹੋਇਆ, ਇੱਕ ਹਿੰਦੂ ਸੰਸਕ੍ਰਿਤੀ ਤੇ ਮੁਸਲਮਾਨ ਸੰਸਕ੍ਰਿਤੀ, ਕਿਉਂਕਿ ਮੁਸਲਮਾਨ ਜੋੜੇ ਨੇ ਇਹਨਾਂ ਨੂੰ ਪਾਲਿਆ ਸੀ। ਔਰ ਉਸ ਵੇਲੇ ਜਦੋਂ ਇਹਨਾਂ ਜਨਮ ਹੋਇਆ, ਜਿਹੜੀ ਸਧਾਰਨ ਜਨਤਾ ਹੈ ਉਹ ਬ੍ਰਾਹਮਣੀ ਵਿਚਾਰਧਾਰਾ ਕਰਕੇ ਦੁਖੀ ਸੀ। ਔਰ ਕਈ ਜਿਹੜੇ ਧਰਮ ਨੇ, ਜੈਨ ਮਤ, ਬੁੱਧ ਮਤ, ਨਾਥ ਮਤ, ਉਹ ਬ੍ਰਾਹਮਣੀ ਜੂਲੇ ਤੋਂ ਮੁਕਤ ਹੋ ਚੁੱਕੇ ਸਨ। ਇਸ ਸਮੇਂ ਹੇਠਲੀਆਂ ਜਾਤਾਂ ਚੋਂ ਕਈ ਮਹਾਂਪੁਰਸ਼ ਪੈਦਾ ਹੋਏ ਨੇ ਜਿਨ੍ਹਾਂ ਨੇ ਸਿੱਧ ਕੀਤਾ ਕਿ ਮਨੁੱਖ ਕਰਮ ਕਰਕੇ ਮਹਾਨ ਹੈ, ਜਨਮ ਕਰਕੇ ਨਹੀਂ। ਇਸ ਤਰ੍ਹਾਂ ਇਹ ਭਗਤੀ ਲਹਿਰ ਪੈਦਾ ਹੋਈ ਸੀ ਇਹੋ ਜਿਹੇ ਮਹਾਂਪੁਰਸ਼ਾਂ ਦੁਆਰਾ। ਔਰ ਇਸ ਲਹਿਰ ਨੇ, ਜਿਹੜੀ ਭਗਤੀ ਲਹਿਰ ਹੈ, ਉਹਦਾ ਮੁੱਖ ਕਰਮ ਜਿਹੜਾ ਹੈ ਬ੍ਰਾਹਮਣਵਾਦ ਦੀ ਨਿੰਦਾ ਕਰਨਾ। ਔਰ ਇਹ ਭਗਤ ਆਖਦੇ ਨੇ ਸਾਨੂੰ ਸੱਚ ਦੀ ਤਲਾਸ਼ ਕਰਨੀ ਚਾਹੀਦੀ ਹੈ ਤੇ ਮਨੁੱਖ ਜਿਹੜਾ ਹੈ ਉਹ ਸੁਤੰਤਰ ਹੈ। ਔਰ ਜਿਹੜੇ ਰੀਤੀ ਰਿਵਾਜ ਨੇ ਉਹਨਾਂ ਦੀ ਪੁੱਛ ਪੜਤਾਲ ਕਰਨੀ ਚਾਹੀਦੀ। ਇਹ ਨਹੀਂ ਕਿ ਅੰਨ੍ਹੇਵਾਹ ਜਿਹੜੀ ਰੀਤੀ ਚਲੀ ਆ ਰਹੀ ਹੈ ਉਹਨੂੰ ਅਪਣਾਈ ਜਾਓ। ਭਗਤੀ ਲਹਿਰ ਨੇ ਆਖਿਆ ਹਰ ਰੀਤੀ ਰਿਵਾਜ ਦੀ ਪੁੱਛ ਪੜਤਾਲ ਕਰੋ। ਔਰ ਜ਼ਾਤ ਪਾਤ ਦੀ ਇਹਨਾਂ ਨਖੇਦੀ ਕੀਤੀ ਹੈ ਭਗਤੀ ਲਹਿਰ ਨੇ। ਔਰ ਔਰਤ ਦੀ ਰੂਹਾਨੀ ਸ਼ਕਤੀ ਨੂੰ ਇਹਨਾਂ ਨੇ ਮੰਨਿਆ ਹੈ। ਇਸ ਤਰ੍ਹਾਂ ਇਹ ਭਗਤੀ ਲਹਿਰ ਜਿਹੜੀ ਹੈ ਇਹ ਚੱਲੀ ਹੈ। ਔਰ ਜਿਹੜੇ ਕਬੀਰ ਜੀ ਨੇ, ਉਹਨਾਂ ਨੇ ਕਿਹਾ ਕਿ ਕਾਜ਼ੀ ਮੁੱਲਾ ਛਾੜੇ ਦੋ, ਹਮਰਾ ਝਗੜਾ ਰਾਹ ਨਾ ਕਹੋ। ਭਈ ਕਾਜ਼ੀ ਜਿਹੜੇ ਨੇ ਮੁੱਲਾ, ਇਹਨਾਂ ਨੂੰ ਮੈਂ ਛੱਡ ਦਿੱਤਾ ਹੈ। ਮੇਰੀ ਜ਼ਿੰਦਗੀ ਦੇ ਝਗੜੇ ਪਾਉਣ ਵਾਲੇ ਇਹੀ ਸਨ। ਮੇਰਾ ਝਗੜਾ ਹੀ ਖਤਮ ਹੋ ਗਿਆ। ਮੈਂ ਕਾਜ਼ੀ ਮੁੱਲਾ ਦਾ ਜਿਹੜਾ ਮੈਂ ਫਾਲੋਇੰਗ ਕਰਦਾ ਸੀ ਉਹ ਛੱਡਤੀ ਹੈ। ਇਸ ਤਰ੍ਹਾਂ ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਵੀ ਮਨੁੱਖ ਨੂੰ ਬੜਾ ਗਿਆਨ ਦਿੱਤਾ ਹੈ। ਖਾਸ ਤੌਰ ਤੇ 2 ਸਰੂਪ ਮਨੁੱਖ ਦੇ ਉਹਨਾਂ ਨੇ ਪੇਸ਼ ਕੀਤੇ ਨੇ। ਇੱਕ ਹੈ ਵਧੀਆ ਮਨੁੱਖ, ਇੱਕ ਹੈ ਘਟੀਆ ਮਨੁੱਖ। ਉਹਨਾਂ ਦਾ ਅੰਦਾਜ਼ ਦੇਖੋ ਕਿੰਨਾ ਵਧੀਆ ਹੈ। ਉਹਨਾਂ ਨੇ ਕਿਹਾ
ਕਿ ਜਿਹੜਾ ਇੱਕ ਘਟੀਆ ਜਿਹੜਾ ਸਰੂਪ ਹੈ ਉਹ ਕੁਰੂਪ, ਕੁਜਾਤ ਤੇ ਕੁਲੱਖਣੀ, ਇਹ ਸ਼ਬਦ ਉਹਨਾਂ ਵਰਤੇ। ਔਰ ਉਹ ਕਹਿੰਦੇ ਨੇ, ਉਹਨਾਂ ਦਾ ਇੱਕ ਅੰਦਾਜ਼ ਹੈ, ਉਹ ਕਹਿੰਦੇ ਨੇ ਮੇਰੀ ਪਹਿਲੀ ਪਤਨੀ ਸੀਗੀ, ਉਹ ਬੜੀ ਬੁਰੀ ਸ਼ਕਲ ਵਾਲੀ ਸੀ, ਨੀਵੀਂ ਜਾਤ ਵਾਲੀ ਸੀ, ਭੈੜੇ ਵਤੀਰੇ ਵਾਲੀ ਸੀ, ਤੇ ਸਹੁਰੇ ਪਰਿਵਾਰ ਬੁਰੀ ਸੀ ਮੇਰੀ ਪਹਿਲੀ ਪਤਨੀ। ਉਹ ਕਹਿੰਦੇ ਨੇ ਹੁਣ ਮਰ ਗਈ ਹੈ ਤੇ ਮੈਂ ਨਵਾਂ ਵਿਆਹ ਕਰ ਲਿਆ। ਹੁਣ ਮੇਰੀ ਜਿਹੜੀ ਪਤਨੀ ਹੈ ਉਹ ਬੜੇ ਸਰੂਪ ਵਾਲੀ ਹੈ, ਬੜੀ ਸੁਜਾਤ ਹੈ ਔਰ ਸੁਲੱਖਣੀ ਹੈ। ਉਹਨਾਂ ਨੇ ਇਸ ਤਰੀਕੇ ਨਾਲ ਇੱਕ ਵੱਖਰੇ ਅੰਦਾਜ਼ ਵਿੱਚ ਜਿਹੜੇ ਮਨੁੱਖ ਦੇ ਔਗਣਾ ਭਰੀ ਗੱਲ ਸੀ, ਉਹ ਜਿਹੜਾ ਮਨੁੱਖ ਅੰਦਰ ਔਗਣ ਵਾਲਾ ਹੁੰਦਾ ਹੈ, ਜਿਹੜਾ ਕਿ ਬੜਾ ਕਰੂਪ ਹੈ ਔਰ ਜਿਹੜਾ ਵਿਵੇਕ ਵਾਲਾ ਹੁੰਦਾ ਹੈ, ਉਹ ਕਹਿੰਦੇ ਨੇ ਉਹ ਮਨੁੱਖ ਮੈਂ ਛੱਡਤਾ, ਹੁਣ ਮੈਂ ਵਧੀਆ ਮਨੁੱਖ ਦੀ ਦਸ਼ਾ ਵਿੱਚ ਆ ਗਿਆ ਹਾਂ। ਇਸ ਤਰ੍ਹਾਂ ਉਹਨਾਂ ਦਾ ਅੰਦਾਜ਼ ਜਿਹੜਾ ਉਹ ਬਹੁਤ ਹੀ ਵਿਲੱਖਣ ਹੈ। ਉਹਨਾਂ ਨੇ ਕਿਹਾ ਇਹ ਜਿਹੜੀ ਮਾਇਆ ਹੈ, ਉਹ ਕਹਿੰਦੇ ਇਹ ਜਿਹੜੀ ਮਾਇਆ ਨਾ, ਇਹਨੇ ਮੇਰੇ को रब नू भुलाता है, या इन माया जगदीश गुजाई तुमरे चरण बसारे। फिर वो कहते हैं आड़े लोग बहुत पढ़ते ने, क्या पढ़िए, क्या सुनिए, क्या वेद पुराना सुनिए, पढ़े सुने क्या होई की होएगा, जिन्नियां तू किताबां पढ़ गया की होएगा, तू वेद पढ़ लिया, कड़े पढ़े सुने क्या होई। ਇਹ ਨਸੰਗ ਹੈ ਕਿਉਂ ਸਹਿਜ ਨਾ ਮਿਲਿਓ ਸੋਈ। ਜੇ ਤੂੰ ਆਪਣੇ ਆਪ ਨੂੰ ਪਛਾਣਿਆ ਨਹੀਂ, ਜੇ ਤੂੰ ਕਹੋ ਕਬੀਰ ਹਮ ਰਾਮ ਕੀ ਅੰਸ਼, ਜੇ ਤੂੰ ਪ੍ਰਭੂ ਦੀ ਅੰਸ਼ ਮੰਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੇ ਤੂੰ ਜੋਤ ਸਰੂਪ ਨੂੰ ਨਹੀਂ ਪਛਾਣਿਆ, ਆ ਤੇਰੇ ਜਿਹੜੇ ਪੜ੍ਹੇ ਲਿਖੇ ਇਹਦਾ ਕੋਈ ਫਾਇਦਾ ਨਹੀਂ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਪੜ ਪਰ ਗੱਡੀ ਲੱਦੀਏ, ਪੜੀਏ ਸਾਥ, पढ़िए जेते बनस्पत, पढ़िए जेते मात, पढ़िए जेती आरजा, पढ़िए जेते सास। नानक लेखे एक गल होर हौमे झगना जा। वो एक गल तो ये है भी तू उस मनुख, तू रब दा स्वरूप है। ये गल ते तू विचारी को नहीं, ते पढ़े तू पढ़ाई ते जोर दिता। इस तरह भगत कबीर ने कहा कि जब हम होते तब तुम नहीं, अब तुम हो हम नहीं, अब तू ही है हाँ ते तू नहीं, जे तू है तो मैं नहीं। इस तरह उन्होंने कहा अंधकार सुख कबू ना सोई है। जिहड़ा अज्ञानी मनुख है, जिन्हें दुबदावां ने डेरे लाए हुए ने, उन्होंने सुख नहीं नसीब होना। अज्ञान जिहड़ा है सब तो वड्डा मनाई वाला कर्म है। अंधकार सुख कबू न सोई है, राजा रंग दो मुल रोई है। ਜਿਹੜੀ ਐਡਮਿਨਿਸਟ੍ਰੇਸ਼ਨ ਹੈ ਅਗਿਆਨ ਦੇ ਵਿੱਚ, ਉਹ ਵੀ ਰੋਵੇਗੀ, ਰਾਜਾ ਵੀ ਰੋਏਗਾ ਤੇ ਪ੍ਰਜਾ ਵੀ ਰੋਏਗੀ। ਜਿਹੜੇ ਗਰੀਬ ਨੇ ਉਹ ਵੀ ਰੋਣਗੇ। ਔਰ ਕਬੀਰ ਨੇ ਬਹੁਤ ਅਲਾ ਅਲਾਨੀਆ ਕਿਹਾ, ਅਵਲ ਅੱਲਾ ਨੂਰ ਪਾਇਆ, कुदर के सब हम बंदे, कुदर के सब बंदे, एक नूर ते सब जो गुप्तिया, कौन भले को मंदे। देखो थैंक यू जी, थैंक यू डॉक्टर साहब, थैंक यू जी। दोबारा तो फिर आवांगे ਤੁਹਾਡੇ ਪਾਸ, ਬਾਕੀਆਂ ਦੇ ਵੀ ਵਿਚਾਰ ਸੁਣ ਲਈਏ। ਬਹੁਤ ਅੱਛਾ ਤੁਸੀਂ ਜਿਹੜਾ ਡਿਫਰੈਂਟ ਪਰਸਪੈਕਟਿਵ ਜਿਹੜਾ ਦੱਸਿਆ ਉਹਨਾਂ ਦੇ ਮੁੱਢ ਦੇ ਜੀ ਤੋਂ। ਹਾਂਜੀ ਡਾਕਟਰ ਕੁਲਵਿੰਦਰ ਸਿੰਘ ਜੀ, ਤੁਸੀਂ ਦੱਸੋ ਜਿਹੜਾ ਕੁਛ ਹਲੇ ਤੱਕ ਨਹੀਂ ਕਵਰ ਕੀਤਾ, ਹੋਰ ਬੜੇ ਐਸਪੈਕਟਸ ਨੇ ਉਹਨਾਂ ਦੇ, ਤਾਂ ਇੰਨੇ ਉਹਨਾਂ ਦੇ ਸ਼ਬਦ, ਇੰਨੀ ਉਹਨਾਂ ਦੀ ਬਾਣੀ, ਜਿਹੜਾ ਮਰਜ਼ੀ ਪੱਖੀ ਅਸੀਂ ਲੈ ਲਈਏ, ਇਟਸ ਜਸਟ ਅਮੇਜ਼ਿੰਗ। ਜ਼ਿੰਦਗੀ ਦੇ ਹਰੇਕ ਐਸਪੈਕਟ ਨੂੰ ਭਗਤ ਜੀ ਨੇ ਕਵਰ ਕੀਤਾ ਬਿਊਟੀਫੁਲੀ, ਬੜੀ ਜੁਰਤ ਦੇ ਨਾਲ, ਦਲੇਰੀ ਦੇ ਨਾਲ। ਤੇ ਸਮੇਂ ਦੇ ਰਾਜਸੀ ਤੇ ਜਿਹੜੇ ਧਾਰਮਿਕ ਆਗੂ ਸੀ ਉਹਨਾਂ ਨੂੰ ਵੀ ਵੰਗਾਰਾਂ ਪਾਈਆਂ, ਤੇ ਜਿਹੜਾ ਆਮ ਮਨੁੱਖ ਸੀ ਮਾਤੜ ਸਾਥੀ ਵਰਗਾ, ਉਹਨੂੰ ਵੀ ਸੁਚੇਤ ਕੀਤਾ, ਸਾਵਧਾਨ ਕੀਤਾ, ਇਹ ਭਾਈ ਜ਼ਿੰਦਗੀ ਦਾ ਆਪਦਾ ਮਕਸਦ ਸੰਭਾਲ, ਇਹ ਵੇਲਾ ਹੱਥੋਂ ਨਾ ਕੱਢ, ਇਹਨੂੰ ਪਰਪਸਫੁਲੀ, ਮੀਨਿੰਗਫੁਲੀ ਜੀ, ताकि तेरा जीवन सफला हो सके, क्योंकि मानस जन्म अमोल है। हाँ जी तुसी दसो डॉक्टर साहब आदि व्यू जी भगत जी दी लाइट तो। हाँ जी भगत जी ने जो आपने दसिया बेअंत शब्द ने गुरबाणी दे विच, ते जिन्हां शब्दां ने कई
ਕਹਿ ਲਓ ਮੇਰੇ ਮਨ ਦੇ ਜਿਹੜੇ ਸਵਾਲਾਂ ਦਾ ਜਵਾਬ ਦਿੱਤਾ, ਉਹ ਤੇ ਹਰ ਇੱਕ ਜਵਾਬ ਦਿੰਦਾ ਪਿਆ, ਪਰ ਕਈ ਵਾਰੀ ਘੁੰਡੀਆਂ ਫਸੀਆਂ ਹੁੰਦੀਆਂ ਜਿਹੜੀਆਂ ਨਿਕਲਦੀਆਂ ਨਹੀਂ। ਆਮ ਤੌਰ ਤੇ ਪੰਥ ਦੇ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਸ਼ਬਦ ਗੁਰੂ ਹੈ ਕਿ ਦੇ ਗੁਰੂ ਹੈ। ਅਸੀਂ ਸ਼ਬਦ ਨੂੰ ਮੰਨਣਾ ਹੈ ਕਿ ਦੇ ਨੂੰ ਮੰਨਣਾ ਹੈ। ਇਹਦੇ ਬਾਰੇ ਇੱਕ ਕਬੀਰ ਜੀ ਦਾ ਮੈਨੂੰ ਸ਼ਲੋਕ ਯਾਦ ਆ ਰਿਹਾ ਹੈ, ਜਦੋਂ ਤੋਂ ਮੈਨੂੰ ਉਹ ਤੋਂ ਕਲੀਅਰ ਹੋਇਆ ਕੁਝ ਕਹਿ ਲਓ, ਜਿੰਨਾ ਕੁ ਅਸੀਂ ਸਮਝ ਸਕਦੇ ਹਾਂ। ਕਬੀਰ ਦਾ ਸ਼ਲੋਕ ਆਉਂਦਾ ਹੈ, ਕਬੀਰ ਇਹ ਤਨ ਜਾਏਗਾ ਤੁਮਨੇ ਮਾਰਗ ਲਾਏ। ਸਰੀਰ ਨੇ ਤਾਂ ਅਖੀਰ ਤੱਕ ਵਿੰਸ ਜਾਣਾ ਇੱਕ ਦਿਨ, ਤੇ ਤਦ ਤੱਕ ਤੂੰ ਕੀ ਕਰ ਸਕਦਾ ਚੰਗੇ ਤੋਂ ਚੰਗਾ ਕੰਮ। ਤੇ ਉਹਦੇ ਵਿੱਚ ਉਹਨਾਂ ਨੇ ਦੋ ਆਪਸ਼ਨਸ ਦਿੱਤੀਆਂ, ਕੈ ਮੀਨਸ ਈਦਰ, ਭਾਵੇਂ ਤੇ ਤੂੰ ਕੈ ਸੰਗਤ ਕਰ ਸਾਧਕੀ, ਭਾਵੇਂ ਤੂੰ ਕਿਸੇ ਸਾਧੂ ਦੀ ਨਾਮ ਜਪਣ ਵਾਲੇ ਦੀ ਸੰਗਤ ਕਰ ਲੈ। ਉਹਦੇ ਵਿੱਚ ਗੁਰੂ ਜੀ ਵੀ ਆ ਜਾਂਦੇ ਨੇ ਸਾਰੇ, ਜਿਹੜਾ ਵੀ ਦੇ ਰੂਪ ਚ ਹੈਗਾ ਕੋਈ ਨਾਮ ਜਪਦਾ ਪਿਆ। ਤੇ ਕੈ ਹਰ ਕੇ ਗੁਣ ਗਾਏ। ਦੂਜਾ ਜਵਾਬ ਦਿੱਤਾ ਈਦਰ ਔਰ। ਕਹਿ ਦਾ ਮਤਲਬ ਭਾਵੇਂ ਇਹ ਕਰ ਲੈ ਭਾਵੇਂ ਇਹ ਕਰ ਲੈ, ਤੂੰ ਕੱਲੇ ਪਰਮਾਤਮਾ ਨੂੰ ਪਾਉਣ ਵਾਸਤੇ ਕੱਲੇ ਸ਼ਬਦ ਦਾ ਜਾਪ ਕਰੇਗਾ, ਤੈਨੂੰ ਪਰਮਾਤਮਾ ਫਿਰ ਹੀ ਮਿਲ ਜਾਏਗਾ। ਜਿਸ ਤਰ੍ਹਾਂ ਆਮ ਤੌਰ ਤੇ ਆਉਂਦਾ ਨਾ ਕਿ ਦੇਹਧਾਰੀ ਗੁਰੂ ਜ਼ਰੂਰੀ ਹੈ, ਆਮ ਕਿਹਾ ਗੁਰੂ ਕਬੀਰ ਜੀ ਨੇ ਇਹਦਾ ਖੰਡਨ ਕੀਤਾ ਕਿ ਕੱਲੇ ਤੁਸੀਂ ਸਿਮਰਨ ਕਰੇਗਾ ਕਹਿ ਹਰ ਕੇ ਗੁਣ ਗਾਏ, ਤੁਹਾਨੂੰ ਰੱਬ ਮਿਲ ਸਕਦਾ ਹੈ। ਪਰ ਦੂਜੇ ਪਾਸੇ ਜੇ ਤੂੰ ਚੰਗੇ ਸਾਧੂ ਦੀ ਸੰਗਤ ਕਰੇਗਾ, ਗੁਰੂ ਦੀ ਸੰਗਤ ਕਰੇਗਾ, ਤੇ ਉਹਦੇ ਨਾਲ ਤੁਹਾਨੂੰ ਮਿਲ ਸਕਦਾ ਹੈ। ਸੋ ਮੈਨੂੰ ਆਪਣੇ ਆਪ ਚ ਲੱਗਾ ਯੂ ਟੂ ਮੇ ਐਗਰੀ ਕਿ ਇਹ ਚ ਉਹਨਾਂ ਨੇ ਦੋਨੋਂ ਚੀਜ਼ਾਂ ਤੁਹਾਨੂੰ ਆਪਸ਼ਨ ਦੇ ਦਿੱਤੀਆਂ, ਏਦਾਂ ਕਰ ਲਓ ਜਾਂ ਏਦਾਂ ਕਰ ਲਓ, ਕੋਈ ਫਰਕ ਨਹੀਂ ਹੈਗਾ। ਸਿਮਿਲਰਲੀ ਜਿਸ ਤਰ੍ਹਾਂ ਆਮ ਸ਼ਬਦ ਆਉਂਦਾ ਹੈ, ਡਾਕਟਰ ਵਾਸੂ ਜੀ ਨੇ ਸ਼ਬਦ ਪੜਿਆ ਸੀ ਕਿ ਹਮਰਾ ਝਗੜਾ ਰਹਾ ਨਾ ਕਹੂ, ਪੰਡਤ ਬੋਲਣਾ ਛੱਡ ਦੇ ਦੋ। ਹਾਂਜੀ, ਪਹਿਲਾ ਸ਼ਬਦ ਆਇਆ ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਰਜੀਓ, ਭੂਲੀ ਮਾਲਨੀ ਆਇਓ ਸਤਿਗੁਰ ਚਾਲਤਾ ਹੈ ਬ੍ਰਹਮ ਪਾਤੀ ਬਿਸੰਦਾਰੀ। ਹਾਂਜੀ, ਇੱਥੋਂ ਤੱਕ ਹੀ ਲਿਖਤਾ ਸੀ ਵੀ ਦੇ ਕੇ ਛਾਤੀ ਪਾਓ, ਖਾਣ ਗੜ ਕੇ ਮੂਰਤ ਕੀ ਨਹੀਂ, ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸੱਚੀ ਹੈ ਤਾਂ ਉਹ ਗੜ ਦਾ ਹਾਰ ਖਾਓ। ਸੋ ਅਸੀਂ ਜਦੋਂ ਇਹਨਾਂ ਸ਼ਬਦਾਂ ਦੇ ਅਰਥ ਕਰਦੇ ਹਾਂ ਨਾ, ਅਸੀਂ ਸਾਰੇ ਹੀ, ਤੇ ਅਸੀਂ ਬਿਲਕੁਲ ਉਹਨਾਂ ਨੂੰ ਖੰਡਨ ਕਰ ਦਿੰਦੇ ਹਾਂ। ਹੁਣ ਮੇਰੇ ਮਨ 'ਚ ਇੱਕ ਸ਼ਬਦ ਆਇਆ, ਉਹ ਕਈ ਵਾਰੀ ਮੈਂ ਗੁਰਸਿੱਖਾਂ ਨਾਲ ਵਿਚਾਰ ਕੀਤਾ, ਉਹ ਸ਼ਬਦ ਦਾ ਬਹੁਤ ਘੱਟ ਹੈ। ਕਬੀਰ ਜੀ ਦਾ ਸ਼ਲੋਕ ਹੈਗਾ, ਸ਼ਬਦ ਸ਼ਲੋਕ ਹੈਗਾ, ਕਬੀਰ ਪ੍ਰੀਤ ਇੱਕ ਸਿਉ ਕੀਏ ਆਨੰਦ ਦੁਬਦਾ ਜਾ। ਤੂੰ ਇੱਕ ਨਾਲ ਪ੍ਰੇਮ ਪਾਣਾ, ਤੇਰੀਆਂ ਸਾਰੀਆਂ ਦੁਬਦਾ ਖਤਮ ਹੋ ਜਾਣਗੀਆਂ। ਅਗਲੀ ਪੰਕਤੀ ਜਿਹੜੀ ਹੈ ਨਾ, ਉਹ ਬਹੁਤ ਘੱਟ ਸੁਣਨ ਚ ਆਉਂਦੀ ਹੈ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮੁੰਡਾਏ, ਭਾਵੇਂ ਤੂੰ ਘੋਨ ਮੋਨ ਕਰਾ ਲੈ ਤੇ ਭਾਵੇਂ ਲੰਬੇ ਲੰਬੇ ਵਾਲ ਰੱਖ ਲੈ। ਜਿਹੜੀ ਅਖੀਰ ਤੇ ਅਵਸਥਾ ਮੈਟਰ ਕਰਦੀ ਹੈ ਨਾ, ਉਹ ਕੀ ਮੈਟਰ ਕਰਦਾ ਕਿ ਤੂੰ ਪਰਮਾਤਮਾ ਨਾਲ ਪ੍ਰੇਮ ਪਾਇਆ ਕਿ ਨਹੀਂ ਪਾਇਆ। ਸੋ ਕਹਿਣ ਦਾ ਮੇਰਾ ਮਕਸਦ ਸੀ ਕਿ ਜਦੋਂ ਵੀ ਕਿਸੇ ਧਰਮ ਤੇ ਉਹ ਕੁਐਸਚਨ ਹੁੰਦਾ ਹੈ ਨਾ, ਕੁਐਸਚਨ ਇਹ ਨਹੀਂ ਹੁੰਦਾ ਕਿ ਉਹਨੂੰ ਗਲਤ ਕਿਹਾ ਜਾ ਰਿਹਾ ਹੁੰਦਾ ਹੈ, ਪਰ ਉਸ ਤੋਂ ਉੱਪਰਲੀ ਅਵਸਥਾ ਬਾਰੇ ਕਿਹਾ ਰਿਹਾ ਹੁੰਦਾ, ਤੂੰ ਉੱਥੇ ਅੜਿਆ ਨਾ ਰਹੋ, ਕਿ ਤੂੰ ਉੱਥੇ ਅੜਿਆ ਨਾ ਰਹੋ। ਜਿਹੜੀ ਅਸਲੀ ਅਗਲੀ ਜਮਾਤ ਹੈਗੀ ਪ੍ਰੇਮ ਦੀ ਜਮਾਤ, ਉਹਦੇ ਵਿੱਚ ਹੀ ਦਾਖਲ ਹੈ, ਮੈਨੂੰ ਜਿਸ ਤਰ੍ਹਾਂ ਲੱਗਦਾ ਹੈ। ਸੋ ਇਸੇ ਤਰ੍ਹਾਂ ਕਬੀਰ ਜੀ ਦਾ ਹੋਰ ਸ਼ਬਦ ਆਉਂਦਾ ਹੈ, ਉਹ 'ਚ ਕਬੀਰ ਜੀ ਨੇ ਜਦੋਂ ਸਿੱਖ ਦੇ ਗੁਰੂ ਦੇ ਰਿਸ਼ਤੇ ਨੂੰ ਡਿਫਾਈਨ ਕੀਤਾ ਹੈ। ਪਹਿਲੇ ਸ਼ਲੋਕ 'ਚ ਆਉਂਦਾ ਕਬੀਰ ਜੀ ਦਾ, ਉਹ ਆਂਦਾ ਕਬੀਰ ਸਾਚਾ ਸਤਿਗੁਰੂ ਮੈਂ ਮਿਲਿਆ ਸ਼ਬਦ ਜੋ ਪਾਇਆ ਇੱਕ, ਲਾਗਤ ਹੀ ਭਾਈ ਗਿਰ ਪਰਾ ਕਰੇ ਜੇ ਸ਼ੇਰ। ਕਿ ਜੇ ਸੱਚਾ ਸਤਿਗੁਰੂ ਮਿਲ ਜਾਂਦਾ ਹੈ ਤੇ ਫਿਰ ਸਿੱਖ ਨੂੰ ਤੇ ਉਹ ਬਿਲਕੁਲ ਮੁਰਸ਼ਦ ਕਰਕੇ ਕਿਰਪਾ ਕਰ ਦਿੰਦਾ ਤੇ ਉਹਨੂੰ ਝੋੜ ਦਿੰਦਾ ਹੈ। ਪਰ ਦੂਜੇ ਪਾਸੇ ਅਗਲੇ ਸ਼ਲੋਕ 'ਚ ਕੀ ਕਹਿੰਦੇ ਨੇ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਨਾ ਲੱਗ ਗਈ ਜੇ ਬਾਂਸ ਬਣ ਗਿਆ ਫੋ। ਸੋ ਦੋਨੋਂ ਚੀਜ਼ਾਂ ਦੀ ਇੰਪੋਰਟੈਂਸ ਦੱਸਦੇ। ਗੁਰੂ ਦੀ ਇੰਪੋਰਟੈਂਸ ਤੇ ਹੈ ਹੀ ਹੈ ਵੈ, ਪਰ ਉਹਨਾਂ ਕਿਹਾ ਸਿੱਖ ਵੀ ਬਾਂਸ ਨਹੀਂ ਹੋਣਾ ਚਾਹੀਦਾ, ਕਿਉਂਕਿ ਸ਼ਲੋਕ ਆਉਂਦਾ ਨਾ, ਕਬੀਰ ਬਾਂਸ ਵਡਾਈ ਬੁੱਢਿਆ ਤੋ ਮਤ ਬੁੱਢੋ ਡੁਬੋ ਕੋਏ, ਚੰਦਨ ਕਿਆ ਨਿਕਤੇ ਬਸ ਹੈ ਬਾਂਸ ਸੁਗੰਧ ਨਾ ਹੋ। ਸੋ ਇਹ ਕਬੀਰ ਜੀ ਦੀ ਬਾਣੀ ਬੇਅੰਤ ਹੈਗੀ ਹੈ। ਹੁਣ ਜਿਹੜੀ ਮੈਂ ਆਪਣੇ ਆਪ ਤੇ ਜਿਹੜੀ ਗ੍ਰਸਤੀ ਅਤੇ ਸਾਡੇ ਨਾਲ ਡਿਪੈਂਡ ਲਾਗੂ ਆਉਂਦੀ ਹੈ, ਮੈਂ ਕਬੀਰ ਜੀ ਦੀ ਮਾਤਾ ਬਾਰੇ ਗੱਲ ਕਰਨੀ ਚਾਹੁੰਦਾ। ਕਬੀਰ ਜੀ ਦੀ ਮਾਤਾ ਤੇ ਆਂਦਾ ਸ਼ਬਦ ਮੁਸ ਮੁਸ ਰੋਵੇ ਕਬੀਰ ਕੀ ਮਾਈ। ਆਮ ਅਸੀਂ ਸੋਚਦੇ ਹਾਂ ਜਿਹੜਾ ਬੰਦਾ ਭਗਤੀ ਕਰਦਾ ਹੈ ਉਹਦੇ ਪਰਿਵਾਰ 'ਚ ਤਾਂ ਬੜੀ ਖੁਸ਼ੀ ਹੋਣੀ ਚਾਹੀਦੀ ਹੈ, ਬੜਾ ਆਨੰਦ ਖੇੜਾ ਹੋਣਾ ਚਾਹੀਦਾ ਹੈ। ਪਰ ਕਬੀਰ ਜੀ ਸੰਸਾਰੀ ਤੌਰ ਤੇ ਦੱਸਦੇ ਨੇ ਕਿ ਭਗਤਾਂ ਦੇ ਘਰ 'ਚ ਕੀ ਸਥਿਤੀ ਹੁੰਦੀ ਹੈ,
ਜਿੱਦਾਂ ਬਾਬਾ ਨਾਨਕ ਨੂੰ ਪਿਤਾ ਨੇ ਚਪੇੜਾਂ ਮਾਰੀਆਂ ਸੀ ਨਾ ਕਿ ਪੈਸੇ ਤੂੰ ਬਿਜ਼ਨਸ ਨਹੀਂ ਕੀਤਾ, ਸੰਸਾਰੀ ਬਿਜ਼ਨਸ ਨਹੀਂ ਕੀਤਾ, ਤੂੰ ਸੇਵਾ ਕਰ ਆਇਆ, ਤੇ ਕਬੀਰ ਨੂੰ ਵੀ ਏਦਾਂ ਉਹਦੀ ਮਾਰ ਹੁੰਦੀ ਹੈ। ਇਹ ਬਾਲਕ ਕੈਸੇ ਜੀਵੇ ਰਘੁਰਾਈ? ਮਾਂ ਕਹਿੰਦੀ ਮੈਨੂੰ ਬੜਾ ਫਿਕਰ ਹੈ, ਇਹ ਤਾਂ ਬਣੂਗੀ। तन्ना बुन्ना सब तक उस सरी कबीर हर का नाम लिख लियो, हर का नाम लिख लियो सरी कहंदी। सो इसी तरह एक होर शब्द आंदा है ਉਹਦੇ ਵਿੱਚ ਕਬੀਰ ਜੀ ਨੇ ਇੱਥੋਂ ਤੱਕ ਮਾਤਾ ਦੇ ਲਿਖਿਆ ਕਿ ਮਾਤਾ ਮੈਨੂੰ ਕਹਿੰਦੀ ਹੈ ਹਮਾਰੀ ਕੁਲ ਕੋਨੇ ਰਾਮ ਕਹਿਓ, ਨਾਮ ਕਹਿਓ। ਹਾਂ, ਉਹ ਕਹਿੰਦੀ ਸਾਡੇ ਕੁਲ ਵਿੱਚ ਕੰਮ ਸੀ, ਸਾਰੇ ਆਂਦੇ ਸੀ, ਮਿਹਨਤ ਕਰਦੇ ਸੀ, ਰੋਟੀ ਕਮਾਉਂਦੇ ਸੀ, ਬੱਚੇ ਪਾਲਦੇ ਸੀ, ਸੋਨਾ ਜੀਵਨ ਬਤੀਤ ਕਰਦੇ ਸੀ। ਇਹ ਕਿਹੋ ਜਿਹਾ ਪੁੱਤਰ ਜੰਮ ਪਿਆ? ਨਿਪੂਤ ਕਿਹਾ, 3 ਪੁੱਤਰ ਹੁੰਦੇ ਨੇ, ਇੱਕ ਪੁੱਤਰ, ਇੱਕ ਸਪੁੱਤਰ ਤੇ ਇੱਕ ਪੁੱਤਰ। ਇਹ ਤਿੰਨਾਂ ਤੋਂ ਵੱਖਰਾ ਜੀਵਨ। ਨਿਪੋਤਾ ਮਤਲਬ ਨਾ ਆ ਬਰਾਬਰ, ਇਹ ਨਾ ਚੰਗਾ ਨਾ ਬੜਾ ਨਾ ਆ। ਨਿਪੂਤਾ ਮੈਂ ਮਤਲਬ ਜੋ ਕੱਢਿਆ ਨਾ ਇਹਦਾ, ਸ਼ਾਇਦ ਗਲਤ ਹੋਵੇ ਜਾਂ ਠੀਕ ਹੋਵੇ, ਤੁਸੀਂ ਮੈਨੂੰ ਦੱਸ ਦਿਓ। ਜਬਕੀ ਮਾਲਾ ਲਈ ਨਿਪੂਤੇ ਹਮਾਰੀ ਕੁਲ ਕੋਨੇ ਰਾਮ ਕਿਉ, ਜਬਕੀ ਮਾਲਾ ਲਈ ਨਿਪੂਤੇ ਤਬ ਤੇ ਸੁੱਖ ਨਾ ਪਿਓ। ਮਾਂ ਕਹਿੰਦੀ ਮੈਂ ਸੁੱਖ ਨਹੀਂ ਵੇਖਿਆ। ਤੇ ਸੋ ਜਿਹੜੀ ਹੈ ਮੈਂ ਸਮਾਂ ਬਹੁਤ ਲੈ ਲਿਆ। ਹਾਂਜੀ, ਕੋਈ ਨਹੀਂ ਨਹੀਂ, ਤੁਹਾਡਾ ਪਰਸਪੈਕਟਿਵ ਠੀਕ ਹੈ। ਉਹ ਕਵਰੇਜ ਨਹੀਂ ਸੀ ਹੋਇਆ, ਬੜੀ ਅੱਛੀ ਤਰ੍ਹਾਂ ਤੁਸੀਂ ਕਵਰ ਕੀਤਾ ਇਹ ਜਿਹੜੇ ਐਸਪੈਕਟਸ ਨੇ। ਹਾਂਜੀ, ਜਿਹੜੇ ਇਹਨਾਂ ਦੇ ਨੇ। ਮੇਰਾ ਸੀ ਜੀ ਵੀ ਜਿਹੜੇ ਨਾ ਜਿਹੜਾ ਕਬੀਰ ਜੀ ਨੇ ਜਿਵੇਂ ਤੁਸੀਂ ਉਦਾਹਰਨਾਂ ਦਿੱਤੀਆਂ, ਜਿਹੜਾ ਭੇਖੀ ਜੀਵਨ ਸੀ ਨਾ ਜੀ, ਭੇਖੀ ਜੀਵਨ ਦਾ ਖੰਡਨ ਕੀਤਾ। ਭੇਖੀ ਜੀਵਨ ਨੂੰ ਖੰਡਨ ਕਰਕੇ ਤਾਂ ਉਹਨਾਂ ਨੇ ਤਾਂ ਬੜਾ ਕੁਛ ਕਿਹਾ। ਇੱਕ ਪਾਸੇ ਕਹਤਾ ਗਲੀ ਜਿਮਨਾ ਜਪਮਾਲੀਆਂ ਲੋਟੇ ਹੱਥ ਨਬੱਗ, ਕੋਈ ਹਰਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਹਾਂਜੀ, ਤੇ ਦੂਜੇ ਪਾਸੇ ਬ੍ਰਾਹਮਣ ਨੂੰ ਇਹ ਵੀ ਕਹਤਾ ਜੇ ਤੂੰ ਬ੍ਰਾਹਮਣੀ ਜਾਇਆ ਤਾਂ ਆਣ ਬਾਤ ਕਾਹੇ ਨਹੀਂ ਆਇਆ। ਹਾਂਜੀ, ਹੋਰ ਤੂੰ ਕੋਈ ਇਸ ਰਸਤੇ ਨਾ ਆਇਆ। ਵਾਹਿਗੁਰੂ ਦੇ ਪੈਦਾ ਕਰਨ ਦਾ ਜਿਹੜਾ ਨੈਚੁਰਲ ਤਰੀਕਾ ਹੈ ਉਹੀ ਹੈ। ਕੋਈ ਚੈਲੰਜ ਵੀ ਕੀਤਾ ਉਹਨੂੰ ਨਾਲ। ਤੇ ਦੂਜੇ ਪਾਸੇ ਜੇ ਮੁਸਲਮਾਨ ਸੀ ਉਹਨਾਂ ਨੂੰ ਕਹਤਾ ਸੁਨਤ ਕੀ ਇਹ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਹੀਏ। ਹਾਂਜੀ, ਵੀ ਅਰਧ ਸਰੀਰੀ ਨਾਰ ਨਾ ਛੋੜੇ ਤਾਤੇ ਹਿੰਦੂ ਹੀ ਰਹੀ ਹੈ। ਵੀ ਦੇਖੋ ਜਿਹੜਾ ਭੇਖੀ ਜੀਵਨ ਸੀ ਨਾ, ਜਿਹੜਾ ਕਰਮਕੰਡੀ, ਉਹਦੇ ਤੇ ਉਹਨਾਂ ਨੇ ਪੂਰੀ ਸੱਟ ਮਾਰੀ ਹੈ। ਤੇ ਨਾਲੇ ਕਹਤਾ ਕਬੀਰ ਮੁੱਲਾ ਮਨਾਰੇ ਕਿਆ ਚੜਾ ਸਾਈਂ ਨਾ ਬਹਿਰਾ ਹੋਏ, ਜਾ ਕਾਰਨ ਤੂੰ ਦਬਾਂਗ ਦੇ ਦਿਲ ਹੀ ਪੀਤਰ ਜੋਏ। ਆਏ ਅੰਦਰ ਝਾਤੀ ਮਾਰ ਆਪਦੇ ਭਗਤੀ ਦੀ ਐਨਕ ਲਾ ਕੇ, ਅੰਦਰ ਉਹਨੂੰ ਲੱਭ। ਹਾਂਜੀ ਭੈਣ ਜੀ ਦਲਜੀਤ ਕੌਰ, ਭਰਾ ਜੀ ਜਗਤਾਰ ਸਿੰਘ, ਤੁਸੀਂ ਕੀ ਕਹਿਣਾ ਚਾਹੋਗੇ ਕਬੀਰ ਜੀ ਦੇ ਜੀਵਨ ਦੇ ਬਾਰੇ, ਉਹਨਾਂ ਦੀ ਲਾਈਫ ਦੇ ਬਾਰੇ, ਉਹਨਾਂ ਦੀ ਬਾਣੀ ਦੇ ਬਾਰੇ? ਭਾਈ ਧਰਮ ਸਿੰਘ ਉਹਨਾਂ ਨੇ ਮੈਂਸ਼ਨ ਕੀਤਾ ਪਾਤੀ ਤੋੜੇ ਮਾਰਨੀ ਵਾਲਾ ਸ਼ਬਦ, ਉਹਦੇ ਵਿੱਚ ਥੋੜੀ ਜਿਹੀ ਐਡੀਸ਼ਨ ਮੈਂ ਕਰਨਾ ਚਾਹੁੰਦਾ। ਮੈਨੂੰ ਬੜਾ ਅਜੀਬ ਲੱਗਦਾ ਤੇ ਉਹ 'ਚ ਲਿਖਿਆ ਹੋਇਆ ਪਾਖਾਨ ਕੱਢ ਕੇ, ਉਹਦਾ ਮਤਲਬ ਹੈਗਾ ਕਿ ਜਿਹੜਾ ਉਹਦੀ ਮੂਰਤੀ ਬਣਾਉਂਦਾ, ਉਸ ਪੱਥਰ ਦੇ ਉੱਪਰ ਪੈਰ ਰੱਖਦਾ, ਉਹਦੀ ਛਾਤੀ ਤੇ ਚੜ੍ਹ ਜਾਂਦਾ ਤੇ ਉਸੇ ਨੂੰ ਮਗਰੋਂ ਪੂਜਣ ਲੱਗ ਜਾਂਦਾ। ਹਾਂਜੀ, ਵੀ ਇਹ ਕਿਹੜੀ ਮਤਲਬ ਹੋ ਗਈ ਗੱਲ? ਵੀ ਇੱਕ ਪਾਸੇ ਤਾਂ ਉਹਨੂੰ ਕਹਿੰਦਾ ਕਿ ਮੇਰਾ ਰੱਬ ਹੈ, ਇਹ ਮੇਰਾ ਰੱਬ ਹੈ, ਲੇਕਿਨ ਉਹਨੂੰ ਬਣਾਉਣ ਲੱਗਿਆ ਉਹਦੀ ਛਾਤੀ ਤੇ ਚੜ੍ਹ ਕੇ, ਉਹਨੂੰ ਕੁੱਟ ਕੱਟ ਕੇ, ਉਹਨੂੰ ਤੋੜ ਦਾੜ ਕੇ ਫਿਰ ਬਣਾਉਂਦਾ, ਉਹਨੂੰ ਆਪਣਾ ਰੱਬ ਬਣਾਉਣਾ ਸ਼ੁਰੂ ਕਰ ਦਿੰਦਾ। ਦੂਜੀ ਗੱਲ, ਇੱਕ ਸ਼ਬਦ ਹੁਣ ਤੁਸੀਂ ਗੱਲ ਕੀਤੀ ਸੀ ਵੀ ਵੰਗਾਰਦੇ ਨੇ ਉਹ ਕਬੀਰ ਸਾਹਿਬ ਨੇ ਇੱਕ ਸ਼ਬਦ ਪੜ੍ਹਿਆ, ਸ਼ਬਦ ਲਿਖਿਆ ਕਬੀਰ ਮਨ ਜਾਣੇ ਸਭ ਬਾਤ ਜਾਨਤ ਕੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੋਏ ਪੜੇ। ਤੁਸੀਂ ਹੁਣ ਜਿਤਨਾ ਇੰਨੇ ਭਗਤੀ ਕਰਦੇ ਹੋ, ਸਾਰਾ ਕੁਝ ਕਰਦੇ ਹੋ, ਲੇਕਿਨ ਜਿਵੇਂ ਆਪਣਾ ਚੋਰੀਆਂ ਯਾਰੀਆਂ ਠੱਗੀਆਂ ਕਰਦੇ ਹੋ, ਕਹਿੰਦੇ ਇਹ ਕਿਹੜੀ ਭਗਤੀ ਹੈ, ਇਹ ਕਿਹੜੀ ਕੁਸਲਾਤ ਹੈ, ਇਹ ਕਿਹੜੀ ਖੁਸ਼ੀ ਦੀ ਗੱਲ ਹੈ ਵੀ ਤੁਹਾਡੇ ਹੱਥ 'ਚ ਤਾਂ, ਤੁਹਾਡੇ ਮਨ ਦੇ ਵਿੱਚ ਤਾਂ ਇੰਨੀ ਭਗਤੀ ਹੈ, ਲੇਕਿਨ ਕਰਦੇ ਤੁਸੀਂ ਕੰਮ ਕੀ ਹੋ? ਤੇ ਤੁਸੀਂ ਖੂਹ 'ਚ ਡਿੱਗਦੇ ਹੋ ਜਾ ਕੇ। ਉਹਨਾਂ ਨੇ ਵੰਗਾਰਿਆ ਹੈ ਇੱਥੇ, ਸਾਨੂੰ ਬਹੁਤ ਸੋਹਣਾ ਲੱਗਿਆ ਹੈ ਕਿ ਮਨ ਜਾਣੇ। ਆਪਾਂ ਨੂੰ ਪਤਾ ਹੁੰਦਾ ਵੀ ਕੋਈ ਆਪਾਂ ਮਾੜਾ ਕੰਮ ਕਰ ਰਿਹਾ, ਲੇਕਿਨ ਦੇਖ ਕੀ ਕਰ ਦਿੰਦੇ ਆ, ਕਿਉਂ? ਉਹਦੇ ਵਿੱਚ ਕੋਈ ਬੈਨੀਫਿਟ ਹੁੰਦਾ ਹੈ ਉਹਨਾਂ ਨੂੰ। ਸੋ ਮੈਂ ਇਹ ਗੱਲਾਂ ਬਾਕੀ ਤਾਂ ਦਲਜੀਤ ਹੁਣੇ ਇੱਕ ਸ਼ਬਦ ਜ਼ਰੂਰ ਕਹਿਣਗੇ, ਭਜੋ ਗੋਬਿੰਦ ਪੁਰ ਮਤ ਜਾਓ। ਨਹੀਂ ਤੁਸੀਂ ਕਰੋ, ਕਹੋ ਭੈਣ ਜੀ। ਕਬੀਰ ਜੀ ਦਾ ਸ਼ਬਦ ਹੈ, ਭਜੋ ਗੋਬਿੰਦ ਪੁਰ ਮਤ ਜਾਓ, ਮਾਨਸ ਜਨਮ ਕਾ ਹੀ ਲਾਹੋ। ਇਹ ਕਿਸੇ ਟਾਈਮ ਮੈਂ ਪੜ੍ਹਦਾ ਹੁੰਦਾ ਸੀ, ਪਰ ਅੱਜ ਕੱਲ੍ਹ ਵਾਜੇ ਨਾਲ ਪੜ੍ਹਦੇ ਹੁੰਦੇ ਸੀ। ਹਾਂਜੀ ਹਾਂਜੀ ਹਾਂਜੀ। ਗੁਰ ਸੇਵਾ ਤੇ ਭਗਤ ਕਮਾਈ, ਤਬੇ ਮਾਨਸ ਦੇਹੀ ਪਾਈ। ਇਸ ਦੇ ਹੀ ਕੋ ਸਿਮਰਿਆ ਦੇਵ,
सा देही भज हर की सेव, सो देही भज हर की सेव, सो देही भज हर की सेव, भजो गोविंद भूल मत जाहो, मानस जन्म का यही लाभ। अब ना भजस भजस का भाई, आवे अंत ना भजया जाई। कि तू हुणे तो तैयारी कर, कोई पता नहीं मत सा आवे कि ना आवे, राम वाली गल है ना, कोई गुरबाणी च है। अब ना भजस भजस का भाई, आवे अंत ना भजया जाई। भूल गई, सॉरी। फिर पछताहो ना पावो पार, कर पिट पीतर तू देख विचार। देख विचार कहत कबीर जी कह हार, बहु विध कहे पुकार पुकार। ਹਾਂ ਉਹੀ ਸ਼ਬਦ ਹੀ ਉਹੀ ਤੁਕਾਂ ਦੇ ਵਿੱਚ ਹੀ ਆਉਂਦਾ। ਉਹ ਕਹਿੰਦੇ ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਘਟ ਪੀਤਰ ਤੂੰ ਬਈ this is the time, this is the opportunity, you cannot afford this to lose. If you lose, you're going to lose the game of life. ਹਾਂਜੀ, ਤੇ ਪੁਕਾਰ ਪੁਕਾਰ ਕੇ ਕਹਿ ਰਹੇ ਨੇ। ਹਾਂਜੀ, ਪਾਸਟ ਦਾ ਜਿਹੜਾ ਗਿਆ ਉਹ ਤਾਂ ਗਿਆ, ਫਿਊਚਰ ਦਾ ਪਤਾ ਨਹੀਂ, ਸੋ ਪ੍ਰੈਜ਼ੈਂਟ ਦੇ ਵਿੱਚ ਕਰ ਤੂੰ ਉਹਨੂੰ ਸੰਭਾਲ। ਹਾਂਜੀ, ਹੁਣੇ ਤੋਂ ਸ਼ੁਰੂ ਕਰ। ਇਸੇ ਤਰ੍ਹਾਂ ਹੀ ਉਹਨਾਂ ਨੇ ਫਿਰ क्या सी, राम सिमर पछताएगा मन, राम सिमर पछताएगा, पाके जी लोभ करता है, आजकल का उठ जाएगा। तो एक मैं थोड़े जे गुरु ग्रंथ साहब विच तानी आ, पर जब स्कूल विच मैं पढ़ती सी, सानू भगती मूवमेंट सीगा, ਉਹਦੇ ਵਿੱਚ गुरु नानक देव जी कबीर जी ਦਾ ਵੀ ਸੀ। ਤਾਂ ਉਹਦੇ ਵਿੱਚ ਇੱਕ ਦੋਹੇ ਸੀ, ਉਹ ਚ ਇੱਕ ਤਾਂ ਲਿਖਿਆ ਹੁੰਦਾ ਸੀ, ਚਿੜੀ ਚੋਂਚ ਭਰ ਲੈ ਗਈ, ਨਦੀ ਨਾ ਘਟਿਓ ਨੀਰ, दान दिए धन ना कटे, कह गए भगत कबीर। एक हुंदा सी, एक हुंदा सी, दुनिया ऐसी बाबरी, पाथर पूजन जाए, घर की चाकी कोई ना पूजे, जही का पीसा खाए। ये दो हुंदे सी, ये भी मैं शेयर करने चाहती सी नाल। थैंक यू। बाकी तो बड़े ने होर अवलल्ला नूरो पाया, गगन दमामा बाजियो पड़े निशाने का। सो पर मैं होरां नूं भी मौका दिंदी हां, मैं बस इन्ना की कहना। बहुत अच्छा, थैंक यू ਦੋਨਾਂ ਦਾ, ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਡਾ। ਆਈ ਥਿੰਕ ਇਹ ਬੜੀ ਸੁਚੇਤਤਾ ਸੀ ਆਪਦੇ ਜੀਵਨ ਨੂੰ, ਮਨੁੱਖੀ ਜੀਵਨ ਨੂੰ, ਤੇ ਇੱਥੋਂ ਤੱਕ ਕਿ ਕਬੀਰ ਜੀ ਨੇ ਬੜਾ ਜ਼ੋਰ ਦਿੱਤਾ ਵੀ ਤੂੰ ਧਰਮ ਦਾ ਅਸਲੀ ਜੀਵਨ ਜੀ, ਅਸਲੀਅਤ ਵਾਲਾ, ਤਾਂ ਆਪਦੇ ਜ਼ਿੰਦਗੀ ਦੇ ਵਿੱਚ ਤੂੰ ਸਤ ਸੰਤੋਖ ਦਇਆ ਧਰਮ ਧੀਰਜ ਨਿਮਰਤਾ ਸੇਵਾ ਲੈ ਕੇ ਆ। ਤੇ ਇੱਕ ਬਹੁਤ ਹੀ ਮਸ਼ਹੂਰ ਉਹਨਾਂ ਦਾ ਸ਼ਲੋਕ ਆ, ਮੇਰੇ ਮਨ ਨੂੰ ਬੜਾ ਭਾਇਆ। ਇਹ 25-30 ਸਾਲ ਪਹਿਲਾਂ ਜਦੋਂ ਮੈਂ ਇੰਡੀਆ 'ਚ ਸੀ, ਇੱਥੇ ਹੁਣ ਨਹੀਂ 40 ਸਾਲ ਹੀ ਹੋ ਗਏ ਸੀ। ਕਬੀਰ ਜਹਾਂ ਗਿਆਨ ਤਹ ਧਰਮ ਹੈ। ਦੇਖੋ ਡੈਫੀਨੇਸ਼ਨ, ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ, ਕਿਉਂਕਿ ਝੂਠ ਦੇ ਵਿੱਚੋਂ ਹੀ, ਲੋਭ ਲਾਲਚ ਦੇ ਵਿੱਚੋਂ ਹੀ ਪਾਪ ਹੈ। ਜਹਾਂ ਲੋਭ ਤਹ ਪਾਪ ਹੈ। ਵਾਹਿਗੁਰੂ ਜੀ ਦੁਆਰਾ ਤੇ ਪੜ੍ਹਦਾ ਜੀ ਮੈਂ। ਕਬੀਰ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ, जहां लोभ तय पाप है, जहां नहीं, जहां झूठ तय, जहां लोभ तय पाप है, जहां खिमा तय आप। भी देखो किन्ना उन्होंने उपदेश है ਇਹਦੇ ਵਿੱਚ ਜੀਵਨ ਦੇ ਬਾਰੇ ਜਿਹੜਾ ਸਾਨੂੰ ਦਿੱਤਾ। ਤੇ ਦੂਜੇ ਪਾਸੇ ਭਗਤੀ ਦੇ ਬਾਰੇ ਤਾਂ ਉਹਨਾਂ ਦਾ ਮਸ਼ਹੂਰ ਸੀ, ਕਹਿੰਦੇ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ, ਇਹ ਤਾਂ ਉਤਕਤੇ ਨਾ ਡੋਲਈ ਜਿਸ ਰਾਖੈ ਸਿਰਜਣਹਾਰ। ਜਾਂ ਕਹਿੰਦੇ ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਜ਼ ਧਰੇ ਕੇ ਪਿਆਰ। ਇਸ ਤਰ੍ਹਾਂ ਦੇ ਵੀ ਸ਼ਬਦ ਹੁੰਦੇ ਆ ਬੜੇ। ਉਹਨਾਂ ਨੇ ਜਸ ਹਰੇਕ ਟੱਚ ਨੂੰ ਆਸਪੈਕਟ ਕੀਤਾ, ਚੰਗੀ ਸੰਗਤ ਨੂੰ ਵੀ ਕੀਤਾ। ਕਹਿੰਦੇ ਕਬੀਰ ਚੰਦਨ ਕਾ ਬਿਰਹਾ ਭਲਾ, ਹਾਂਜੀ ਬੇੜਿਓਂ ਢਾਕ ਪਲਾਸ, ਹੋਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਇਹ ਮਹਾਂਪੁਰਸ਼ਾਂ ਦੀ, ਗੁਰਮੁਖਾਂ ਦੀ, ਮਹਾਰਾਜ ਦੇ ਪਿਆਰਿਆਂ ਦੀ ਸੰਗਤ ਦੇ ਜਿਹੜੇ ਰਹਿੰਦੇ, ਉਹਨਾਂ ਦੇ ਪਾਸੇ ਪ੍ਰੇਰਨਾ। Now I'll ask ਵੀਰ ਜੀ ਡਾਕਟਰ ਕਿਰਪਾਲ ਸਿੰਘ ਉਹਨਾਂ ਨੂੰ to say a few words। ਤੁਸੀਂ ਵੀ ਦੱਸੋ ਭਗਤ ਜੀ ਦੇ ਬਾਰੇ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਮੇਰੇ ਲਈ ਇੱਕ ਜਿਹੜਾ ਸ਼ਬਦ ਆ ਮੈਨੂੰ ਬੜਾ ਆਨੰਦ ਆਦਾ ਪੜ੍ਹਨ ਦੇ ਵਿੱਚ, ਉਹ ਹੈ ਪੈਰੋਂ ਮਹੱਲਾ ਪੰਜਵਾਂ। ਵਰਤ ਨਾ ਰਹੋ ਨਾਮੈ ਰਮਦਾਨਾ, ਤਿਸ ਸੇ ਵੀ ਜੋ ਰਖੈ ਨਿਦਾਨਾ। ਏਕ ਗਸਾਈ ਅੱਲੋ ਮੇਰਾ, ਹਿੰਦੂ ਤੁਰਕ ਦੋਹਾਂ ਨਿਬੇਰਾ ਰਹਾਓ। हज काबे जाओ ना तीर्थ पूजा, एको सेवी अवर न दूजा। पूजा करो ना निवाज गुजारो, एक निरंकार ले हृदय नमस्कारो। ना हम हिंदू ना मुसलमान, अल्लाह राम के पिंड प्राण।
ਕਾ ਕਬੀਰ ਇਹ ਕਿਆ ਬਖਾਨਾ, ਗੁਰ ਪੀਰ ਮਿਲ ਖੁਦ ਖਸਮ ਪਛਾਨਾ। ਸੋ ਇਹ ਉਹੀ ਫਿਲਾਸਫੀ ਹੈ ਜਿਹੜੀ ਇੱਕ ਓਂਕਾਰ ਦੀ ਫਿਲਾਸਫੀ ਹੈ ਜੀ, ਜਿਹੜੀ ਮਹਾਰਾਜ ਗੁਰੂ ਆਪਣੇ ਅਮੂਲ ਮੰਤਰ ਦੇ ਵਿੱਚ ਅਸੀਂ ਪੜ੍ਹਦੇ ਹਾਂ। ਤੇ ਇਹ ਕਵੀ ਇਹਦੇ ਉੱਤੇ ਵੀ ਜਿਹੜਾ ਭੈਰੋਂ ਮਹੱਲਾ ਪੰਜਵਾਂ ਕਰਕੇ ਲਿਖਿਆ ਹੋਇਆ, ਅਖੀਰ ਤੇ ਸ਼ਬਦ ਕਬੀਰ ਜੀ ਦਾ ਆਉਂਦਾ, ਪਰ ਉੱਤੇ ਲਿਖਿਆ ਹੋਇਆ ਭੈਰੋਂ ਮਹੱਲਾ ਪੰਜਵਾਂ। I would like to learn explanation on that. Why is it like that? ਗਿਆਨੀ ਸੁੱਚਾ ਸਿੰਘ ਜੀ। ਜੀ ਸਰ, ਹਾਂਜੀ ਦੇਖੋ ਇਸ ਤਰ੍ਹਾਂ ਹੈ ਜੀ ਕਿ ਜਿਹੜੇ ਨਾ ਕਈ ਸ਼ਬਦ ਭਗਤਾਂ ਦੇ ਨਾਂ ਦੇ ਥੱਲੇ ਗੁਰੂ ਮਹਾਰਾਜ ਜੀ ਨੇ ਉਚਾਰਨ ਕੀਤੇ ਆ, ਕਿਸੇ ਭਗਤ ਜੀ ਦੇ ਖਿਆਲ ਨੂੰ ਹੋਰ ਸਪਸ਼ਟ ਕਰਨ ਦੇ ਵਾਸਤੇ, ਸੰਗਤਾਂ ਦੇ ਵਾਸਤੇ। ਉਹ ਸ਼ਲੋਕਾਂ ਦੇ ਵਿੱਚ ਕਈ ਜਗ੍ਹਾ ਤੇ ਆਉਂਦਾ ਹੀ ਹੈ। ਤੇ ਇਸੇ ਤਰ੍ਹਾਂ ਦਾ ਹੀ ਮਤਲਬ ਇਹ ਪੜ੍ਹਦਿਆਂ ਸਾਡੇ ਵੀ ਧਿਆਨ ਚ ਆਈ ਸੀ ਇਹ ਗੱਲ, ਤੇ ਮਤਲਬ ਜਵਾਬ ਇਹਦਾ ਇਹੋ ਹੀ ਨਿਕਲਦਾ ਕਿ ਕਿਸੇ ਨਾ ਕਿਸੇ ਭਗਤ ਜੀ ਦੇ ਖਿਆਲ ਨੂੰ ਸਪਸ਼ਟ ਕਰਨ ਦੇ ਵਾਸਤੇ, ਜਿੱਥੋਂ ਸੰਗਤਾਂ ਨੂੰ ਭੁਲੇਖਾ ਪੈ ਸਕਦਾ ਹੈ, ਉਹਨੂੰ ਸਪਸ਼ਟ ਕਰਨ ਦੇ ਵਾਸਤੇ ਗੁਰੂ ਮਹਾਰਾਜ ਜੀ ਸ਼ਬਦ ਉਚਾਰਦੇ ਆ, ਸ਼ਬਦ ਗੁਰੂ ਦਾ। ਲੇਕਿਨ ਕਿਉਂਕਿ ਕਬੀਰ ਜੀ ਦੇ ਖਿਆਲ ਨੂੰ ਕਿਸੇ ਨੂੰ ਸਪਸ਼ਟ ਕਰਨਾ, ਉਹਦੇ ਵਾਸਤੇ ਉਹਦਾ ਨਾਂ ਜਿਹੜਾ ਵਿੱਚ ਕਬੀਰ ਜੀ ਦਾ ਯੂਜ਼ ਕੀਤਾ ਜਾਂਦਾ। ਇਸੇ ਤਰ੍ਹਾਂ ਦੇ ਸ਼ਲੋਕਾਂ ਦੇ ਵਿੱਚ ਕਈ ਜਗ੍ਹਾ ਤੇ ਆਉਂਦਾ, ਜਿਸੇ ਤੀਜੇ ਪਾਤਸ਼ਾਹ ਜੀ ਉਹਨੂੰ ਕਈ ਗੱਲਾਂ ਨੂੰ ਸਪਸ਼ਟ ਕਰਦੇ ਆ, ਫਰੀਦ ਜੀ ਦੇ ਸ਼ਲੋਕਾਂ ਨੂੰ ਵਿੱਚ ਸਪਸ਼ਟ ਕਰਦੇ ਆ। ਉਹ ਜਿੱਥੇ ਫਰੀਦ ਜੀ ਦਾ ਆਉਂਦਾ, ਰੱਤੀ ਰਾਤਾਂ ਫਰੀਦਾ ਰੱਤੀ ਰਾਤਾਂ ਨੱਚੀ ਰਹਿ ਕੋਏ, ਤੇ ਜੋ ਰੱਤੇ ਆਪਣੇ ਲੋਭ ਰਤ ਨਾ ਹੋਏ, ਤੇ ਰਤ ਨਾ ਹੋਏ। ਤਾਂ ਹੁਣ ਉੱਤੇ ਤਾਂ ਰਤ ਨਾ ਹੋਏ, ਇੱਥੋਂ ਜਿਹੜਾ ਭੁਲੇਖਾ ਪੈ ਜਾਂਦਾ ਸੀ ਲੋਕਾਂ ਨੂੰ ਕਿ ਵੀ ਸ਼ਾਇਦ ਪੈ ਸਕਦਾ ਸੀਗਾ ਕਿ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਜਿਹੜੇ ਪ੍ਰਮਾਤਮਾ ਦੇ ਨਾਲ ਰੰਗੇ ਉਹਨਾਂ ਦੇ ਸਰੀਰ ਦੇ ਵਿੱਚ ਲਹੂ ਸੁੱਕ ਜਾਂਦਾ। ਸੋ ਜਦੋਂ ਉਦਾਂ ਦੀਆਂ ਕਹਾਣੀਆਂ ਲੋਕਾਂ ਨੇ ਬਣਾਈਆਂ, ਤੇ ਉੱਥੇ ਜਿਹੜਾ ਗੁਰੂ ਮਹਾਰਾਜ ਜੀ ਨੇ ਸਪਸ਼ਟ ਕੀਤਾ ਸੀ ਵੀ ਜਿਹੜਾ ਤੇ ਤਨ ਲੋਭ ਰਤ ਨਾ ਹੋਏ ਕਹਿ ਕੇ ਕਿਹਾ ਸੀਗਾ ਕਿ ਉਹਨਾਂ ਦੇ ਤਨ ਦੇ ਵਿੱਚ ਲੋਭ ਰੂਪੀ ਰਤ ਨਹੀਂ ਰਹਿ ਜਾਂਦਾ, ਜਿਹੜੇ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਜੁੜ ਜਾਂਦੇ ਇੱਕ ਵਾਰੀ। ਤੋ ਇਸ ਤਰ੍ਹਾਂ ਕਿਸੇ ਖਿਆਲ ਨੂੰ ਸਪਸ਼ਟ ਕਰਨ ਦੇ ਵਾਸਤੇ ਇਹੋ ਜਿਹੇ ਜਿਹੜੇ ਸ਼ਬਦ ਜਿਹੜੇ ਗੁਰਬਾਣੀ ਦੇ ਵਿੱਚ ਆਉਂਦੇ, ਲੇਕਿਨ ਉਹ ਹੁੰਦੇ ਗੁਰੂਆਂ ਦੇ ਆ, ਲੇਕਿਨ ਗੁਰੂ ਜੀ ਦਾ ਨਾਂ ਨਹੀਂ ਉੱਥੇ ਵਰਤਿਆ ਜਾਂਦਾ। ਉੱਪਰ ਸਿਰਫ ਮਹਿਲਾ ਤੀਜਾ ਜਾਂ ਮਹਿਲਾ ਪੰਜਵਾਂ ਲਿਖਿਆ ਜਾਂਦਾ। ਸੋ ਇੱਥੇ ਵੀ ਜਿਹੜਾ ਗੌੜੀ ਆਪਣੇ ਰਾਗ ਭੈਰਵ ਦੇ ਵਿੱਚ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਕਬੀਰ ਜੀ ਦੇ ਵਾਸਤੇ ਜਿਹੜਾ ਸ਼ਬਦ ਉਚਾਰਨ ਕੀਤਾ, ਕਿਸੇ ਖਿਆਲ। ਹਾਂਜੀ, ਸੋ ਭਾਈ ਸਾਹਿਬ ਇਹਦਾ ਮਤਲਬ ਇਹ ਹੋਇਆ ਕਿ ਭੈਰੋ ਮਹੱਲਾ ਪੰਜਵਾਂ ਇਹ ਸ਼ਬਦ ਐਕਚੁਅਲੀ ਗੁਰੂ ਅਰਜਨ ਦੇਵ ਜੀ ਦਾ ਹੈ ਜੀ। ਚਾਹੇ ਐਂਡ ਤੇ ਚਾਹੇ ਕਬੀਰ ਲਿਖਦੇ ਆ, ਕਹੋ ਕਬੀਰ ਇਹ ਕੀਆ ਬਖਾਨਾ, ਗੁਰ ਪੀਰ ਮਿਲ ਖੁਦ ਖਸਮ ਪਛਾਨਾ, ਪਰ ਐਕਚੁਅਲੀ ਇਹ ਸ਼ਬਦ ਜਿਹੜਾ ਇਹ ਹੈਗਾ ਗੁਰੂ ਅਰਜਨ ਦੇਵ ਜੀ ਦਾ ਹੈ ਜੀ। ਗੁਰੂ ਅਰਜਨ ਦੇਵ ਜੀ ਉਚਾਰਨਾ ਜਿਹੜੀ ਆ ਉਹ ਭਗਤ ਗੁਰੂ ਮਹਾਰਾਜ ਜੀ। ਹਾਂਜੀ ਜੀ ਸਰ। ਤੇ ਇਹ ਜਿਹੜਾ ਫਿਰ ਕਹਿੰਦੇ ਆ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ, ਇਹ ਗੁਰੂ ਅਰਜਨ ਦੇਵ ਜੀ ਨੇ ਕਹਿ ਰਹੇ ਨੇ ਹੈ ਜੀ। ਦੇਖੋ ਇਹ ਖਿਆਲ ਭਗਤ ਕਬੀਰ ਜੀ ਦਾ ਆ। ਭਗਤ ਕਬੀਰ ਜੀ ਵੀ ਤਾਂ ਉਹ ਕਹਿੰਦੇ ਨਾ ਪੰਡਤ ਮੁੱਲਾ ਛਾਡੇ ਦਊ, ਜਿਹੜਾ ਸ਼ਬਦ ਅਸੀਂ ਪਹਿਲਾਂ ਪੜ੍ਹ ਕੇ ਹਟੇ ਆ। ਤੇ ਇੱਥੇ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਜਿਸ ਤਰ੍ਹਾਂ ਕਬੀਰ ਜੀ ਕਹਿ ਰਹੇ ਕਿ ਮੈਂ ਨਾ ਹਿੰਦੂ ਦਾ ਮੁਹਤਾਜ ਰਿਹਾ, ਹੁਣ ਨਾ ਮੈਂ ਮੁਸਲਮਾਨ ਦਾ ਮੁਹਤਾਜ ਰਿਹਾ। ਮਤਲਬ ਕਿ ਉਹਨਾਂ ਦੀ ਫਿਲਾਸਫੀ ਦਾ ਮੈਂ ਅਧੀਨ ਨਹੀਂ ਰਹਿ ਗਿਆ, ਉਹਨਾਂ ਦੀ ਫਿਲਾਸਫੀ ਤੋਂ ਮੈਂ ਉੱਪਰ ਉੱਠ ਗਿਆ। ਜਿਹੜੀ ਉਹ ਰਸਤਾ ਦੱਸਦੇ ਪ੍ਰਮਾਤਮਾ ਨੂੰ ਪਾਉਣ ਦਾ, ਮੈਂ ਉਸ ਰਸਤੇ ਤੋਂ ਵੱਖਰੇ ਰਸਤੇ ਤੇ ਜਾ ਰਿਹਾ। ਜਿਹਨੂੰ ਜਿਹੜਾ ਇਸੇ ਤਰ੍ਹਾਂ ਦਾ ਕਬੀਰ ਜੀ ਦਾ ਇੱਕ ਹੋਰ ਬਚਨ ਹੈ ਨਾ ਕਿ ਜਿਹੇ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਰਾਈਟ, ਇੱਕ ਔ ਘਟ ਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ। ਠੀਕ ਹੈ ਜੀ। ਸੋ ਹੁਣ ਜਿਸ ਪਾਸੇ ਜਿਹੜੀ ਇੱਕ ਪੰਡਤ ਜਾਂਦਾ ਹੈ, ਉਸ ਰਸਤੇ ਦੇ ਉੱਪਰ ਜਾਂ ਉਸ ਫਿਲਾਸਫੀ ਨੂੰ ਫੋਲੋ ਕਰਨੇ ਵਾਲੇ ਤੇ ਹਜ਼ਾਰਾਂ ਲੱਖਾਂ ਤੁਰ ਪੈਂਦੇ ਉਹਦੇ ਪਿੱਛੇ। ਲੇਕਿਨ ਜਿਹੜਾ ਸਿੱਧਾ ਪ੍ਰਮਾਤਮਾ ਨੂੰ ਪਾਉਣੇ ਦਾ ਰਸਤਾ ਹੁੰਦਾ, ਉਹ ਹੁੰਦਾ ਹੈ ਆਪਣੇ ਵਿਕਾਰਾਂ ਨੂੰ ਤਿਆਗ ਕੇ ਚੱਲਣਾ ਪੈਂਦਾ। ਉਹ ਹੁੰਦਾ ਕਿ ਆਪਣੇ ਕਰਮਾਂ ਦੇ ਵਿੱਚ, ਮਨ, ਬਚਨ ਤੇ ਕਰਮ ਦੇ ਵਿੱਚ ਗੁਰੂ ਪ੍ਰਮਾਤਮਾ ਵਾਲੇ ਗੁਣ ਲਿਆਉਣੇ ਪੈਂਦੇ ਆ। ਉਹ ਔਖਾ, ਸਭ ਤੋਂ ਰਸਤਾ ਔਖਾ ਉਹ ਹੈ, ਕਠਿਨ ਰਸਤਾ ਉਹ ਹੈ। ਉਸ ਪਾਸੇ ਕੋਈ ਨਹੀਂ ਚੱਲਦਾ। ਤੇ ਉਹ ਕਹਿੰਦੇ ਕਿ ਇੱਕ ਔ ਘਟ ਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ, ਕਹਿੰਦੇ ਕਬੀਰ ਉਸ ਪਾਸੇ ਚੜ ਰਿਹਾ। ਤੇ ਇੱਕ ਮੈਂ ਹੁਣੇ ਜੀ ਕਬੀਰ ਜੀ ਦਾ ਹੀ ਨਾ ਇੱਕ ਹੋਰ ਬਚਨ ਆਪ ਜੀ ਦੇ ਨਾਲ ਸਾਂਝਾ ਕਰਨਾ ਜੀ, ਫਿਰ ਮੈਂ ਛੱਡਣਾ ਆਪ ਜੀ ਦਾ ਪੋੜੀਅਮ। ਗੁਰੂ ਕਬੀਰ ਜੀ ਨੇ ਨਾ ਇੱਕ ਕਿਹਾ ਸ਼ਬਦ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਉਹ ਕਬੀਰ ਗੁਰ ਖਰੀ ਬੁਝਾਈ, ਚਿੰਟੀ ਹੋਏ ਕੇ ਖਾਏ। ਸੋ ਇਹ ਦੇਖੋ ਕਿ ਬਈ ਜਿਹੜੀ ਕਿੰਨੀ ਗੁਰੂ ਅਰਜਨ ਦੇਵ ਜੀ ਦੇ ਖਿਆਲ ਦੇ ਨਾਲ ਸਿਮਿਲੈਰਿਟੀ ਹੈ, ਜਿੱਥੇ ਕਹਿੰਦੇ ਗਰੀਬੀ ਕਦਾ ਹਮਾਰੀ ਖਾ ਸਕਦੇ ਨਿਸ਼ਾਨ।
ਤੇ ਸਾਡੀ ਟਿਕਿਆ ਵਿਕਾਰੀ। ਭਈ ਹੁਣ ਜਿਹੜੀ ਪ੍ਰਮਾਤਮਾ ਦੇ ਨਾਲ ਜਿਹੜਾ ਪਿਆਰ ਵਾਲੀ ਜਿਹੜੀ ਭਗਤੀ ਹੈ ਨਾ ਜੀ, ਉਹਦੇ ਵਾਸਤੇ ਇਨਸਾਨ ਦੇ ਹਿਰਦੇ ਦੇ ਵਿੱਚ ਗਰੀਬੀ ਜ਼ਰੂਰ ਚਾਹੀਦੀ ਹੈ, ਨਿਮਰਤਾ ਚਾਹੀਦੀ ਹੈ। ਠੀਕ ਹੈ ਜੀ। ਹੁਣ ਉਹ ਜਿਹੜੀ ਗਰੀਬੀ ਜਾਂ ਨਿਮਰਤਾ ਨੂੰ ਛੱਡ ਕੇ ਲੋਕ ਹੰਕਾਰੀ ਹੋ ਕੇ ਜੂ ਰਹੇ ਆ, ਤੇ ਜਿਹੜੀ ਮਿਠਾਸ ਜਿਹੜੀ ਹੈ ਜੀਵਨ ਦੀ ਆਨੰਦ ਜਿਹੜਾ ਉਹ ਹੈਗੀ ਹੈ ਤੁਹਾਨੂੰ, ਜਿਹਦਾ ਫਰੀਦਾ ਥੀਓ ਪਵਾਹੀ ਦਬ ਤੇ ਸਾਈਂ ਲੋੜੈ ਇੱਕ ਸਿੱਖਾਂ ਵਿਆਹ ਸਾਈਂ ਦਾ ਦਰਬਾਰੀ, ਉਹ ਅਵਸਥਾ ਹੈ, ਉਹਦੇ ਵਿੱਚ ਜੀਵਨ ਦਾ ਆਨੰਦ ਹੈ। ਲੇਕਿਨ ਲੋਕ ਹੰਕਾਰੀ ਹੋ ਕੇ ਜਿਉਂਦੇ ਆ, ਹੰਕਾਰ ਦੇ ਵਿੱਚੋਂ ਹੀ ਧਰਮ ਕਮਾਉਂਦੇ। ਠੀਕ ਹੈ ਜੀ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮ੍ਰਿਤੂ ਹੋਆ, ਗੁਰੂ ਨਾਨਕ ਦੇਵ ਜੀ ਦਾ ਬੜਾ ਲੰਬਾ ਬਚਨ ਹੈ। ਠੀਕ ਹੈ ਜੀ। ਤਾਂ ਹੁਣ ਇੱਥੇ ਜਿਹੜਾ ਕਬੀਰ ਜੀ ਨੇ ਉਸੇ ਚੀਜ਼ ਨੂੰ ਆਪਣੇ ਸ਼ਬਦਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਸਮਝਾ ਦਿੱਤਾ ਕਿ ਜੇਕਰ ਬਈ ਰੇਤ ਖੰਡ ਦੇ ਵਿੱਚ, ਖੰਡ ਜਿਹੜੀ ਰੇਤਾ ਦੇ ਵਿੱਚ ਖਿਲਰੀ ਪਈ ਹੋਵੇ ਨਾ, ਉਹ ਹੱਥ ਹੀ ਨਹੀਂ ਚੁਣ ਸਕਦਾ, ਉੱਥੇ ਤੁਹਾਨੂੰ ਕੀੜੀ ਬਣਨਾ ਪੈਂਦਾ, ਉੱਥੇ ਤੁਹਾਨੂੰ ਨੀਵੇਂ ਹੋਣਾ ਪੈਂਦਾ। ਜੇਕਰ ਨੀਵੇਂ ਹੋ ਜਾਓਗੇ ਤਾਂ ਤੁਸੀਂ ਮਿਠਾਸ ਵਾਲੇ ਭਲੇ ਗੁਣਿਆ ਜਿਹੜੇ ਚੁੱਕ ਸਕਦੇ। ਜੇਕਰ ਹੰਕਾਰ ਕਰਕੇ ਤੁਸੀਂ ਵੱਡੇ ਰਹੇ ਨਾ, ਹਉਮੈ ਮਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ, ਉਹ ਜਿਹੜਾ ਮੁਕਤ ਦੁਆਰਾ ਮੁਕਲਾ ਰਾਈ 10ਵੇਂ ਭਾਈ, ਉਸ ਦੁਆਰੇ ਦੇ ਵਿੱਚੋਂ ਲੰਘਣ ਦੇ ਵਾਸਤੇ ਤੁਹਾਨੂੰ ਗਰੀਬੀ ਧਾਰਨ ਕਰਨੀ ਪੈਣੀ ਹੈ। ਸੋ ਇਹ ਵੀ ਬਹੁਤ ਹੀ ਕਮਾਲ ਦਾ ਉਪਦੇਸ਼ ਹੈ। ਹਾਂਜੀ ਹਾਂਜੀ, ਥੈਂਕ ਯੂ ਜੀ। ਇਸੇ ਜਿਵੇਂ ਜਗੀਰ ਜੀ ਨੇ ਕਿਹਾ ਸੀ ਨਾ, ਇਵੇਂ ਜਿਵੇਂ ਮੁਕਤ ਦੁਆਰਾ ਸੰਕਟ ਦਾ ਪਹਿਲਾਂ ਕਬੀਰ ਜੀ ਦਾ, ਫਿਰ ਉਹ ਮਹਿਲਾ ਤੀਜਾ ਕਰਕੇ ਅਗਲੇ ਪਾਤਸ਼ਾਹ ਦਾ, ਉਹ ਹੋਰ ਵੀ ਇਸ ਭੇਦ ਭਾਵ ਨੂੰ, ਇਹ ਜਿਹੜਾ ਵਿਚਾਰ ਹੈ ਇਹਨੂੰ ਹੋਰ ਵੀ ਖੋਲ ਕੇ ਰੱਖ ਦਿੰਦੇ ਨੇ ਅੱਗੇ, ਤਾਂ ਕਿ ਇਹਦੀ ਜਿਹੜੀ ਫੁੱਲ ਕਲੈਰਿਟੀ ਹੈ ਜਿਹੜੀ ਹੋ ਜਾਵੇ। ਹਾਂਜੀ, ਬਹੁਤ ਅੱਛਾ ਜੀ, ਥੈਂਕ ਯੂ ਜੀ। ਤੇ ਇੱਕ ਮਿੰਟ ਲੈਣਾ ਜੀ ਮੈਂ। ਹਾਂਜੀ ਹਾਂਜੀ, ਮੈਂ 1 ਮਿੰਟ ਦਿਨਾ ਤੁਹਾਨੂੰ। ਮੈਂ ਇੱਕ ਹੋਰ ਕਹਿਣਾ ਸੀ ਬਈ, ਉਹ ਜਿਹੜਾ ਕਬੀਰ ਜੀ ਦਾ ਨਾ, ਜਿਵੇਂ ਉਹਦਾ ਗਾਓ ਗਾਓ ਰੀ ਦੁਲਹਨੀ ਮੰਗਲਚਾਰਾ, ਆਪਣੀ ਸਟੇਟ ਆਫ ਮਾਈਂਡ ਦੀ ਅਵਸਥਾ ਦੱਸ ਰਹੇ ਨੇ। ਕਹਿੰਦੇ ਗਾਓ ਗਾਓ ਲਈ ਦੁਲਹਨੀ ਮੰਗਲਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਐਂਡ ਦੇ ਉੱਤੇ ਉਹਦੇ ਤੇ ਕਹਿ ਦਿੰਦੇ, ਕਹੋ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਇੱਕ ਭਗਵਾਨ। ਦੇਖੋ ਹਾਂਜੀ, ਜਦੋਂ ਜਿਹੜੀ ਮਨ ਦੇ ਵਿੱਚ ਜਦੋਂ ਪ੍ਰਸੰਨਤਾ ਦੀ ਅਵਸਥਾ ਹੁੰਦੀ ਹੈ, ਜਦੋਂ ਵਾਹਿਗੁਰੂ ਜੀ ਦੇ ਨਾਲ ਇੱਕਮਿਕਤਾ ਦੀ ਗੱਲ ਹੁੰਦੀ ਹੈ ਹਾਂਜੀ, ਜਦੋਂ ਉਦੋਂ ਕਿਵੇਂ ਆਪਦੇ ਮਨ ਕਿਵੇਂ ਖੜਾ ਦੇ ਵਿੱਚ, ਨਾਨਕ ਭਗਤਾਂ ਸਦਾ ਕਿਵੇਂ ਖੜਾ ਦੇ ਵਿੱਚ ਆ ਜਾਂਦਾ। ਕਹਿੰਦੇ ਮੇਰਾ ਤਾਂ ਹੁਣ ਮੇਰੇ ਪਤੀ ਪਰਮੇਸ਼ਰ ਦੇ ਨਾਲ ਮੇਰਾ ਹੋ ਗਿਆ। ਐਸਾ ਸਾਡੇ ਲਈ ਇੱਕ ਉਪਦੇਸ਼ ਹੈ, ਪ੍ਰੇਰਨਾ ਮਹਾਰਾਜ ਜੀ ਉਹਨਾਂ ਦੀ ਜਿਹੜੀ ਭਗਤ ਜੀ ਦੀ ਸਟੇਟ ਆਫ ਮਾਈਂਡ ਦੀ। ਹਾਂਜੀ, ਇਟਸ ਅਮੇਜ਼ਿੰਗ। ਹਾਂਜੀ, ਗੋ ਹੈਡ ਜੀ, ਤੁਸੀਂ ਡਾਕਟਰ ਕੁਲਵਿੰਦਰ ਸਿੰਘ ਜੀ ਕਹੋ, ਤੁਸੀਂ 1-2 ਮਿੰਟ ਲਈ ਕੀ। ਹਾਂਜੀ ਹਾਂਜੀ ਹਾਂਜੀ, ਜਿਹੜਾ ਸ਼ਬਦ ਡਾਕਟਰ ਕਿਰਪਾਲ ਸਿੰਘ ਜੀ ਨੇ ਪੁੱਛਿਆ ਸੀ ਨਾ, ਉਹ ਸ਼ਬਦ ਤੇ ਮੈਂ ਅਧਿਐਨ ਨਹੀਂ ਕੀਤਾ ਹੈ, ਲੇਕਿਨ ਜਿਹੜੀ ਪ੍ਰੋਫੈਸਰ ਸੁੱਚਾ ਸਿੰਘ ਨੇ ਜਿਹੜਾ ਸ਼ਬਦ ਪੜ੍ਹਿਆ ਨਾ, ਉਹਦੇ ਬਾਰੇ ਮੈਂ ਡਾਕਟਰ ਸਾਹਿਬ ਨਾਲ ਸਾਂਝ ਕਰਨੀ ਚਾਹੁੰਦਾ, ਡਾਕਟਰ ਕਿਰਪਾਲ ਸਿੰਘ ਜੀ ਦੇ ਨਾਲ, ਕਿ ਇਹ ਸ਼ਬਦ ਜਿਹੜਾ ਹੈ ਨਾ, ਜੇ ਮੇਰੇ ਵਿਚਾਰ ਮੁਤਾਬਕ ਇਹ ਸ਼ਬਦ ਦੇ 2 ਅੰਗ ਹੈਗੇ ਆ। ਗੁਰੂ ਸਾਹਿਬਾਨ ਨੇ ਕੀ ਕੀਤਾ ਵੈ ਕਿ ਪਹਿਲਾਂ ਭਗਤ ਜੀ ਦਾ ਸ਼ਬਦ ਲਿਖਤਾ ਹੋਇਆ, ਜਿੱਦਾਂ ਪਹਿਲਾ ਸ਼ਬਦ ਸੀ ਨਾ ਕਿ ਇਹ ਤਨ ਮਤਲਬ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਰਤੇ ਸਹਿ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਇਹ ਸ਼ਬਦ ਗੁਰੂ ਜੀ ਦਾ ਹੈ। ਹਾਂ, ਇਹ ਗੁਰੂ ਸਾਹਿਬ ਨੇ ਕਲੈਰੀਫਿਕੇਸ਼ਨ ਦਿੱਤੀ ਹੈ। ਪਰ ਪਹਿਲਾ ਜਿਹੜਾ ਸ਼ਬਦ ਹੈਗਾ ਸੀ ਕਿ ਉਹ ਹੈਗਾ ਸੀ ਕਿ ਤਿੰਨ ਤਨ ਰਤ ਨਾ ਹੋਏ। ਔਰ ਰਤ ਲਫ਼ਜ਼ ਨੂੰ ਗੁਰੂ ਸਾਹਿਬ ਨੇ, ਜਿਹੜਾ ਪਹਿਲਾ ਰਤ ਵਾਲਾ ਸ਼ਬਦ ਹੈ ਨਾ, ਉਹ ਕਬੀਰ ਜੀ ਦਾ ਹੈਗਾ। ਉਹ ਪੂਰਾ ਸ਼ਬਦ ਮੇਰੇ ਦਿਮਾਗ 'ਚ ਨਹੀਂ ਆ ਰਿਹਾ, ਮੈਨੂੰ ਵਿਸਰ ਗਿਆ ਵੈ। ਤੇ ਉਹ ਇਸੇ ਤਰ੍ਹਾਂ ਹਾਂਜੀ, ਤੇ ਸੋ ਪਹਿਲਾ ਸ਼ਬਦ ਜਿਹੜਾ ਕਬੀਰ ਜੀ ਦਾ ਹੀ ਹੈਗਾ, ਜਿੱਥੇ ਕਬੀਰ ਲਫ਼ਜ਼ ਆਉਂਦਾ ਹੈ। ਲੇਕਿਨ ਅਗਲੇ ਸ਼ਬਦ 'ਚ ਗੁਰੂ ਸਾਹਿਬ ਦਾ ਮਤਲਬ ਆ ਜਾਂਦਾ ਕਿ ਗੁਰੂ ਸਾਹਿਬ ਉਹਨੂੰ ਕਲੈਰੀਫਾਈ ਕਰਦੇ ਪਏ ਨੇ, ਕਿ ਉਹਦੇ ਸ਼ਬਦ ਨੂੰ ਨਿਖਾਰਦੇ ਪਏ ਨੇ, ਕਹਿ ਲਓ ਕਨਸੈਪਟ ਨੂੰ ਚੇਂਜ ਨਹੀਂ ਕਰਦੇ ਪਏ, ਨਿਖਾਰਦੇ ਪਏ ਨੇ। ਇਸੇ ਤਰ੍ਹਾਂ ਮੈਂ ਇੱਕ ਹੋਰ ਸਾਂਝ ਕਰਨੀ ਚਾਹੁੰਦਾ ਮੈਂ ਤੁਹਾਡੇ ਨਾਲ, ਕਿ ਜਿੱਦਾਂ ਮੈਂ ਗੱਲ ਕਹੀ ਸੀ, ਮੇਰੇ ਮਨ 'ਚ ਹੀ ਸਵਾਲ ਆਉਂਦਾ ਪਿਆ ਸੀ ਜਦੋਂ ਮੈਂ ਰਾਤੀ ਵਿਚਾਰ ਕਰ ਰਿਹਾ ਸੀ ਨਾ ਕਬੀਰ ਜੀ ਬਾਰੇ, ਤੇ ਮਨ 'ਚ ਆਇਆ ਕਿ ਮਾਵਾਂ ਗਾਲਾਂ ਕੱਢਦੀਆਂ, ਸਾਡੀਆਂ ਮਾਵਾਂ ਵੀ ਸਾਨੂੰ ਗਾਲਾਂ ਕੱਢਣੀਆਂ ਚਾਹੀਦੀਆਂ, ਭਗਤ ਤੇ ਦੁਖੀ ਰਹਿਣੇ ਚਾਹੀਦੇ ਆ। ਮਨ ਸਵਾਲ ਪੈਦਾ ਹੁੰਦੇ ਆ ਕਿ ਮੈਂ ਕਬੀਰ ਜੀ ਦੀ ਭਗਤੀ ਕਰਦਾ, ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਾ ਵਾਂ, ਤੇ ਮੇਰੀ ਮਾਂ ਵੀ ਮੈਨੂੰ ਗਾਲਾਂ ਕੱਢਣੀ ਚਾਹੀਦੀ ਹੈ, ਸਾਰਿਆਂ ਦੀ ਕੱਢਣੀਆਂ ਚਾਹੀਦੀਆਂ ਇਸ ਹਿਸਾਬ ਤੇ। ਫਿਰ ਮੈਨੂੰ ਅੰਦਰੋਂ ਜਵਾਬ ਮਿਲਿਆ, ਮੇ ਵੀ ਗਲਤ ਹੈ ਕਿ ਠੀਕ ਹੈ, ਕਿ ਭਗਤੀ ਸਮੇਂ ਦੇ ਚੱਲਦਿਆਂ ਜ਼ਿੰਦਗੀ 'ਚ ਐਸੀਆਂ ਅਵਸਥਾਵਾਂ ਆਉਂਦੀਆਂ, ਜਦੋਂ ਬੰਦਾ ਮਸਤਾਨੀ ਅਵਸਥਾ 'ਚ ਹੋ ਜਾਂਦਾ, ਉਹਨੂੰ ਸਭ ਕੁਝ ਭੁੱਲ ਜਾਂਦਾ, ਕੇਵਲ ਭਗਤੀ ਯਾਦ ਕਰਦੀ ਹੈ। ਲੇਕਿਨ ਘਰਦਿਆਂ ਦੀ ਉਹ ਅਵਸਥਾ ਹੌਲੀ ਹੌਲੀ ਬਣਦੀ ਹੁੰਦੀ ਹੈ। ਜਦ ਤੱਕ ਘਰਦੇ ਉਹਦੇ ਨਾਲ ਟਿਊਨ ਨਹੀਂ ਹੁੰਦੇ, ਤਦ ਤੱਕ ਘਰਦਿਆਂ ਨੂੰ ਬੁਰਾ ਲੱਗਦਾ। ਤੇ ਸੋ ਇਹ ਵੀ ਇੱਕ ਸਟੇਜ ਹੈ ਕਿ ਜਿਸ ਵੇਲੇ ਘਰਦਿਆਂ ਤੇ ਤੁਹਾਡੀ ਆਪਸ ਵਿੱਚ ਰਿਲੇਸ਼ਨ ਖਰਾਬ ਹੋ ਜਾਂਦੀ। ਮੈਂ ਇਹਨੂੰ ਇਸ ਤਰ੍ਹਾਂ ਮੈਂ ਵੀ ਗੱਲ ਠੀਕ ਹੈ, ਮਹਾਰਾਜ ਜੀ
ਬਾਣੀ ਕਹਿੰਦੀ ਹੈ ਨਾ ਮਹਾਰਾਜ ਦੀ ਬਾਣੀ ਵੀ ਭਗਤਾਂ ਤੇ ਸੰਸਾਰੀਆਂ ਮੇਲ ਕਦੇ ਨਾ ਆਇਆ। ਇਸੇ ਤਰ੍ਹਾਂ ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਹਿਤਾ ਕਾਲੂ ਨੇ ਚਪੇੜਾ ਮਾਰਤੀਆਂ ਤੇ ਬੇਬੇ ਨਾਨਕੀ ਕਹ ਰਹੀ ਨਾ ਮਾਰ ਮੇਰੇ ਵੀਰ ਨੂੰ, ਇਹ ਤਾਂ ਰੱਬੀ ਜੋਤ ਆ, ਰੱਬ ਦਾ ਪਿਆਰਾ। ਕਿਉਂਕਿ ਜੋ ਬੇਬੇ ਨਾਨਕੀ ਨੇ, ਜੋ ਰਾਏ ਬਲਾਰ ਨੇ ਗੁਰੂ ਮਹਾਰਾਜ ਦੇ ਵਿੱਚ ਦੇਖਿਆ, ਮਹਿਤਾ ਕਾਲੂ ਪਿਤਾ ਉਹ ਦੇਖ ਨਹੀਂ ਸਕਿਆ। ਹਾਂਜੀ, ਇਹ ਜਸ ਆਪੋ ਆਪਣਾ, ਕਿਉਂਕਿ ਉਹ ਸੋਚ ਹੈ ਨਾ ਜੀ, ਆ ਜਿਹੜੀ ਸੋਚ ਹੈ ਇਹੀ ਬਸ ਜੀ। ਹਾਂਜੀ ਡਾਕਟਰ ਵਾਸੂ ਸਾਹਿਬ ਤੁਹਾਡਾ ਹੱਥ ਖੜਾ। ਇੱਕ ਮਿੰਟ ਬਾਅਦ ਚਾਹਾਂਗੇ ਜੀ, ਇੱਕ ਮਿੰਟ ਬਸ, ਇੱਕ ਮਿੰਟ ਪਲੀਜ਼, ਇੱਕ ਮਿੰਟ ਡਾਕਟਰ ਸਾਹਿਬ, ਵਾਸੂ ਸਾਹਿਬ ਇੱਕ ਮਿੰਟ। ਹਾਂਜੀ, ਜਿਹੜਾ ਭੈਣ ਜੀ ਨੇ, ਕਿਉਂਕਿ ਉਹ ਮੈਨੂੰ ਨਾ ਉਹ ਵੀ ਚੀਜ਼ ਬੜੀ ਖੁੱਬਦੀ ਹੈ ਮਨ ਦੇ ਵਿੱਚ, ਮੈਂ ਤਦ ਸ਼ੇਅਰ ਕਰਨੀ ਚਾਹੁੰਦਾ ਵਾਂ। ਉਹ ਵੀ ਇੱਕ ਨਵਾਂ ਕਨਸੈਪਟ ਹੈ ਜਿਹੜਾ ਮੈਨੂੰ ਅੱਗੇ ਨਜ਼ਰ ਨਹੀਂ ਆਇਆ। ਜਿਹੜਾ ਭੈਣ ਜੀ ਦਲਜੀਤ ਕੌਰ ਜੀ ਨੇ ਸ਼ਬਦ ਪੜਿਆ ਸੀ ਨਾ ਕਿ ਗੁਰਸੇਵਾ ਤੇ ਭਗਤ ਕਮਾਈ ਤਾਂ ਮਾਨਸ ਗਈ ਪਾਏ, ਇਹਦੀ ਜਿਹੜੀ ਅਗਲੀ ਪੰਕਤੀ ਹੈ ਨਾ, नेक्स्ट पंक्ति है होगा, इस से ही देही को सिमरन देव सा देही भज हर की सेव। जो मैनू ਇਹਦਾ ਅਰਥ ਲੱਗਦਾ ਹੈ ਉਹ ਹੈਗਾ ਕਿ ਦੇਵਤੇ ਵੀ ਮਨੁੱਖਾ ਦੇਈ ਵਾਸਤੇ ਤਰਸਦੇ ਪਏ ਨੇ। ਹੁਣ ਕੁਐਸਚਨ ਆਇੰਦਾ ਹੈ ਕਿ ਇੱਕ ਪਾਸੇ ਤੇ ਕਹਿੰਦੇ ਪਏ ਨੇ ਕਿ 30 वर्ष कुछ देव ना पूजना पछताना बिंद पियो है जी, ਇੱਕ ਪਾਸੇ ਦੇਵਤਾ ਬਣਨ ਲਈ ਸਾਨੂੰ ਦੱਸਦੇ ਪਏ ਨੇ, ਦੂਜੇ ਕਹਿੰਦੇ ਤਰਸਦੇ ਨੇ। ਇਹਦਾ ਮਤਲਬ ਮੈਨੂੰ ਇਹ ਅਪੀਲ ਕੀਤਾ ਕਿ ਦੇਵਤਿਆਂ ਦੀ ਜਿਹੜੀ ਸਟੱਡੀ ਬਾਕੀ ਰਹਿ ਚੁੱਕੀ ਹੁੰਦੀ ਹੈ, ਕਿਉਂਕਿ ਦੇਵਤੇ ਪਰਮਾਤਮਾ ਦਾ ਪੂਰਨ ਰੂਪ ਨਹੀਂ ਹੁੰਦੇ, ਗੁਰਮੁਖ ਜ਼ਰੂਰ ਹੁੰਦੇ ਨੇ। ਸੋ ਦੇਵਤੇ ਵੀ ਇਸ ਲਈ ਵਾਸਤੇ ਤਰਸਦੇ ਨੇ ਕਿ ਸਾਡੀ ਰਹਿ ਗਈ ਸਟੱਡੀ ਕਰਨ ਵਾਸਤੇ, ਰਹਿ ਗਈਆਂ ਅਵਸਥਾਵਾਂ ਪੂਰੀਆਂ ਕਰਨ ਵਾਸਤੇ ਵੀ ਨੀਡ ਹਿਊਮਨ ਦੇਈ ਅਗੇਨ। ਸ਼ਾਇਦ ਇਸ ਕਨਸੈਪਟ ਨੂੰ ਕਬੀਰ ਜੀ ਨੇ ਕਿਹਾ। ਦੈਟਸ ਆਲ ਮੈਂ ਹੀ ਕਹਿਣਾ ਚਾਹੁੰਦਾ ਸੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਡਾਕਟਰ ਬਾਸੂ ਸਾਹਿਬ ਤੁਹਾਡਾ ਹੱਥ ਖੜਾ ਸੀ ਜੀ। ਇੱਕ ਮਿੰਟ ਦੇ ਵਿੱਚ ਆਪਣਾ ਟਾਈਮ ਹੋ ਗਿਆ, ਫਿਰ ਅਸੀਂ ਮੇਘਰਾਜ ਸਿੰਘ ਨੂੰ ਪੁੱਛਾਂਗੇ। ਡਾਕਟਰ ਕਿਰਪਾਲ ਸਿੰਘ ਜੀ ਨੇ ਪੜਿਆ ਹੈ। ਹਾਂਜੀ, ਉਹ ਸਾਰਾ ਹੀ ਸ਼ਬਦ ਜਿਹੜਾ ਹੈ ਉਹ ਸਿੱਖ ਧਰਮ ਦੀ ਵਿਲੱਖਣਤਾ ਬਾਰੇ ਹੈ। ਵੀ ਸਿੱਖ ਧਰਮ ਜਿਹੜਾ ਹੈ ਉਹ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ। ਸਿੱਖ ਧਰਮ ਕਿਉਂਕਿ ਸਾਰੇ ਧਰਮਾਂ ਦੀਆਂ ਵਲਗਣਾ ਤੋਂ ਪਾਰ ਕਹਿੰਦਾ ਜਾਓ। ਜਿੰਨੇ ਧਰਮ ਨੇ, ਜਿਵੇਂ ਇਸ ਤਰ੍ਹਾਂ ਭਗਤ ਕਬੀਰ ਜਿਹੜੇ ਨੇ ਉਹਨਾਂ ਵੀ ਮਜ਼ਹਬਾਂ ਦੀਆਂ ਤੰਗ ਘੇਰਿਆਂ ਨੂੰ ਤੋੜਿਆ ਹੈ। ਜਿਵੇਂ ਉਹ ਕਹਿੰਦੇ ਨੇ ਹਿੰਦੂ ਤੁਰਕ ਕਹਾਂ ਤੇ ਆਏ, ਕਿਹਨੇ ਰਾਹ ਚਲਾਈ, ਜਾਂ ਕਹਿੰਦੇ ਨੇ ਅੱਲੋ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਘੇਰਾ। ਉਹ ਬਈ ਜੇ ਮਸੀਤ ਵਿੱਚ ਅੱਲਾ ਵਸਦਾ ਤੇ ਜਿਹੜੀ ਦੂਜੀ ਦੁਨੀਆ ਹੈ ਉਹ ਕਿਹਦੀ ਹੈ? ਅੱਲੋ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਘੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋ ਮੈਂ ਤਤ ਨਾ ਹੇਰਾ। ਇਹ ਹਿੰਦੂ ਮੁਸਲਮਾਨ ਦੇ ਜਿਹੜੇ ਇਹ ਬਾਹਰਲੇ ਮਜ਼ਹਬੀ ਚੱਕਰ ਨੇ, ਇਹਨਾਂ ਜੋ ਸਿੱਖ ਧਰਮ ਨੇ ਵੀ ਲੋਕਾਂ ਨੂੰ ਕਿਹਾ ਉਭਰੋ ਕਿਸੇ ਤਰੀਕੇ। ਨਾ ਹਿੰਦੂ ਦਾ ਰੂਪ ਦੇਖੋ, ਨਾ ਮੁਸਲਮਾਨ ਦਾ ਰੂਪ ਦੇਖੋ, ਉਹਨਾਂ ਦੀ ਜੋਤ ਤੱਕ ਪਹੁੰਚੋ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਆਏ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਪੰਡਤ ਆਏ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦੀਆਂ ਧੋਤੀਆਂ, ਉਹਨਾਂ ਦੇ ਤਿਲਕ ਨਹੀਂ ਦੇਖੇ, ਉਹਨਾਂ ਦੀਆਂ ਮਾਲਾ ਨਹੀਂ ਦੇਖੀਆਂ, ਉਹਨਾਂ ਨੇ ਉਹਨਾਂ ਦੀ ਦਿਲ ਦੀ ਧੜਕਣ ਨੂੰ ਪਛਾਣਿਆ ਵੀ ਇਹ ਦੁਖੀ ਨੇ। ਤੋ ਜੋਤ ਤੱਕ ਪਹੁੰਚਣਾ ਇਹ ਇਨਸਾਨ ਦੀ ਬੜੀ ਵੱਡੀ ਸਮੱਸਿਆ ਹੈ। ਇਨਸਾਨ ਕੀ ਹੈ? ਉਹ ਹਿੰਦੂ ਮੁਸਲਮਾਨ ਦੇ ਸ਼ਕਲਾਂ ਵਿੱਚ ਰਹਿ ਜਾਂਦਾ। ਸ਼ਕਲਾਂ ਤੋਂ ਉੱਪਰ ਕੋਈ ਉੱਠ ਸਕੇ, ਉਹੀ ਧਰਮ ਦਾ ਜਿਹੜਾ ਫਲ ਹੈ ਉਹ ਗਿਰੀ ਤੱਕ ਪਹੁੰਚੇਗਾ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ। ਹੁਣ ਜਿਹੜਾ ਅੱਲਾ ਹੈ ਤੇ ਰਾਮ ਹੈ ਉਹਦਾ ਸਰੀਰ ਬਣਾਇਆ, ਉੱਥੋਂ ਤੱਕ ਪਹੁੰਚੀਏ। ਸੋ ਇਹ ਜੋ ਡਾਕਟਰ ਕਿਰਪਾਲ ਸਿੰਘ ਨੇ ਜਿਹੜਾ ਸਾਰਾ ਸ਼ਬਦ ਪੜ੍ਹਿਆ, ਇਹ ਸਿੱਖ ਧਰਮ ਦੀ ਵਿਲੱਖਣਤਾ ਨੂੰ ਦਰਸਾਉਣ ਵਾਲਾ ਸ਼ਬਦ ਹੈ ਕਿ ਨਾ ਅਸੀਂ ਹੱਜ ਜਾਂਦੇ ਹਾਂ, ਨਾ ਅਸੀਂ ਤੀਰਥ ਜਾਂਦੇ ਹਾਂ, ਅਸੀਂ ਤਾਂ ਉਹਨੂੰ ਸੇਵਦੇ ਹਾਂ ਜਿਹੜਾ ਸਾਡਾ ਅੰਤ ਸਾਡੇ ਨਾਲ ਸਹਾਈ ਹੁੰਦਾ ਹੈ। ਸੋ ਇਹਨਾਂ ਖਿਆਲਾਂ ਨੂੰ ਆਪਾਂ ਇਸ ਗੱਲ ਨੂੰ ਇਸ ਤਰ੍ਹਾਂ ਸਮੇਟਿਆ ਜਾ ਸਕਦਾ ਹੈ ਕਿ ਧਰਮ ਦੀ ਜਿਹੜੀ ਹੋਂਦ ਹੈ, ਧਰਮ ਦੀ ਜਿਹੜੀ ਹਸਤੀ ਹੈ, ਉਹ ਇਹਨਾਂ ਰੂਪਾਂ ਸ਼ਕਲਾਂ ਤੋਂ ਪਾਰ ਹੈ। ਕਬੀਰ ਨਿਰਾਕਾਰ ਦਾ ਨਿਰਗੁਣਵਾਦੀ ਸੀ, ਉਸ ਦਾ ਇਹ ਸਾਰਾ ਜਿਹੜਾ ਨਿਰਗੁਣਵਾਦ ਹੈ ਉਹਦੇ ਸ਼ਬਦਾਂ 'ਚ ਛਾਇਆ ਹੋਇਆ ਹੈ। Thank you. Thank you. It's the same thing फिर डॉक्टर साहब के मन ने मार्ग ठाक ना पाए, मन ने पशु प्रगट जाए, मन ने धर्म से संबंध है जी, मन ने मार्ग में चले पंथ, मन में चले। हाँ जी,
हाँ जी, मन्ने धर्म से तीसरा बंध। हाँ जी, ऐसा नाम निरंजन होए जन कोई ਵੀ ਸਾਡਾ ਰਾਹ ਤਾਂ ਉਹਦੇ ਨਾਲ ਜੁੜਨਾ ਹੈ। ਬਾਕੀ ਜਿਹੜੇ ਮਾਰਗ ਨੇ ਜਾਂ ਹੋਰ ਜਿਹੜੇ ਪੰਥ ਨੇ ਉਹ ਤਾਂ ਐਵੇਂ ਹੀ ਉਹਨਾਂ ਦਾ ਹੈ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ, ਸਮੇਗਰਾਜ ਸਿੰਘ ਜੀ, ਤੁਸੀਂ ਫਾਈਨਲ ਵਰਡ, ਯੂ ਹੈਵ ਐਨੀਥਿੰਗ ਟੂ ਸੇ? ਆਰ ਯੂ देयर ਲਿਸਨਿੰਗ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ, ਵਾਹਿ ਜੀ ਫਤਿਹ ਜੀ। ਗੱਲਾਂ ਤਾਂ ਬਹੁਤ ਸਾਰੀਆਂ, ਮਤਲਬ ਜਿਸ ਤਰ੍ਹਾਂ डॉक्टर बासु ने कहानी सुनाई ना, साखियां सजी जो पुराने साखियां हैं उसके अंदर कुछ कंफ्यूजन है खड़ा हुआ। जिस तरह भक्तों की कहानी है ना, मतलब भक्त रविदास जी की कहानी है या संत कबीरदास जी की, तो उस कहानी के अंदर कुछ ना कुछ इस तरह जलील करने वाली बात लिखी हुई जो ब्राह्मणों ने जान कर लिखी है। जिस तरह संत रामानंद जी कहते भी इनके भगत इनके चेले थे, संत रविदास जी और संत कबीरदास जी। मुझे नहीं लगता कि इनके चेले थे, अगर वो कहीं ना कहीं अगर ये इनके चेले होते तो कहीं ना कहीं वो पानी के अंदर जिक्र कर देते भी मेरा गुरु ये है। तो उन्होंने गुरु नानक साहब ने सीधी गल कही भाई मेरा गुरु शब्द है, तो हो सकता है कि शायद उनके गुरु भी शब्द ही हो। दूसरी बात ये है, मतलब जैसे कि ब्राह्मण की बात की है, ब्राह्मण जो है ना इंसान को इंसान से तोड़ देता है, गुरु का शब्द इंसान को अंदर से जोड़ देता है। तो गुरु का शब्द उसके मन के अंदर ही आ सकता है, इसके अंदर सच है। तो कबीरदास जी की जब बात देखें तो सारी जो कहानी है उसके सच के ऊपर डिपेंड कर, इन्होंने यानी प्रैक्टिकल रूप दिखा करके कि ना तो उन्होंने नास्तिक को कहा ना तो आस्तिक ही, तो वास्तविक में मतलब खोजने वाला बंदा एक शब्द है कि खोजो दिल, एक शब्द है कि दिल ਨੂੰ खोजो दिन रात ਤੇ अंदर सब कुछ मिलेगा। हाँ जी, बंदे खोज दिल हर रोज ना फिर परेशानी ना हो। हाँ बिल्कुल, खोजने वाली बात जो खोजी का मतलब है कि वास्तविक में जो बंदा जिएगा, कोई गुरबाणी को समझ सकता, कोई रब्बी कलाम को समझ सकता, कोई गुरु ग्रंथ ਸਾਹਿਬ को पढ़ सकता। थैंक यू जी, सत श्री अकाल। हाँ जी, थैंक यू जी साਰਿਆਂ ਦਾ ਤੁਹਾਡਾ ਬਹੁਤ ਬਹੁਤ ਜਿਹੜਾ ਕਬੀਰ ਜੀ ਦੀ ਲਾਈਫ ਐਂਡ ਲੈਗੇਸੀ, lot to learn। ਸਾਰੇ ਭਗਤਾਂ ਦਾ ਅਗੇਨ ਗੁਰੂ ਨਾਨਕ ਦੇ ਘਰ ਦੇ ਥਾਟ ਨਾਲ ਜਿਹੜੀ ਇੱਕ ਸੁਰਤਾ ਸੀ, ਇੱਕ ਸਾਰਤਾ ਸੀ, ਸਮਾਨਤਾ ਸੀ, ਉਹੀ ਉਪਦੇਸ਼ ਈਵਨ ਤੁਸੀਂ ਗੁਰੂ ਨਾਨਕ ਦੇ ਥਾਟ ਦੇ ਸਾਹਿਬ ਦੇ ਨਾਲ ਤੇ ਨਾਲ ਇਹ ਕਬੀਰ ਜੀ ਦੇ ਨਾਲ ਗੱਲਾਂ ਬਾਤਾਂ ਬੜੀਆਂ ਸਾਂਝੀਆਂ ਨੇ ਕਾਫੀ ਹੱਦ ਤੱਕ ਜਿਹਨੂੰ ਦੇਖਿਆ ਜਾਵੇ। ਹਾਂਜੀ, ਸੇਮ ਅੱਗੇ ਬਾਕੀ ਭਗਤਾਂ ਦਾ ਵੀ ਇਸ ਤਰ੍ਹਾਂ ਹੀ ਹੈ, ਕਿਉਂਕਿ ਜਿਹੜੀ ਇੱਕ ਈਸ਼ਵਰ ਦੀ, ਇੱਕ ਰੱਬ ਦੀ ਉਪਾਸਨਾ ਦਾ ਜਿਹੜਾ ਉਪਦੇਸ਼ ਸੀਗਾ ਉਹ ਬੜਾ ਡਟ ਕੇ ਸੀ, ਬੜੇ ਤਕੜੇ ਸਮਾਜ ਸੁਧਾਰਕ ਸੀ। ਉਹਨਾਂ ਨੇ ਬੜੀ ਸੇਵਾ ਕੀਤੀ ਸਾਡੇ ਲਈ। ਇਹ ਲੈਸਨ ਜਿਹੜੇ ਲਰਨ ਕਰਨੇ, ਬੜਾ ਕਬੀਰ ਪੰਥੀ ਬੜਾ ਵੱਡਾ ਪੰਥ ਆ, ਬੜੇ ਇਹਨਾਂ ਦੇ ਪੈਰੋਕਾਰ ਨੇ। ਬਟ ਇਹ ਸਾਡਾ ਇੱਕ ਸਿੱਖਾਂ ਦਾ ਦੁਖਾਂਤ ਕਹਿ ਲਓ ਤੁਸੀਂ, ਚਾਹੇ ਉਹ ਸਤਨਾਮੀ ਹੈ, ਚਾਹੇ ਬੰਜਾਰੇ ਸਿੱਖ ਆ, ਚਾਹੇ ਕਬੀਰ ਪੰਥੀ ਹੈ, ਚਾਹੇ ਰਵਿਦਾਸੀ ਹੈ, ਅਸੀਂ ਉਹਨਾਂ ਨੂੰ ਗਲਬਕੜੀ 'ਚ ਨਹੀਂ ਲਿਆ ਜਿਵੇਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਸੀ। ਸੋ ਭਾਈ ਜਿੱਥੇ ਜਿੱਥੇ ਵੀ ਅਸੀਂ ਹੈ, ਅਸੀਂ ਵੀ ਕੋਸ਼ਿਸ਼ ਕਰੀਏ, ਅਸੀਂ ਵੀ ਜਿੱਥੇ ਜਿੱਥੇ ਵੀ ਗੁਰੂ ਨਾਨਕ ਦਾ ਨਾਮ ਲੈਵਾ ਸਿੱਖ ਆ ਨਾ, ਕੋਈ ਚਾਹੇ ਕੋਈ ਸ਼ੇਪ ਐਂਡ ਫਾਰਮ ਦੇ ਵਿੱਚ ਹੈ ਚਾਹੇ ਨਹੀਂ ਹੈ। ਸ਼ੇਪ ਐਂਡ ਫਾਰਮ ਵਾਲੇ ਵੀ ਵਿੱਚ ਬੜੇ ਨਿਕੰਮੇ ਨੇ, ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਸਿੱਖੀ ਨਹੀਂ ਹੈ ਜਿਵੇਂ ਸੀ। ਹਾਂਜੀ, ਪਰ ਦੂਜੇ ਪਾਸੇ ਸ਼ੇਪ ਐਂਡ ਫਾਰਮ ਜ਼ਰੂਰੀ ਵੀ ਹੈ, ਪਰ ਜਿਨ੍ਹਾਂ 'ਚ ਭਾਈ ਨਹੀਂ ਹੈ ਉਹਨਾਂ ਨੂੰ ਜੇ ਪ੍ਰੇਮ ਕਰੋਗੇ, ਗਲਬਕੜੀ ਚਲਾਓਗੇ, ਉਹਨਾਂ ਨੂੰ ਇਹ ਮਾਰਗ ਦਾ ਪਾਂਧੀ ਬਣਾਓਗੇ, ਪਤਾ ਨਹੀਂ ਗੁਰੂ ਮਹਾਰਾਜ ਦੀ ਕਿਹੜੇ ਵੇਲੇ ਤਰੁੱਠਤਾ ਪ੍ਰਸੰਨਤਾ ਹੋ ਜੇ ਵੀ ਉਹਨਾਂ ਦਾ ਵੀ ਜੀ ਕਰਿਆ ਆਵੇ ਜ਼ਿੰਦਗੀ ਦੇ ਵਿੱਚ, ਪਤਾ ਨਹੀਂ ਕਿਸ ਦਾ ਕਹਿਆ ਸੁਣਿਆ ਬੋਲਿਆ ਜ਼ਿੰਦਗੀ ਦੇ ਵਿੱਚ ਉਹ ਟਰਾਂਸਫਰਮੇਸ਼ਨ ਆ ਜਾਂਦੀ ਹੈ, ਚੇਂਜ ਹੋ ਜਾਂਦਾ ਬੰਦਾ। ਸੋ ਸਾਰਿਆਂ ਨੂੰ ਸਾਨੂੰ ਇਹ ਉਪਦੇਸ਼ ਆਪਣੇ ਜੀਵਨ 'ਚ ਅਸੀਂ ਸੁਣੀਏ, ਕਮਾਈਏ, ਹੰਡਾਈਏ ਤੇ ਆਪਣੇ ਜੀਵਨ 'ਚ ਲੈ ਕੇ ਆਈਏ ਤੇ ਹੋਰਨਾਂ ਨੂੰ ਵੀ ਅਸੀਂ ਪ੍ਰੇਰਨਾ ਦਾ ਸਰੋਤ ਹੋਈਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦਾ ਜਿਹੜਾ ਅਗਲੀ ਵੇਰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਅਸੀਂ ਕਵਰ ਕਰਾਂਗੇ, ਕਿਉਂਕਿ ਆ ਜੁਲਾਈ 4 ਦਾ ਵੀਕਐਂਡ ਆ ਰਿਹਾ, ਲੌਂਗ ਵੀਕਐਂਡ ਹੈ USA ਦੇ ਵਿੱਚ, ਇੱਥੇ ਦੀ ਆਜ਼ਾਦੀ ਦਾ ਦਿਨ ਹੈ। And we want to cover this living in not only in this society from the Western perspective, July 4th ਜਿਹੜੀ ਇੰਡੀਪੈਂਡੈਂਸ ਹੈ, ਸੁਤੰਤਰਤਾ ਹੈ, ਹਾਂਜੀ, ਜਿਹੜੀ ਆਜ਼ਾਦੀ ਦਾ, ਇਹਦਾ ਸਾਡੇ ਸਿੱਖ ਜੀਵਨ ਦੇ ਨਾਲ, ਸਿੱਖ ਗੁਰੂ ਮਹਾਰਾਜਾਂ ਦੇ ਨਾਲ, ਸਿੱਖ ਇਤਿਹਾਸ ਦੇ ਨਾਲ ਸਾਡੀ ਜਿਹੜੀ ਕੀ ਕਨੈਕਟੀਵਿਟੀ ਹੈ, ਕੀ ਰਿਲੇਸ਼ਨ ਹੈ ਤੇ ਕੀ ਰਿਫਲੈਕਸ਼ਨਸ ਨੇ, ਉਹਦੇ ਤੇ ਆਪਾਂ ਅਗਲੇ ਹਫਤੇ ਅਸੀਂ ਗੱਲ ਕਰਾਂਗੇ। ਜੁਲਾਈ 4th ਇੰਡੀਪੈਂਡੈਂਸ ਦਾ ਜਿਹੜਾ ਹੈ ਕਿਉਂ ਮਨਾਈ ਜਾਂਦੀ ਹੈ, ਆਜ਼ਾਦੀ ਦਾ ਕੀ ਮਹੱਤਵ ਹੈ ਇਸ ਦੇਸ਼ ਦੇ ਵਿੱਚ, ਉਹਨੇ ਕੀ ਕੀਤਾ, ਤੇ ਸਾਡੇ ਸਿੱਖ ਗੁਰੂਆਂ ਨੇ ਤੇ ਸਿੱਖ ਇਤਿਹਾਸ ਦੇ ਵਿੱਚ ਜਿਹੜੀ ਸੁਤੰਤਰਤਾ ਹੈ, ਆਜ਼ਾਦੀ ਹੈ, ਹੱਕ ਤੇ ਸੱਚ ਨਾਲ ਜੀਣ ਦੀ ਜਿਹੜੀ ਤਮੰਨਾ ਹੈ ਹਰੇਕ ਜੀਵਨ ਦੀ, ਜਿਹਨੂੰ ਅਸੀਂ ਕਹਿੰਦੇ ਆ ਐਵਰੀਬਡੀ ਹੈਜ਼ ਅ ਡਿਵਾਈਨ ਸਪਾਰਕ, ਇਹ ਕਿਸੇ ਇੱਕ ਦਾ ਹਿੱਸਾ ਨਹੀਂ, ਇਹ ਮਾਲਕ ਦੀ ਮਲਕੀਅਤ, ਮਾਲਕ ਦੀ ਹੋਈ ਹੈ। ਅਸੀਂ ਇਹ ਮਾਲਕ ਦੇ, ਇਹ ਸਾਰੇ ਉਹਨੂੰ ਪ੍ਰੇਮ ਨਾਲ ਜੀ ਸਕਦੇ ਨੇ,
ਆਪਦੇ ਜੀਵਨ 'ਚ ਲਿਆ ਸਕਦੇ ਨੇ। ਇਹ ਕਿਸੇ ਇੱਕ ਸਪੈਸ਼ਲ ਵਰਗ ਦਾ ਨਹੀਂ ਹੈ, ਜਿਵੇਂ ਹਿੰਦੂਆਂ ਦੇ ਸੀ ਬ੍ਰਾਹਮਣ ਹੀ ਰੱਬ ਦਾ ਪਿਆਰਾ ਬਣ ਸਕਦਾ, ਉਪਦੇਸ਼ ਪੜ੍ਹ ਸਕਦਾ, ਸੁਣ ਸਕਦਾ, ਲੋਕਾਂ ਨੂੰ ਸੁਣਾ ਸਕਦਾ। ਇੱਥੇ ਤਾਂ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਗੱਫੇ ਦੇ ਕੇ ਸਿੱਧੇ ਛਿੱਟੇ ਮਾਰੇ ਨੇ, ਅੱਖਾਂ 'ਚ ਵੀ ਕੇਸਾਂ 'ਚ ਵੀ, ਸਾਰਿਆਂ ਨੂੰ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤਾਂ ਕਿ ਉਪਦੇਸ਼ ਨੂੰ ਅਸੀਂ ਸਾਰੇ ਜ਼ਿੰਦਗੀ ਦੇ ਵਿੱਚ ਪੜ੍ਹੀਏ, ਸੁਣੀਏ, ਕਮਾਈਏ ਤੇ ਜ਼ਿੰਦਗੀ 'ਚ ਲੈ ਕੇ ਆਈਏ, ਤਾਂ ਕਿ ਅਸੀਂ ਆਪਣੇ ਜੀਵਨ ਨੂੰ ਜਿੱਥੇ ਆਪਣਾ ਆਲਾ ਦੁਆਲਾ ਸੰਸਾਰ ਸਰਬੱਤ ਦਾ ਭਲਾ ਤਾਂ ਹੀ ਹੋ ਸਕਦਾ ਜੇ ਅਸੀਂ ਆਪ ਵੀ ਪੜ੍ਹੀਏ ਤੇ ਦੂਜਿਆਂ ਨੂੰ ਵੀ ਪੜ੍ਹਾਈਏ, ਸਿਖਾਈਏ ਤੇ ਨਾਲ ਇਧਰਲੇ ਪਾਸੇ ਲੈ ਕੇ ਆਈਏ, ਜੋੜੀਏ। ਹਾਂਜੀ, ਬਿਫੋਰ ਆਈ ਕਲੋਜ਼, ਭਾਈ ਸੁੱਚਾ ਸਿੰਘ ਜੀ ਤੁਹਾਡਾ ਹੱਥ ਖੜਾ। ਹਾਂਜੀ, ਮੈਂ ਜੀ ਬਸ ਇਹ ਬੇਨਤੀ ਕਰਨੀ ਹੈ ਜੀ ਕਿ ਵੀ ਹੁਣ ਆਲਮੋਸਟ 15 ਮਿੰਟ ਲੇਟ ਹੋ ਗਏ ਜੀ 10 ਵਜੇ। ਹਾਂਜੀ, ਪਲੀਜ਼ ਜੇ ਇਸ ਟਾਈਮ ਤੇ ਫਿਨਿਸ਼ ਕਰ ਦਿਆ ਕਰੀਏ ਤੇ ਚੰਗੀ ਇਹੀ ਬੇਨਤੀ। ਓਕੇ, ਇਹ ਗੁਸਤਾਖੀ ਮੇਰੀ ਹੈ ਜੀ, ਤੁਸੀਂ ਮੋਡਰੇਟਰ ਨੂੰ ਯੂ ਕੈਨ ਬਲੇਮ। ਆਪਾਂ ਵੀ ਵਿਲ ਟਰਾਈ ਟੂ ਸਟਾਰਟ 9 ਵਜੇ। ਮੈਨੂੰ ਨਵੇਂ ਹੀ ਹਲੇ ਮੈਂ ਸ਼ੁਰੂ ਕੀਤਾ ਹੈ, ਗਲਤੀਆਂ ਹੋ ਜਾਂਦੀਆਂ, ਸੋ ਭੁੱਲਾਂ ਚੁੱਕਾਂ ਮੇਰੀਆਂ ਸਾਰੀਆਂ। ਕੋਈ ਗੱਲ ਚੰਗੀ ਲੱਗੀ ਹੋਵੇ ਪੱਲੇ ਬੰਨ ਲੈਣੀ। ਤੇ ਐਂਡ ਤੇ ਅਗੇਨ ਫੇਰ ਸਲਾਮ ਮੇਘਰਾਜ ਸਿੰਘ ਹੋਣਾ ਦਾ ਅੱਜ ਇਸ ਪ੍ਰੋਗਰਾਮ ਨੂੰ ਸਾਡੇ ਲਈ ਅਵੇਲੇਬਲ ਕਰਨ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਜਿੰਨੇ ਵੀ ਸੱਜਣਾ ਨੇ ਆਪਦੇ ਵਿਚਾਰ ਜਿਹੜੇ ਦਿੱਤੇ ਨੇ, ਇਹ ਵਿਚਾਰ ਆਪੋ ਆਪਣੇ ਨੇ। ਦਿਸ ਇਜ਼ ਨਾਟ ਦਾ ਅਫੀਸ਼ੀਅਲ ਪਾਲਿਸੀ ਔਰ ਓਪੀਨੀਅਨ ਆਫ ਦਾ ਵੌਇਸ ਆਫ ਮਾਨਵਤਾ ਦਾ ਜਿਹੜਾ ਪ੍ਰੋਗਰਾਮ ਆ, ਪਰ ਤੁਹਾਡੇ ਮਨਾਂ ਦੇ ਵਿੱਚ, ਸਰੋਤਿਆਂ ਦੇ ਮਨਾਂ ਦੇ ਵਿੱਚ, ਜਿਸ ਸਪੀਕਰ ਦੇ ਮਨਾਂ ਦੇ ਵਿੱਚ ਕਿਸੇ ਨੂੰ ਕੋਈ ਚੰਗੇ ਸੁਝਾਅ ਹੋਣ, ਕੋਈ ਸੇਵਾ ਮਦਦ ਦੀ ਤਨ ਦੇ ਨਾਲ, ਮਨ ਦੇ ਨਾਲ, ਧਨ ਦੇ ਨਾਲ ਕਰਨ ਦੀ ਲੋੜ ਆ, ਪਲੀਜ਼ ਫੀਲ ਫਰੀ ਟੂ ਕੰਟੈਕਟ ਸਰ ਮੇਘਰਾਜ ਸਿੰਘ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮਿਲਦੇ ਹਾਂ ਫਿਰ ਅਗਲੇ ਹਫ਼ਤੇ। ਇਨ ਦਾ ਮੀਨ ਟਾਈਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।